ਫਿਰ ਭਾਰਤੀ ਸਟੇਟ ਨੇ ਇਸ ਮੋਰਚੇ ਨੂੰ ਵੀ ਜਾਂ ਉਹਦੇ ਮੀਡੀਆ ਨੇ, ਕਿਉਂਕਿ ਵੇਖੋ ਨਾ ਹੇਠਲੀ ਫੋਰਸ ਹੁੰਦੀ ਆ, ਉਹਦੀ ਇੱਕ ਸੋਚ ਬਣ ਜਾਂਦੀ ਆ। ਉਹਦੀ ਸੋਚ ਇਹ ਬਣ ਗਈ ਸੀ ਕਿ ਵੀ ਮੋਦੀ ਨੂੰ ਰੋਕਿਆ ਨਹੀਂ ਜਾ ਸਕਦਾ, ਤੇ ਸੈਕੰਡਲੀ ਇਹ ਲੋਕ ਜਿਹੜੇ ਹੈਗੇ ਆ ਇਹ ਖਾਲਿਸਤਾਨੀ ਆ ਜਾਂ ਕੁਛ ਆ, ਹਨਾ, ਇਹ ਰੋਕ ਰਹੇ ਆ, ਪ੍ਰੋਗਰੈਸ ਨੂੰ ਰੋਕ ਰਹੇ ਆ ਭਾਰਤ ਦੀ ਨੂੰ। ਉਹਨਾਂ ਦੇ ਦਿਮਾਗ 'ਚ ਸੈੱਟ ਹੋ ਗਿਆ ਸੀਗਾ ਕਿ ਮੋਦੀ ਜਾਂ ਸਰਕਾਰ ਕੋਈ ਵੀ ਰੈਸ਼ਨਲ ਸਟੈਪ ਲੈ ਲੇ, ਜਿਹੜਾ ਅੰਦਰ ਐਨਮੋਸਿਟੀ ਹੈ, ਜਿਹੜੀ ਅੰਦਰ ਉਹਨਾਂ ਦੇ ਨਫ਼ਰਤ ਭਰੀ ਵੀ ਆ ਆਪਣੇ ਸਿੱਖ ਪੋਪੂਲੇਸ਼ਨ ਦੇ ਅਗੇਂਸਟ ਜਾਂ ਸਿੱਖਾਂ ਦੇ ਅਗੇਂਸਟ, ਉਹ ਸ਼ਾਇਦ ਵਧੀ ਆ ਕਿਤੇ। ਹੁਣ ਉਹਨੂੰ ਡੀਲ ਕਰਨਾ ਵੀ ਭਾਰਤੀ ਸਟੇਟ ਵਾਸਤੇ ਇੰਪੋਰਟੈਂਟ ਹੋ ਗਿਆ, ਪਰ ਉਹ ਡੀਲ ਕਰਦੇ ਆ ਕਿ ਇਹਨੂੰ ਵਧਾਉਂਦੇ ਆ। ਬਾਈਡਨ ਨੇ ਤਕਰੀਬਨ ਤਾਇਵਾਨ ਵਾਲਾ ਪਾਸੇ ਤੋਂ ਚੀਨ ਤੋਂ ਪ੍ਰੈਸ਼ਰ ਖਤਮ ਕਰਤਾ। ਉਹਨੇ ਵਨ ਚਾਈਨਾ ਪਾਲਿਸੀ ਨੂੰ ਮੰਨ ਲਿਆ। ਪਰ ਲਾਰਜਲੀ ਕੁਝ ਮਹੀਨੇ ਪਹਿਲਾਂ ਇੱਕ ਰਿਪੋਰਟ ਹੋਰ ਛਪੀ ਸੀ, ਜਿਸ ਤੋਂ ਪਤਾ ਲੱਗਿਆ ਕਿ LAC ਦੇ ਉੱਤੇ, ਲਾਈਨ ਆਫ ਐਕਚੁਅਲ ਕੰਟਰੋਲ ਦੇ ਨਾਲ ਉਹਨਾਂ ਨੇ ਤਕਰੀਬਨ 650 ਕੇ 680 ਨਿੱਕੇ ਨਿੱਕੇ ਪਿੰਡ ਵਸਾਤੇ ਹੈ। ਕਿ ਜਿਹੜੀ ਫਾਈਟਿੰਗ ਫੋਰਸ ਹੈਗੀ ਹੈ, ਜਿਹੜੇ ਲੋਕਾਂ ਨੇ ਲੜਨਾ ਹੈ, ਉਹ ਜ਼ਿਆਦਾਤਰ ਸਿੱਖਾਂ ਦੀਆਂ ਸਮਝ ਲਓ 2 ਰੈਜੀਮੈਂਟਸ ਆ, ਸਿੱਖ ਲਾਈਟ ਇਨਫੈਂਟਰੀ ਤੇ ਸਿੱਖ ਰੈਜੀਮੈਂਟ, ਫਿਰ ਜਾਟਾਂ ਦੀਆਂ ਹੈਗੀਆਂ। ਤਾਂ ਇਸੇ ਏਰੀਏ ਚੋਂ ਜਿਹੜਾ ਇਹ ਨਾਰਥ ਆ, ਇਹਦੇ ਵਿੱਚੋਂ ਹੀ ਲੋਕ ਆਉਂਦੇ ਆ। ਸੋ ਐਨੀਥਿੰਗ ਸ਼ਾਰਟ ਆਫ ਫਾਈਨਲ ਡੈਸਟੀਨੇਸ਼ਨ ਜਿਹੜੀ ਕੋਈ ਸਿੱਖ ਆਜ਼ਾਦੀ ਤਾਂ ਉਹਦੀ ਬੇਸਿਕ ਉਹਦੀ ਹੈਗੀ ਆ, ਹਨਾ, ਪਰ ਜੇ ਉਦੋਂ ਸ਼ਾਰਟ ਉਹਨੇ ਰਹਿਣਾ ਤਾਂ ਉਹਨੂੰ ਕੋਈ ਨਾ ਕੋਈ ਇੱਥੇ ਪੋਲੀਟੀਕਲ ਸਟਰਕਚਰ ਬਿਲਕੁਲ ਕੇਂਦਰ ਨਾਲ ਲਿਫ ਨਾ ਜਾਵੇ। ਇਸ ਸਰਕਾਰ ਨਾਲ ਜਾਂ BJP ਨਾਲ ਘੱਟੋ ਘੱਟ ਜੇ ਕੋਈ ਮੌਦੇ ਕਰਨੇ ਆ ਜਾਂ ਕੁਝ ਕਰਨੇ ਆ ਤਾਂ ਤੁਹਾਨੂੰ ਪੰਥਕ ਐਂਗਲ ਤੋਂ ਹੀ ਕਰਨੇ ਚਾਹੀਦੇ, ਬਿਕੋਜ਼ ਉਹੀ ਫੋਰਸ ਆ ਤੇ ਉਸੇ ਪਰਸਪੈਕਟਿਵ ਨਾਲ ਹੀ ਉਹ ਤੁਹਾਨੂੰ ਵੇਖ ਰਹੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਨਜ਼ਰੀਆ ਚੈਨਲ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ। ਅੱਜ ਅਸੀਂ ਗੱਲਬਾਤ ਕਰਦੇ ਹਾਂ ਜੋ ਸਾਡੇ ਸਾਹਮਣੇ ਹੁਣ ਕਿਸਾਨੀ ਬਿੱਲ ਮੋਦੀ ਸਰਕਾਰ ਵੱਲੋਂ ਵਾਪਸ ਲੈਣ ਦਾ ਐਲਾਨ ਕੀਤਾ ਗਿਆ, ਤਾਂ ਉਸ ਤੋਂ ਬਾਅਦ ਇਹਦੀਆਂ ਕਈ ਤਰ੍ਹਾਂ ਦੀਆਂ ਇੰਟਰਪ੍ਰੀਟੇਸ਼ਨਸ ਆ ਰਹੀਆਂ ਨੇ ਕਿ ਸਰਕਾਰ ਨੇ ਬਿੱਲ ਕਿਉਂ ਵਾਪਸ ਕੀਤੇ ਨੇ। ਤਾਂ ਉਹ ਸਾਰੇ ਮੁੱਦਿਆਂ ਨੂੰ ਅਸੀਂ ਡਿਸਕਸ ਕਰਨ ਵਾਸਤੇ ਸਾਡੇ ਨਾਲ ਜੁੜੇ ਨੇ ਪੋਲੀਟੀਕਲ ਐਨਾਲਿਸਟ, ਕਹ ਲਓ ਜੀਓਪੋਲੀਟੀਕਲ ਐਨਾਲਿਸਟ ਤੇ ਆਰਥਿਕਤਾ ਦੇ ਵੀ ਮਾਹਰ ਜਿਹੜੇ ਆ ਅਜੇਪਾਲ ਸਿੰਘ ਬਰਾੜ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਭਾਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ, ਜਿਵੇਂ ਗੁਰਪੁਰਬ ਵਾਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਗਿਆ, ਤਾਂ ਉਸ ਤੋਂ ਬਾਅਦ ਉਹਦੀਆਂ ਕਈ ਤਰ੍ਹਾਂ ਦੀਆਂ ਇੰਟਰਪ੍ਰੀਟੇਸ਼ਨ ਸਾਹਮਣੇ ਆਈਆਂ। ਕਈ ਕਹਿ ਰਹੇ ਕਿ ਸਟਰਗਲ ਜਿਹੜਾ ਇੰਨਾ ਲੰਮਾ ਚੱਲਿਆ, ਕੰਸਿਸਟੈਂਟਲੀ ਚੱਲਿਆ, ਉਹਦੇ ਕਰਕੇ ਸਰਕਾਰ ਝੁਕੀ ਆ। ਇੱਕ ਫੈਕਟਰ ਇਹ ਆ ਰਿਹਾ ਕਿ ਉਹਦੇ ਵਿੱਚ ਸਿੱਖ ਫੈਕਟਰ ਹੈਵੀ ਰਿਹਾ, ਉਹਦੇ ਕਰਕੇ ਸਰਕਾਰ ਝੁਕੀ ਆ। ਇਹਦੇ ਨਾਲ ਜਿਹੜੇ ਸਿਕਿਉਰਿਟੀ ਦਾ ਇਸ਼ੂਜ਼ ਭਾਰਤ ਸਰਕਾਰ ਨੂੰ ਜਿਹੜੇ ਆ ਫੇਸ ਕਰਨੇ ਪੈ ਰਹੇ ਨੇ। ਫੋਰਨ ਪਾਲਿਸੀ ਦੇ ਵਿੱਚ ਜਿਹੜਾ ਕਹਿ ਰਿਹਾ ਫੇਲੀਅਰ ਆ, ਜਿਹਦੇ ਵਿੱਚ ਚਾਈਨਾ ਦੇ ਐਗਰੈਸ਼ਨ ਦੇਖਣ ਨੂੰ ਮਿਲ ਰਿਹਾ, ਜਾਂ ਜੋ ਵੈਸਟ ਦੇ ਵਿੱਚ ਜਿਹੜੀਆਂ ਡਿਸਟਰਬੈਂਸਿਸ ਹੋ ਰਹੀਆਂ ਨੇ, ਉਹਦੇ ਕਰਕੇ ਭਾਰਤ ਸਰਕਾਰ ਨੂੰ ਰੀਟਰੀਟ ਕਰਨਾ ਪਿਆ। ਸਾਰੇ ਹਾਲਾਤਾਂ ਨੂੰ ਦੇਖਦਿਆਂ ਹੋਇਆ ਤੁਹਾਡਾ ਇਸ ਬਾਰੇ ਸਭ ਤੋਂ ਪਹਿਲਾਂ ਤਾਂ ਮੈਂ ਚਾਹਾਂਗਾ ਕਿ ਆਪਾਂ ਖੇਤੀ ਕਾਨੂੰਨ ਜਿਹੜਾ ਰੱਦ ਹੋਣ ਦਾ ਜੋ ਇਹ ਵਰਤਾਰਾ ਆ, ਉਹਦੇ ਤੋਂ ਗੱਲਬਾਤ ਸ਼ੁਰੂ ਕਰੀਏ, ਤੇ ਉਸ ਤੋਂ ਬਾਅਦ ਜਿਹੜੇ ਉਹਦੇ ਪਿੱਛੇ ਫੈਕਟਰ ਨੇ ਉਹਦੇ ਉੱਪਰ ਗੱਲਬਾਤ ਕਰੀਏ। ਪਹਿਲੀ ਗੱਲ ਤਾਂ ਜੀ, ਬਹੁਤ ਆਪਾਂ ਪੰਜਾਬੀ, ਖਾਸ ਕਰਕੇ ਪੰਜਾਬੀ ਤੇ ਆਮ ਤੌਰ ਤੇ ਕਿਸਾਨ ਇਸ ਗੱਲ ਦੇ ਬਹੁਤ ਵਧਾਈ ਦੇ ਪਾਤਰ ਹੈਗੇ ਆ ਕਿ ਵੀ ਐਡਾ ਵੱਡਾ ਜਿਹੜਾ 3 ਕਾਨੂੰਨ ਲਾਗੂ ਹੋਏ ਸੀ, ਉਹ ਜਿਹੜੇ ਬਗੈਰ ਪੁੱਛੇ, ਬਗੈਰ ਗੱਲ ਕੀਤੇ, ਬਗੈਰ ਕੰਸੈਂਸਸ ਕ੍ਰੀਏਟ ਕੀਤੇ ਕੇਂਦਰ ਨੇ ਲਾਗੂ ਕਰਤੇ ਸੀ ਤੇ ਸੂਬੇ ਸਰਕਾਰਾਂ ਦਾ ਹੱਕ ਮਾਰਤਾ ਸੀ, ਉਹ ਵਾਪਸ ਹੋਏ ਆ। ਤਾਂ ਇੱਕ ਤਰ੍ਹਾਂ ਮੋਦੀ ਸਰਕਾਰ ਜਿਹੜੀ ਪਿਛਲੇ ਲਗਾਤਾਰ ਆਪਣਾ ਸੰਘੀ ਢਾਂਚੇ ਦਾ ਗਲਾ ਘੁੱਟਦੀ ਹੋਈ, ਲੋਕਾਂ ਦੀ ਫੀਲਿੰਗਸ ਦਾ ਗਲਾ ਘੁੱਟਦੀ ਹੋਈ ਅੱਗੇ ਵਧ ਰਹੀ ਸੀ, ਉਹਨੂੰ ਇੱਕ ਰੋਲ ਬੈਕ ਮਿਲਿਆ ਤੇ ਉਹ ਰੋਲ ਬੈਕ ਦੇ ਵਿੱਚ ਇਸ ਖਿੱਤੇ ਦੇ ਲੋਕਾਂ ਦਾ ਹੱਥ ਆ। ਤਾਂ ਇਹ ਬਹੁਤ ਵੱਡਾ ਪਰਸਪੈਕਟਿਵ ਨਾਲ ਇਹਨੂੰ ਵੇਖਿਆ ਜਾ ਸਕਦਾ, ਬਹੁਤ ਵੱਡੇ ਨਜ਼ਰੀਏ ਨਾਲ ਵੇਖਿਆ ਜਾ ਸਕਦਾ। ਇਕੱਲੇ ਖੇਤੀ ਕਾਨੂੰਨਾਂ ਤੱਕ ਸੀਮਤ ਨਹੀਂ, ਇਹ ਹੋਰ ਵੀ ਇਸ ਚੀਜ਼ਾਂ ਇਹਦਾ ਅਸਰ ਇਸ ਖਿੱਤੇ ਦੀ ਪੋਲਿਟਿਕਸ ਤੇ ਪਊਗਾ। ਹੁਣ ਆਪਾਂ ਆਉਣੇ ਆ ਕਿ ਵੀ ਇਹਦੇ ਪਿੱਛੇ ਅੰਡਰਲਾਈਨ ਫੈਕਟਰਸ ਕੀ ਹੋ ਸਕਦੇ ਆ, ਕਿ ਵੀ ਕਿਸ ਰੀਜ਼ਨਸ ਕਰਕੇ ਇਹ ਉਹਨਾਂ ਨੇ ਡਿਸੀਜਨ ਲਿਆ, ਕਿਉਂਕਿ ਇੱਕ ਯੂਨੀਲੈਟਰਲ ਡਿਸੀਜਨ ਸੀ, ਕੋਈ ਡਾਇਲੋਗ ਜਾਂ ਕਹਿ ਲਓ ਕਿ ਕੋਈ ਮੀਟਿੰਗਸ ਨਹੀਂ ਹੋਈਆਂ ਸੀ। ਤਾਂ ਆਪਾਂ ਇੱਕ ਅੰਦਾਜ਼ਾ ਲਗਾ ਸਕਦੇ ਹਾਂ ਸਥਿਤੀ ਤੋਂ ਕਿ ਵੀ ਕੀ ਰੀਜ਼ਨਸ ਹੋ ਸਕਦੇ। ਹਾਂਜੀ, ਇਹਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਤਾਂ ਇੱਕ ਕ੍ਰੈਡਿਟ ਵਾਰ ਛਿੜੀ ਆ। ਚਲੋ ਆਪਾਂ ਉਸ ਪਾਸੇ ਨਹੀਂ ਜਾਣਾ ਚਾਹੀਦਾ, ਜਿਹੜਾ ਸੀਰੀਅਸਲੀ ਕਿਸੇ ਚੀਜ਼ ਦਾ ਐਨਾਲਾਈਜ਼ ਕਰਨਾ ਹੋਵੇ ਤਾਂ ਉਹਦੇ ਪਿੱਛੇ ਪੋਸੀਬਿਲਿਟੀ ਕਿਸ ਚੀਜ਼ ਦੀ ਹੋ ਸਕਦੀ ਆ ਵੀ ਸਰਕਾਰ ਨੂੰ ਕਿਸ ਗੱਲ ਤੋਂ ਰਿਟਰੀਟ ਕਰਨਾ ਪਿਆ। ਕਿਉਂਕਿ ਆਪਾਂ ਜੇ ਕਸ਼ਮੀਰ ਦੇ ਵਿੱਚ 370 ਹਟਾਉਣੀ ਆ, ਜਾਂ ਰਾਮ ਮੰਦਿਰ ਦਾ ਮੁੱਦਾ ਆ, ਜਾਂ 3 ਤਲਾਕ ਦਾ ਮੁੱਦਾ ਹੈ, ਜਾਂ NRCCA ਦਾ ਮੁੱਦਾ ਆ, ਤਾਂ ਇਹ ਸਰਕਾਰ ਨੇ
ਬੈਕ ਸਟੈਪ ਨਹੀਂ ਕੀਤਾ, ਕਿਉਂਕਿ ਜਿਹੜਾ ਇਹਦਾ ਬੇਸ ਆ, ਜਿਹੜੀਆਂ ਆਰਗੇਨਾਈਜੇਸ਼ਨਸ ਇਹਨੂੰ ਸਪੋਰਟ ਕਰਦੀਆਂ ਨੇ ਉਹ ਐਕਸਟ੍ਰੀਮਿਸਟ ਆਰਗੇਨਾਈਜੇਸ਼ਨਸ ਨੇ। ਤਾਂ ਅਜਿਹੇ ਹਾਲਾਤਾਂ 'ਚ ਜਿਵੇਂ ਇਸ ਬਿੱਲ ਵਾਪਸ ਕਰਨ ਨੂੰ ਵੀ ਕਈ ਜਿਹੜੀਆਂ ਐਕਸਟ੍ਰੀਮਿਸਟ ਜਥੇਬੰਦੀਆਂ ਨੇ ਜਿਵੇਂ ਮੋਦੀ ਦੀਆਂ ਫੋਟੋਆਂ ਹਟਾਈਆਂ ਨੇ, ਤਾਂ ਇਹਨਾਂ ਸਾਰੀਆਂ ਚੀਜ਼ਾਂ ਦੇ ਮਤਲਬ ਸਾਹਮਣੇ ਜਦੋਂ ਭਾਜਪਾ ਨੂੰ ਪਤਾ ਸੀ ਕਿ ਉਹਦਾ ਬੇਸ ਕਿਹੋ ਜਿਹਾ ਆ, ਉਹਨੂੰ ਉਹਦੇ ਸਪੋਰਟਰ ਕਿਹੋ ਜਿਹੇ ਨੇ, ਤਾਂ ਕੀ ਕਾਰਨ ਬਣਿਆ ਕਿ ਉਹਨੂੰ ਝੁਕਣਾ ਪਿਆ, ਜਿਹਦੀ ਕਿ ਇਮੇਜ ਇਸ ਤਰ੍ਹਾਂ ਦੀ ਬਣਾਈ ਗਈ ਸੀ ਕਿ ਮੋਦੀ ਹੈ ਤਾਂ ਮੁਮਕਿਨ ਹੈ। ਵੇਖੋ ਜੀ, ਵੈਸੇ ਤਾਂ ਕੋਈ ਵੀ ਡਿਸੀਜਨ ਜਦੋਂ ਹੁੰਦਾ ਹੈ ਜਾਂ ਕੋਈ ਫੈਸਲਾ ਲਿਆ ਜਾਂਦਾ, ਉਹ 'ਚ ਕੋਈ ਸਿੰਗਲ ਫੈਕਟਰ ਤਾਂ ਹੁੰਦਾ ਹੀ ਨਹੀਂ। ਆਪਣੀ ਈਵਨ ਕਾਮਨ ਲਾਈਫ 'ਚ ਵੀ ਕੋਈ ਸਿੰਗਲ ਫੈਕਟਰ ਨਹੀਂ ਹੁੰਦਾ ਕਿਸੇ ਡਿਸੀਜਨ ਲੈਣ ਨੂੰ। ਤੇ ਇਹ ਤਾਂ ਇੱਕ ਦੇਸ਼ ਦਾ ਡਿਸੀਜਨ ਸੀ ਜਿਹੜਾ ਪ੍ਰਧਾਨ ਮੰਤਰੀ ਲੈ ਰਿਹਾ ਸੀ, ਤਾਂ ਆਪਾਂ ਇਹ ਨਹੀਂ ਕਹਿ ਸਕਦੇ ਕਿ ਕੋਈ ਇੱਕ ਸਿੰਗੂਲਰ ਫੈਕਟਰ ਹੋਊਗਾ। ਪਰ ਹਾਂ, ਨੰਬਰ ਆਫ ਫੈਕਟਰਸ ਸੀਗੇ ਜਿਨ੍ਹਾਂ ਵਿੱਚੋਂ ਅੱਡ-ਅੱਡ ਵੇਟੇजेस ਸੀਗੇ, ਜਿਨ੍ਹਾਂ ਦਾ ਉਹਨਾਂ ਦੇ ਸਿੰਬਲਿਜ਼ਮ ਜਿਹੜਾ ਉਹ ਕ੍ਰੀਏਟ ਕਰ ਰਹੇ, ਜਿਹੜਾ ਜਿਵੇਂ ਸ਼ੋਅ ਕਰ ਰਹੇ, ਉਹਦੇ ਤੋਂ ਪਤਾ ਲੱਗਦਾ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਵੀ ਲਾਰਜ ਸੈਕਸ਼ਨ, ਇਹ ਡਿਨਾਈ ਨਹੀਂ ਕੀਤਾ ਜਾ ਸਕਦਾ ਕਿ ਜਿਹੜਾ ਲਾਰਜ ਸੈਕਸ਼ਨ ਜਾਂ ਜਿਹੜੀ ਸਪਿਰਿਟ ਕੰਮ ਕਰ ਰਹੀ ਸੀ ਇਹਦੇ ਪਿੱਛੇ, ਇਹ ਸਾਰੇ ਮੋਰਚੇ ਦੇ ਪਿੱਛੇ, ਉਹ ਪੰਜਾਬ ਦੀ ਸਿੱਖ ਕਿਸਾਨੀ ਸੀਗੀ, ਜਾਂ ਪੰਜਾਬ ਦੀ ਕਹਿ ਲਓ, ਜਾਂ ਸਾਰੇ ਉੱਤਰੀ ਭਾਰਤ ਦੀ ਸਿੱਖ ਕਿਸਾਨੀ ਸੀ। ਚਾਹੇ ਲਖੀਮਪੁਰ ਖੇਰੀ 'ਚ ਕੋਈ ਇਨਸੀਡੈਂਟ ਹੋਇਆ, ਉਹਦੇ 'ਚ ਵੀ ਜਿਵੇਂ ਨੰਬਰ ਆਫ ਜਿਹੜੀ ਕੈਜੂਅਲਟੀਜ਼ ਆ ਉਹ ਜਿਨ੍ਹਾਂ ਦੀਆਂ ਹੋਈਆਂ, ਜਾਂ ਉੱਥੇ ਪਾਰਟਿਸਪੈਂਟਸ ਕਿਹੜੇ ਹੈਗੇ ਉੱਤਰ ਪ੍ਰਦੇਸ਼ ਵੱਲ, ਜਾਂ ਹਰਿਆਣੇ 'ਚੋਂ ਵੀ ਜਿਹੜੇ ਵੇਖੋ ਲੀਡਰਸ਼ਿਪ ਤੋਂ, ਜਾਂ ਉੱਥੇ ਲੋਕ ਜਿਹੜੇ ਪਾਰਟਿਸਪੇਟ ਕਰ ਰਹੇ ਉਹਦੇ ਤੋਂ, ਰਾਜਸਥਾਨ 'ਚੋਂ। ਤਾਂ ਇਹ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਭਾਰਤ ਦਾ ਜਿਹੜਾ ਉੱਤਰੀ ਪੱਛਮੀ ਹਿੱਸਾ ਹੈ ਉਹਦੇ ਵਿੱਚ ਸੀਮਤ ਸੀਗਾ ਕਿਸਾਨ ਸੰਘਰਸ਼, ਤੇ ਉਹਦੇ ਵਿੱਚੋਂ ਇੱਕ ਪਰਟੀਕੁਲਰ ਕਮਿਊਨਿਟੀ ਸੀਗਾ। ਇਹ ਗੱਲ ਰਿਟੋਰਿਕ 'ਚ ਭਾਵੇਂ ਲੀਡਰਸ਼ਿਪ ਦੇ, ਕਿਸਾਨ ਮੋਰਚੇ ਦੀ ਲੀਡਰਸ਼ਿਪ 'ਚ ਨਹੀਂ ਆ ਰਹੀ ਸੀ, ਬਟ ਕੇਂਦਰ ਨੂੰ ਜਾਂ ਕਹਿ ਲਓ ਉਹਨਾਂ ਦੀਆਂ ਏਜੰਸੀਜ਼ ਨੂੰ ਇਸ ਗੱਲ ਕਰਕੇ ਬਿਲਕੁਲ ਕਲੀਅਰ ਸੀਗਾ ਕਿ ਇਹਦੀ ਜਿਹੜੀ ਗਰਾਊਂਡ ਦੇ ਉੱਤੇ ਇਹਦੀ ਫੋਲੋਇੰਗ ਆ, ਜਾਂ ਜਿਹੜੀ ਸਪਿਰਿਟ ਇਹਨੂੰ ਪੁਸ਼ ਕਰ ਰਹੀ ਆ, ਜਾਂ ਜਿਹੜੇ ਲੋਕ ਇਹਦੇ 'ਚ ਪਾਰਟਿਸਿਪੇਟ ਕਰ ਰਹੇ ਆ, ਉਹ ਕਿਹੜੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਆ। ਸੋ ਉਸ ਕਮਿਊਨਿਟੀ ਦੇ ਉੱਤੇ, ਉਹ ਕੱਲੀ ਕਿਸਾਨੀ ਨਹੀਂ ਉਹਦੇ ਤੇ ਇਨਵੋਲਵ ਸੀ, ਉਹਦੇ 'ਚ ਦੁਕਾਨਦਾਰ ਵੀ, ਡਾਇਸਪੋਰਾ ਵੀ, ਈਵਨ ਵੇਖੋ ਆਪਾਂ ਵੇਖਿਆ ਸੀ ਮੋਰਚੇ ਤੇ ਵੀ ਦਿੱਲੀ ਦੇ ਸਿੱਖ ਜਿਨ੍ਹਾਂ ਦਾ ਕੋਈ ਲੈਣ ਦੇਣ ਹੀ ਹੈ ਨਹੀਂ ਕਿਸਾਨੀ ਨਾਲ ਨਾ, ਉਹ ਲੋਕ ਵੀ ਆ ਕੇ ਸਪੋਰਟ ਕਰ ਰਹੇ ਸੀਗੇ, ਜਿਹੜੀ ਐਕਟਿਵ ਸਪੋਰਟ ਕਰ ਰਹੇ ਸੀ। ਤਾਂ ਉਹਦੇ ਤੋਂ ਕਿਹੜਾ ਕਲੀਅਰ ਸੀਗਾ ਕਿ ਵੀ ਇਹ ਇੱਕ ਸਿੱਖ ਕਿਸਾਨੀ ਦਾ ਜਿਹੜੀ ਹੈਗੀ ਆ, ਉਹਦੇ ਇਲਾਵਾ ਸਿੱਖ ਐਟ ਲਾਰਜ ਵੀ ਇਸ ਮੂਵਮੈਂਟ ਨੂੰ ਸਪੋਰਟ ਕਰ ਰਹੇ ਆ। ਤਾਂ ਉਹ ਜਦੋਂ ਉਹ ਫੈਕਟਰ ਜਦੋਂ ਆਉਂਦੇ ਸੀ, ਤਾਂ ਉਹਦੇ ਵਿੱਚ ਜੇ ਡਿਸਟਰਬੈਂਸਿਸ ਹੁੰਦੀਆਂ ਪ੍ਰੈਜ਼ੈਂਟ ਹਾਲਾਤ ਦੇ ਵਿੱਚ, ਤਾਂ ਉਹਦੇ ਕੀ ਅਸਰ ਪੈਂਦੇ ਆ ਸ਼ਾਰਟ ਟਰਮ ਜਾਂ ਲੌਂਗ ਟਰਮ, ਉਹਨਾਂ ਨੂੰ ਵੇਖ ਕੇ ਕਾਨੂੰਨ ਰੱਦ ਕੀਤੇ ਗਏ ਆ। ਹੁਣ ਸ਼ਾਰਟ ਟਰਮ ਅਸਰ ਕੀ ਪੈਂਦੇ ਆ, ਉਹ ਆਪਾਂ ਉਹਦੇ ਤੇ ਆ ਜਾਂਦੇ ਆ ਜੀ। ਸ਼ਾਰਟ ਟਰਮ ਅਸਰ ਸੀ ਕਿ ਇਹ ਨਾਨ ਵਾਇਲੈਂਟ ਮੂਵਮੈਂਟ ਚੱਲ ਰਹੀ ਸੀ, 1 ਸਾਲ ਤੋਂ ਚੱਲ ਰਹੀ ਸੀ, ਤਾਂ ਇਹਦਾ ਦੁਨੀਆ ਭਰ ਦੇ ਵਿੱਚ ਹੀ ਮੋਦੀ ਸਰਕਾਰ ਦੇ ਉੱਤੇ ਕੁਐਸਚਨਸ ਆ ਰਹੇ ਸੀਗੇ, ਉਹਨੂੰ ਹਰ ਜਗ੍ਹਾ ਡਿਪਲੋਮੈਟਿਕ ਪ੍ਰੈਸ਼ਰਸ ਝੱਲਣੇ ਪੈ ਰਹੇ ਸੀ। ਉਹਦੇ ਇਲਾਵਾ ਜਿਹੜੇ ਹਾਲਾਤ ਸੀਗੇ, ਜੀਓਪੋਲਿਟੀਕਲ ਹਾਲਾਤ ਕਹਿ ਲਓ, ਜਾਂ ਇਸ ਖਿੱਤੇ ਦੇ ਜਿਹੜੇ ਅੱਡ-ਅੱਡ ਦੇਸ਼ਾਂ ਦੇ ਹਾਲਾਤ ਸੀ, ਉਹ ਬਦਲ ਚੁੱਕੇ ਸੀ। ਅਫਗਾਨਿਸਤਾਨ ਚੋਂ ਭਾਰਤ ਦਾ ਆਲਮੋਸਟ ਜਿਹੜੀ ਪ੍ਰੈਜ਼ੈਂਸ ਆ ਉਹ ਬਿਲਕੁਲ ਖਤਮ ਹੋ ਗਈ ਸੀ, ਹਾਲਾਤ ਐਸੇ ਬਣ ਗਏ ਸੀ। ਦੂਸਰੇ ਪਾਸੇ ਚੀਨ ਦਾ ਜਿਹੜਾ ਦਬਾਅ ਹੈ, ਚੀਨ ਦਾ ਹੁਣ ਪਿੱਛੇ ਜੇ ਤੁਸੀਂ ਦੇਖਿਆ ਹੋਣਾ, ਬਾਈਡਨ ਤੇ ਸ਼ੀ ਦੀ ਗੱਲਬਾਤ ਹੋਈ ਸੀ, ਜਿਹਦੇ ਵਿੱਚ ਬਾਈਡਨ ਨੇ ਤਕਰੀਬਨ ਤਾਇਵਾਨ ਵਾਲਾ ਪਾਸੇ ਤੋਂ ਚੀਨ ਤੋਂ ਪ੍ਰੈਸ਼ਰ ਖਤਮ ਕਰਤਾ ਹੈ। ਉਹਨੇ ਵਨ ਚਾਈਨਾ ਪਾਲਿਸੀ ਨੂੰ ਮੰਨ ਲਿਆ, ਆਲਮੋਸਟ ਮਤਲਬ ਪ੍ਰੋਸੈਸ ਸ਼ੁਰੂ ਕਰਤਾ ਹੈ ਤਾਇਵਾਨ ਉਹਨੂੰ ਦੇਣ ਦਾ। ਤਾਂ ਉਹ ਦੋ ਫਰੰਟਸ ਜਿਹੜੇ ਇੰਪੋਰਟੈਂਟ ਆ ਚੀਨ ਦੇ, ਇੱਕ ਤਾਂ ਸਾਊਥ ਚਾਈਨਾ ਸੀ ਤਾਇਵਾਨ ਵਾਲਾ ਹਿੱਸਾ, ਇੱਕ ਹੈਗਾ ਤਿੱਬਤ ਉਹਦੇ ਵਾਸਤੇ ਇੰਪੋਰਟੈਂਟ। ਸੋ ਤਾਇਵਾਨ ਵਾਲੇ ਪਾਸਿਓਂ ਤੋਂ ਪ੍ਰੈਸ਼ਰ ਹਟ ਗਿਆ, ਤਾਂ ਉਹਦਾ ਆਬਜੈਕਟਿਵ ਹੁਣ ਤਿੱਬਤ ਵਾਲੇ ਪਾਸੇ ਰਹਿ ਗਿਆ, ਤੇ ਉਹਨੇ ਭਾਰਤ ਦੇ ਉੱਤੇ ਤਿੱਬਤ ਵਾਲੇ ਪਾਸੇ ਕਰਕੇ ਉਹਨੇ ਲਦਾਖ ਦੇ ਉੱਤੇ ਤੇ ਅਰੁਣਾਚਲ ਤੇ ਦਬਾਅ ਵਧਾ ਲਿਆ ਸੀ। ਉਧਰੋਂ ਪਾਕਿਸਤਾਨ ਨੇ ਵੀ ਜਿਹੜੀ ਆਪਦੀ ਡਿਪਲੋਮੈਟਿਕ ਐਫਰਟ ਤਾਂ ਕਰਤਾਰਪੁਰ ਸਾਹਿਬ ਦੇ ਲਾਂਘੇ ਤੋਂ ਕੀਤਾ ਹੀ ਸੀ ਸ਼ੁਰੂ, ਫਿਰ ਉਹਨੇ ਕਸ਼ਮੀਰ 'ਚ ਵੀ ਉਹਦਾ ਇੱਕ ਤਰ੍ਹਾਂ ਦਾ ਪ੍ਰੈਸ਼ਰ ਵੱਧਦਾ ਪਿਆ। ਈਵਨ 370 ਹਟਾਉਣ ਤੋਂ ਬਾਅਦ ਵੀ ਭਾਰਤ ਦੇ ਜਿਹੜੇ ਆਬਜੈਕਟਿਵਸ ਆ ਉਹ ਮੀਟ ਨਹੀਂ ਹੋ ਪਾ ਰਹੇ। ਸੋ ਸਾਰੇ ਪਾਸਿਓਂ ਘਿਰਿਆ ਹੋਇਆ ਸੀ ਭਾਰਤ, ਤੇ ਇਹ ਖਿੱਤਾ ਸਭ ਤੋਂ ਅੱਗੇ ਆਉਂਦਾ। ਤੇ ਜੇ ਆਪਾਂ ਉਹਨਾਂ ਦੇ ਜਿਹੜੇ ਵੱਖ-ਵੱਖ ਬੁਲਾਰੇ ਆ ਜਿਹੜੇ ਅੰਦਰਲੀ ਗੱਲ ਕਰਦੇ, ਜਿਵੇਂ ਹੁਣ ਸੱਤਿਆਪਾਲ ਮਲਿਕ ਹੈਗੇ, ਉਹਨਾਂ ਨੇ 2-3 ਵਾਰ ਆਖਿਆ ਕਿ ਵੀ ਮੈਂ ਮੋਦੀ ਸਾਹਿਬ ਨੂੰ ਸਮਝਾਇਆ, ਤੇ ਕਈ ਜਰਨੈਲਾਂ ਨੇ ਵੀ ਆ ਕੇ ਇਹ ਗੱਲ ਆਖੀ ਹੈ ਕਿ ਸਾਡੇ ਤੋਂ ਗੱਲ ਸੰਭਲਣੀ ਨਹੀਂ। ਕਿਉਂਕਿ ਇਹ ਵੀ ਯਾਦ ਆਪਾਂ ਨੂੰ ਰੱਖਣਾ ਚਾਹੀਦਾ ਕਿ ਜਿਹੜੀ ਫਾਈਟਿੰਗ ਫੋਰਸ ਹੈਗੀ ਆ, ਜਿਹੜੇ ਲੋਕਾਂ ਨੇ ਲੜਨਾ ਹੈ, ਉਹ ਜ਼ਿਆਦਾਤਰ ਸਿੱਖਾਂ ਦੀਆਂ ਸਮਝ ਲਓ 2 ਰੈਜੀਮੈਂਟਸ ਆ, ਸਿੱਖ ਲਾਈਟ ਇਨਫੈਂਟਰੀ ਤੇ ਸਿੱਖ ਰੈਜੀਮੈਂਟ, ਫਿਰ ਜਾਟਾਂ ਦੀਆਂ ਹੈਗੀਆਂ। ਤਾਂ ਇਸੇ ਏਰੀਏ ਚੋਂ ਜਿਹੜਾ ਇਹ ਨਾਰਥ ਆ, ਇਹਦੇ ਵਿੱਚੋਂ ਹੀ ਲੋਕ ਆਉਂਦੇ ਆ। ਤੇ ਜੇ ਭਾਰਤ ਦਾ ਇਤਿਹਾਸ ਵੀ ਵੇਖੀਏ, ਤਾਂ ਜਿਹੜਾ ਅਗਰੇਰੀਅਨ ਰਿਵੋਲਟਸ ਜਾਂ ਅਗਰੇਰੀਅਨ ਲੋਕਾਂ ਦੀ ਆਪਣਾ ਪੁਸ਼ ਨਾਲ ਜਿਹੜੇ ਰਿਵੋਲਟ ਖੜੇ ਹੋਏ ਸੀ, ਚਾਹੇ ਉਹ ਮੁਗਲ ਨਾਰਥ ਦੇ ਵਿੱਚ ਵੀ ਖੜਾ ਹੋਇਆ ਸੀ, ਉਹ ਮੁਗਲ ਰਾਜ ਨੂੰ ਵੀ ਲੈ ਕੇ ਬੈਠ ਗਿਆ ਸੀ ਬਿਲਕੁਲ ਹੀ।
ਬਾਬਾ ਬੰਦਾ ਬਹਾਦਰ ਵੇਲੇ ਜਿਹੜਾ ਰਿਵੋਲਟ ਖੜਾ ਹੋਇਆ ਸੀ ਮੁਗਲਾਂ ਦੇ ਉਲਟ, ਉਹਨੇ ਤਕਰੀਬਨ ਮੁਗਲ ਰਾਜ ਦੀਆਂ ਚੂੜਾਂ ਪੱਟਦੀਆਂ ਸੀਗੀਆਂ। ਤਾਂ ਉਹ ਵੀ ਇਸੇ ਨਾਰਥ ਚੋਂ, ਇਸੇ ਇਲਾਕੇ ਚੋਂ, ਜੇ ਤੁਸੀਂ ਵੇਖੋ ਜਿਹੜੇ ਚੋਂ ਇਹ ਖੜਾ ਹੋਇਆ ਸੀ ਬਿਲਕੁਲ ਇਸੇ ਇਲਾਕੇ ਚੋਂ ਹੀ ਉਹ ਖੜਾ ਹੋਇਆ ਸੀ, ਚਾਹੇ ਉਹ ਜਾਟਾਂ ਦਾ ਇਲਾਕੇ ਚੋਂ ਸ਼ੁਰੂ ਹੋਇਆ ਜਿੱਥੋਂ ਆਪਣਾ ਬਾਬਾ ਬੰਦਾ ਬਹਾਦਰ ਨੇ ਆ ਕੇ ਪਹਿਲਾਂ ਪੜਾਅ ਪਾਇਆ ਤੇ ਉਦੋਂ ਬਾਅਦ ਉਹ ਪੰਜਾਬ ਵੱਲ ਵਧੇ, ਤਾਂ ਉਹਨੇ ਹਾਲਾਤ ਸੀ ਉਵੇਂ। ਤਾਂ ਇਹ ਹਿਸਟਰੀ ਤੋਂ ਵੀ ਆਪਾਂ ਨੂੰ ਇਹ ਕਈ ਚੀਜ਼ਾਂ ਮਿਲਦੀਆਂ ਸੀ। ਸੋ ਇਹ ਸਾਰੇ ਫੈਕਟਰਸ ਕਰਕੇ ਜਿਹਦੇ ਚ ਪ੍ਰੀਡੋਮੀਨੈਂਟ ਸਿੱਖ ਫੈਕਟਰ ਸੀ, ਤੇ ਉਹਨਾਂ ਨੇ ਗੁਰਪੁਰਬ ਵਾਲੇ ਦਿਨ, ਇਹ ਤਾਂ ਮੈਂ ਕਹਿੰਦਾ ਸ਼ਾਰਟ ਟਰਮ ਜੋ ਉਹਨਾਂ ਨੂੰ ਨਜ਼ਰ ਆ ਰਿਹਾ ਸੀ ਸਾਹਮਣੇ, ਇਮੀਡੀਏਟਲੀ ਸਾਡੇ ਸਿਰ ਤੇ ਇਹ ਪ੍ਰੋਬਲਮ ਆਈ ਵੀ ਆ ਤੇ ਇਹਨੂੰ ਹੱਲ ਕਰੀਏ। ਦੂਸਰੀ ਜਿਹੜੀ ਵੱਡੀ ਪ੍ਰੋਬਲਮ ਉਹਨਾਂ ਵਾਸਤੇ ਸੀ ਕਿ ਲਾਰਜਰ ਸਪੈਨ ਦੇ ਉੱਤੇ, ਲੈਟਸ ਸੇ 100 ਸਾਲ ਦੇ ਉੱਤੇ ਜਾਂ 60 ਸਾਲ ਜਾਂ 70 ਸਾਲ ਦੇ ਉੱਤੇ ਇਸ ਏਰੀਆ ਨੂੰ ਸਟੇਬਲ ਰੱਖਣਾ ਤਾਂ ਕਿਵੇਂ ਰੱਖਿਆ ਜਾ ਸਕਦਾ। ਤਾਂ ਇੱਕ ਤਰ੍ਹਾਂ ਉਹਦੇ ਵਿੱਚ ਵੀ ਜਿਹੜੇ ਸੰਘ ਦੇ ਲੋਕ ਸੀ, ਜਿਹੜੇ ਆਈਡੀਓਲੋਜੀਕਲੀ ਪੁਰਾਣੇ ਸੰਘ ਦੇ ਲੋਕ ਹੈਗੇ, ਜਿਹੜੇ ਸਾਵਰਕਰ ਦੀ ਥਾਟ ਨੂੰ ਫੋਲੋ ਕਰਦੇ ਆ, ਤਾਂ ਜੇ ਆਪਾਂ ਉਹਦੇ ਵਿੱਚ ਵੇਖੀਏ ਤਾਂ ਸਿੱਖ ਉਹਨਾਂ ਦੇ ਸਾਰੇ ਜਿਹੜਾ ਉਹ ਆਪਣਾ ਵੱਡਾ ਭਾਰਤ, ਅਖੰਡ ਭਾਰਤ ਦੀ ਸੋਚ ਸੋਚਦੇ ਆ, ਉਹਦੇ ਵਿੱਚ ਸਿੱਖ ਬਹੁਤ ਇੰਪੋਰਟੈਂਟ ਉਹਨਾਂ ਵਾਸਤੇ ਇੱਕ ਪਾਰਟ ਹੈਗੇ ਆ, ਇੱਕ ਚਾਹੇ ਆਪਾਂ ਤੁਹਾਨੂੰ ਟੂਲ ਹੀ ਕਵਾਂਗੇ ਜਾਂ ਇਹ ਕਹਿ ਲਓ ਵੀ ਉਹਨਾਂ ਦੇ ਸਾਰੀ ਗੇਮ ਪਲਾਨ ਦਾ ਉਹ ਹਿੱਸਾ ਹੈਗੇ। ਜੇ ਸਿੱਖਾਂ ਵਾਲਾ ਏਰੀਆ ਵਿਗੜਦਾ ਹੈ ਤਾਂ ਉਹ ਉਹਨਾਂ ਵਾਸਤੇ ਪ੍ਰੋਬਲਮ ਆਉਂਦੀ ਹੈ, ਜੇ ਸਿੱਖ ਉਹਨਾਂ ਤੋਂ ਦੂਰ ਹੁੰਦੇ ਆ। ਤਾਂ ਉਹ ਵੀ ਉਹਨਾਂ ਨੇ ਇੱਕ ਤਰ੍ਹਾਂ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਡੀਲ ਅਸੀਂ ਮੁਸਲਮਾਨਾਂ ਨਾਲ ਕਰਦੇ ਆ ਉਹ ਅਸੀਂ ਤੁਹਾਡੇ ਨਾਲ ਨਹੀਂ ਕਰਦੇ, ਅਸੀਂ ਤੁਹਾਡੇ ਨਾਲ ਡਿਫਰੈਂਟ ਡੀਲ ਕਰਨਾ ਚਾਹੁੰਦੇ ਹਾਂ। ਤਾਂ ਕਿਵੇਂ ਨਾ ਕਿਵੇਂ ਅਸਿਮੀਲੇਸ਼ਨ ਵਾਲਾ ਜਿਹੜਾ ਪ੍ਰੋਸੈਸ ਆ ਉਹਨੂੰ ਪੂਰਾ ਕਰਨਾ ਕਹਿ ਲਓ, ਜਾਂ ਅਪੀਜ਼ਮੈਂਟ ਵਾਲਾ ਕਹਿ ਲਓ, ਕਿ ਉਹ ਤਾਂ ਕਿ ਉਹਨਾਂ ਦਾ ਜਿਹੜਾ ਵਾਸਟਰ ਗੇਮ ਪਲਾਨ ਆ ਉਹਦੇ ਵਿੱਚ ਕੋਈ ਨਿੱਕੀ ਮੋਟੀ ਜਾਂ ਵੱਡੀ ਡਿਸਟਰਬੈਂਸ ਨਾ ਐਸੀ ਕ੍ਰੀਏਟ ਹੋਵੇ ਜਿਹੜੀ ਹੋਵੇ। ਕਿਉਂਕਿ ਆਈਡੀਓਲੋਜੀਕਲੀ ਜਿਹੜਾ ਹੈਗਾ ਉਹ ਸਾਵਰਕਰ ਦੀ ਥਾਟ ਆ ਜਾਂ ਉਹ ਆ, ਤਾਂ ਉਹ ਇਹਨੂੰ ਇੱਕ ਹਿੰਦੂ ਸੈਕਟ ਵਾਂਗੂ ਹੀ ਬਣਾਉਣਾ ਚਾਹੁੰਦੇ ਆ ਜਾਂ ਹਿੰਦੂ ਪਾਰਟ ਦਾ ਹਿੱਸਾ ਬਣਾਉਣਾ ਚਾਹੁੰਦੇ ਆ। ਤਾਂ ਉਸ ਤਰੀਕੇ ਨਾਲ ਡੀਲ ਕਰਕੇ ਵਿਖਾਉਣਾ ਚਾਹੁੰਦੇ ਆ ਤਾਂ ਕਿ ਲਾਰਜ ਸੈਕਸ਼ਨ ਇਸ ਵਰਗਲਾਈ ਜਾ ਸਕੇ, ਜਾਂ ਸਮਝ ਲਓ ਕਿ ਵੀ ਇਹ ਉਹਨੂੰ ਕਿਹਾ ਜਾ ਸਕੇ ਕਿ ਤੁਸੀਂ ਸਾਡਾ ਪਾਰਟ। ਥਰਡ ਜਿਹੜਾ ਮੇਰੇ ਖਿਆਲ ਨਾਲ ਇਮੀਡੀਏਟ ਫੈਕਟਰ ਆਏ, ਉਹ ਜਿਹੜਾ ਪਿੱਛੇ ਵੇਖੋ ਕਈ ਵਾਰੀ ਨਾ ਟਿਲਟਿੰਗ ਫੈਕਟਰਸ ਵੀ ਹੁੰਦੇ ਆ, ਜਿਵੇਂ ਫੋਰ ਐਗਜ਼ਾਮਪਲ ਨਮਾਜ਼ ਵਾਸਤੇ ਜਗ੍ਹਾ ਦੇਤੀ ਗੁੜਗਾਉਂ ਦੇ ਵਿੱਚ, ਤਾਂ ਉਹਨਾਂ ਨੇ ਉਹ ਜਿਹੇ ਫੈਕਟਰਸ ਨੇ, ਜਦੋਂ ਇੰਟੈਲੀਜੈਂਸ ਆਈ ਹੋਊਗੀ, ਇਨਪੁਟ ਆਈ ਹੋਊਗੀ, ਤਾਂ ਉਹਨਾਂ ਨੇ ਪ੍ਰੈਸ਼ਰਸ ਪਾਏ ਹੋਣਗੇ। ਸੋ ਸਿੱਖਾਂ ਵਾਲੇ ਨਜ਼ਰੀਏ ਤੋਂ, ਮਤਲਬ ਮੈਂ ਜੇ ਟੋਟਲ ਸਪੈਨ ਤੇ ਲਈਏ ਕਿ ਵੀ ਆਪਾਂ ਉੱਥੇ ਰੈਜ਼ੀਲੀਅੰਸ ਸੀਗੀ, ਲੜ ਰਹੇ ਸੀ, ਠੀਕ ਆ, ਬੈਠੇ ਸੀ, ਤਾਂ ਮੈਂ ਪਰਸਨਲੀ ਉਹਨੂੰ ਕੋਈ 20% ਵੇਟੇਜ ਦੇਵਾਂਗਾ, 80% ਮੈਂ ਵੇਟੇਜ ਦੇਵਾਂਗਾ ਕਿ ਜਿਹੜੀ ਉਹਦਾ ਇੰਪੈਕਟ ਸਿੱਖ ਪੋਪੂਲੇਸ਼ਨ ਤੇ ਹੋ ਰਿਹਾ ਸੀ। ਬਿਲਕੁਲ ਜੀ। ਜਿਵੇਂ ਮੰਨਿਆ ਵੀ ਜਾਂਦਾ ਹੈ ਕਿ ਬੀਜੇਪੀ ਦੇ ਵਿੱਚ ਜਿਹੜੇ ਦੋ ਲੋਬੀਜ਼ ਨੇ, ਇੱਕ ਜਿਹੜੀ ਰਾਜਨਾਥ ਸਿੰਘ ਵਾਲੀ ਆ ਜਿਹਦੇ ਵਿੱਚ ਸੱਤਿਆਪਾਲ ਮਲਿਕ ਹੋਣੀ ਆਉਂਦੇ ਆ, ਗਡਕਰੀ ਹੋਣੀ ਆਉਂਦੇ ਆ, ਤਾਂ ਉਹ ਲੌਂਗ ਰਨ ਦੀ ਜਿਹੜੀ ਸੋਚ ਕੇ ਚੱਲਦੇ ਆ, ਉਹਦੇ ਤਹਿਤ ਉਹ ਪੈਂਪਰ ਵੀ ਕਰ ਰਹੇ ਨੇ ਸਿੱਖਾਂ ਨੂੰ ਉਸ ਢੰਗ ਦੇ ਨਾਲ, ਤੇ ਉਹਨਾਂ ਦੀਆਂ ਸਪੀਚਸ ਦੇ ਵਿੱਚ ਵੀ ਇਹ ਗੱਲ ਦੇਖਣ ਨੂੰ ਮਿਲਦੀ ਆ। ਇੱਕ ਯੂਐਸ ਦੀ ਜਿਹੜੀ ਇੱਕ ਰਿਪੋਰਟ ਆ ਉਹਨਾਂ ਦੀ ਸੈਕਟਰੀ ਆਫ ਡਿਫੈਂਸ ਦੀ, ਜਿਹੜੀ ਪੂਰੇ ਸਾਲ ਦੀ ਐਨੂਅਲ ਰਿਪੋਰਟ ਦੇ ਵਿੱਚ ਜਿਹੜੀਆਂ ਮਿਲਟਰੀ ਡਿਵੈਲਪਮੈਂਟਸ ਹੋਈਆਂ, ਸਿਕਿਉਰਿਟੀ ਦੇ ਪੱਖ ਤੋਂ ਡਿਵੈਲਪਮੈਂਟਸ ਹੋਈਆਂ, ਤਾਂ ਉਹ ਮੇਨਲੀ ਫੋਕਸ ਇਸ ਵਾਰ ਜਿਹੜੀ ਸੀ ਉਹ ਚਾਈਨਾ ਦੇ ਉੱਪਰ ਸੀ, ਜਿਹੜਾ ਰਿਪਬਲਿਕ ਆਫ ਚਾਈਨਾ PRC ਦੇ ਉੱਪਰ। ਤਾਂ ਉਹਦੇ ਵਿੱਚ ਇੱਕ ਛੋਟਾ ਜਿਹਾ ਸੈਕਸ਼ਨ ਉਹਨਾਂ ਨੇ ਪਾਇਆ ਆ ਕਿ ਜਿਹੜੀ ਇੰਡੀਆ ਚਾਈਨਾ ਬਾਰਡਰ ਦਾ ਸਟੈਂਡ ਆਫ, ਤਾਂ ਉਹਦੇ ਵਿੱਚ ਉਹਨਾਂ ਨੇ ਇੱਕ ਸਪੈਸ਼ਲੀ ਇੱਕ ਚੀਜ਼ ਮੈਂਸ਼ਨ ਕੀਤੀ ਆ ਕਿ ਜਿਹੜੇ ਕਸਟਮਰਲੀ ਜਿਹੜੇ ਏਰੀਆਜ਼ ਇੰਡੀਆ ਦੇ ਬਾਰਡਰ ਦੇ ਵਿੱਚ ਆਉਂਦੇ ਆ, ਤਾਂ ਚਾਈਨਾ ਨੇ ਉਹਦੇ ਵਿੱਚ ਜਿਹੜਾ ਆ ਵੀ ਇੰਟਰਫੇਅਰ ਕੀਤਾ ਆ, ਉੱਥੇ ਕਲੋਨੀਜ਼ ਬਣਾਈਆਂ ਨੇ। ਤਾਂ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ? ਜਿਵੇਂ ਆਪਾਂ ਪਿਛਲੇ ਕਈ ਸਮੇਂ ਤੋਂ ਦੇਖਦੇ ਆ ਰਹੇ ਹਾਂ, ਜਿਵੇਂ ਹੁਣ ਹਾਲ ਹੀ NDTV ਨੇ ਉਹ ਜਿਹੜੀਆਂ ਵਾ ਸੈਟੇਲਾਈਟ ਪਿਕਚਰਸ ਰਿਲੀਜ਼ ਕੀਤੀਆਂ ਆ ਕਿ ਚਾਈਨਾ ਲਗਾਤਾਰ ਜਿਹੜਾ ਬਾਰਡਰ ਦੀ ਵਾਇਲੇਸ਼ਨ ਕਰਕੇ ਅੱਗੇ ਆ ਰਿਹਾ, ਤਾਂ ਉੱਥੇ ਆਪਣੀਆਂ ਜਿਹੜੀਆਂ ਨਵੀਆਂ ਕਲੋਨੀਜ਼ ਵਸਾ ਰਿਹਾ। ਇਸ ਪ੍ਰੈਸ਼ਰ ਨੂੰ ਤੁਸੀਂ ਕਿਵੇਂ ਦੇਖਦੇ ਹੋ? ਪਹਿਲੀ ਗੱਲ ਤਾਂ ਵੇਖੋ ਜੀ, ਇਹਨੂੰ ਥੋੜਾ ਜਿਹਾ ਆਪਾਂ ਨੂੰ ਪਿੱਛੇ ਜਾਣਾ ਪਊਗਾ। ਸ਼ੀ ਜਿਨਪਿੰਗ ਨੇ ਦੋ ਚੀਜ਼ਾਂ ਕੀਤੀਆਂ ਹੈਗੀਆਂ। ਉਹਨੇ ਪਹਿਲੀ ਗੱਲ ਤਾਂ ਇਹ ਸਟੇਟ ਕੀਤਾ ਸੀ ਸਾਲ ਦੇ ਸ਼ੁਰੂ ਚ ਕਿ ਬਈ ਚੀਨ ਜਿੱਥੇ ਵੀ ਕਿਤੇ ਉਹਦੇ ਸਾਡੇ ਬਜ਼ੁਰਗਾਂ ਨੇ ਆਪਦੀ ਸੋਵਰੈਨਿਟੀ ਕਹਿ ਲਓ ਜਾਂ ਉਹਦਾ ਪਾਤਸ਼ਾਹੀ ਦਾਅਵਾ ਕਾਇਮ ਕੀਤਾ ਸੀ, ਚੀਨ ਉਸ ਹਰੇਕ ਇੰਚ ਨੂੰ ਆਪਦੀ ਨੂੰ ਵਾਪਸ ਲਊਗਾ। ਤਾਂ ਇਹ ਏਰੀਆਜ਼ ਜਿਹੜੇ ਸੀ, ਚਾਹੇ ਨੇਪਾਲ ਆ, ਚਾਹੇ ਨੇਪਾਲ ਦੇ ਅਗਾਂਹ ਤੱਕ ਨੇਪਾਲ ਫੈਲੇ ਹੋਏ ਸੀ, ਗੁਰਖਾ ਰਾਜ ਫੈਲਿਆ ਸੀ, ਚਾਹੇ ਲਦਾਖ ਆ, ਚਾਹੇ ਪ੍ਰੈਜ਼ੈਂਟ ਅਰੁਣਾਚਲ ਪ੍ਰਦੇਸ਼ ਆ, ਇਹ ਸਾਰੇ ਉਹਦੇ ਸਪੈਨ ਚ ਆਉਂਦੇ ਸੀ। ਮਤਲਬ ਕਿਸੇ ਨਾ ਕਿਸੇ ਸਮੇਂ ਜਦੋਂ ਚੀਨ ਪਾਵਰਫੁਲ ਸੀ ਤਾਂ ਇਹ ਇਲਾਕੇ ਚੀਨ ਦੀ ਪ੍ਰਭੂ ਸੱਤਾ ਨੂੰ ਮੰਨਦੇ ਸੀ ਤੇ ਉਹਦੇ ਤਹਿਤ ਸੀ, ਚਾਹੇ ਲਦਾਖ ਦਾ ਰਾਜਾ ਸੀ, ਚਾਹੇ ਗੁਰਖੇ ਸੀਗੇ, ਹਨਾ। ਤੇ ਇਹ ਤਾਂ ਲਾਰਜਰ ਆਬਜੈਕਟਿਵ ਦੇ ਵਿੱਚ ਜਿਹੜਾ ਚਾਈਨਾ ਹੈਗਾ, ਉਹ ਚਾਈਨਾ ਆਪਦੇ ਆਪ ਨੂੰ ਜਦੋਂ ਅੰਦਰ ਬੈਠ ਕੇ ਆਪਦੇ ਨਕਸ਼ੇ ਵੇਖਦੇ ਆ ਤਾਂ ਉਹ ਇਹ ਸਮਝਦੇ ਆ ਕਿ ਅਸੀਂ ਉੱਥੋਂ ਤੱਕ ਤਾਂ ਘੱਟੋ ਘੱਟ ਵਧਣਾ ਹੈ। ਤਾਂ
ਪਹਿਲੀ ਗੱਲ ਤਾਂ ਉਹਦੇ ਐਗਰੈਸ਼ਨ ਦਾ ਕਾਰਨ ਇਹ ਹੈਗਾ ਕਿ ਵੀ ਉਹਨੇ ਬਿਲਕੁਲ ਕਲੀਅਰ ਹੈਗੇ ਉਹ ਕਿ ਵੀ ਅਸੀਂ ਚਾਹੇ 50 ਸਾਲਾਂ 'ਚ ਚਾਹੇ 5 ਸਾਲਾਂ 'ਚ ਚਾਹੇ 10 ਸਾਲਾਂ 'ਚ ਉਹਨਾਂ ਦਾ ਕਾਂਸਟੈਂਟ ਐਫਰਟ ਰਹੂਗਾ ਕਿ ਵੀ ਉਹ ਇਹਨਾਂ ਏਰੀਆਜ਼ ਨੂੰ ਰੀਕਲੇਮ ਕਰਨ, ਦੁਬਾਰਾ ਇਹਨਾਂ ਦੇ ਉੱਤੇ ਉਹ ਆਉਣ। ਜਦੋਂ ਦੁਬਾਰਾ ਇਹਨਾਂ ਤੇ ਆਉਣ ਦੀ ਗੱਲ ਕਰਦੇ ਤੇ ਜਿਵੇਂ ਜਿਵੇਂ ਉਹਦੀ ਤਾਕਤ ਵਧੀ ਜਾਊਗੀ ਉਹ ਆਸੇ-ਪਾਸੇ ਨੂੰ ਪੁਸ਼ ਕਰਦਾ ਰਹੂਗਾ। ਉਹ ਇਕੱਲੇ ਭਾਰਤ ਵਾਲੇ ਪਾਸੇ ਨਹੀਂ, ਸਾਊਥ ਚਾਈਨਾ ਸੀ ਵਾਲੇ ਪਾਸੇ ਵੀ, ਉਹ ਮੰਗੋਲੀਆ ਵਾਲੇ ਪਾਸੇ ਵੀ, ਕਿਰਗਿਸਤਾਨ ਜਿੰਗਯਾਂਗ ਵਾਲੇ ਪਾਸੇ ਵੀ, ਸਾਰੇ ਪਾਸੇ ਉਹ ਇਸ ਤਰੀਕੇ ਨਾਲ ਵਧੂਗਾ। ਚਾਹੇ ਉਹਨੂੰ ਫਿਜ਼ੀਕਲੀ ਕਾਬਜ ਹੋਵੇ, ਚਾਹੇ ਉਹ ਕਿਸੇ ਫਿਡਿਊਸ਼ਰੀ ਦੇ ਥਰੂ, ਮਤਲਬ ਕਿਸੇ ਹੋਰ ਆਪਣੇ ਜਿਹੜੇ ਉਹਦੀ ਮੰਨਦੇ ਆ ਈਨ ਉਹਦੇ ਥਰੂ ਕਾਬਜ ਹੋਵੇ, ਤਾਂ ਉਹ ਹੀ ਕੋਸ਼ਿਸ਼ ਕਰਦਾ ਰਹੂਗਾ। ਸੈਕਿੰਡ ਆਉਂਦੀ ਹੈ ਗੱਲ ਜਿਹੜੀ ਆਪਾਂ ਰਿਪੋਰਟ ਦੀ ਕਰਦੇ ਆ, ਤਾਂ ਇਹ ਜਿਹੜਾ ਕਨਸੈਪਟ ਉਹਨਾਂ ਨੇ ਉੱਥੇ ਕਾਲੋਨੀਜ਼ ਤੋਂ ਬਿਯੋਂਡ ਜਾ ਕੇ ਨਾ ਜੀ, ਉਹਨਾਂ ਨੇ ਉੱਥੇ LAC ਤੇ ਲਾਈਨ ਆਫ ਐਕਚੁਅਲ ਕੰਟਰੋਲ ਜਿਹੜੀ ਉਹ ਬਿਲਕੁਲ ਐ ਕਲੀਅਰ ਬਾਰਡਰ ਨਹੀਂਗਾ, ਉਹ ਐ ਏਰੀਆ ਜਾਏ ਕਿ ਹਾਂ ਵੀ ਇੱਥੇ ਕਿਤੇ ਲਾਈਨ ਆਫ ਐਕਚੁਅਲ ਕੰਟਰੋਲ ਆ। ਮਤਲਬ ਜਿਵੇਂ ਕੋਈ ਕਿਤੇ ਉਹ ਮਤਲਬ ਐ ਲਾਈਨ ਨਹੀਂ ਜਿਵੇਂ ਪਾਕਿਸਤਾਨ ਤੇ ਭਾਰਤ ਦੀ ਬਾਰਡਰ ਦੀ ਲਾਈਨ ਆ, ਜਿਵੇਂ ਆਪਾਂ ਪੰਜਾਬ 'ਚ ਵੇਖਦੇ ਹਾਂ ਕਿ ਜਿੱਥੇ ਆਪਾਂ ਫੈਂਸ ਵੀ ਕਰ ਸਕਦੇ ਹਾਂ, ਉੱਥੇ ਐ ਨਹੀਂ ਹੋ ਸਕਦਾ। ਉੱਥੇ ਡਿਮਾਰਕੇਟਡ ਨਹੀਂ ਗੀ ਬਿਲਕੁਲ, ਮੋਟਾ ਜਿਹਾ ਅੰਦਾਜ਼ਾ ਵੀ ਕਿ ਇੱਥੇ ਚੀਨ ਹੈ, ਇੱਧਰ ਭਾਰਤ ਦੀ ਫੌਜਾਂ ਹੈਗੀਆਂ ਜਿੱਥੇ ਐਕਚੁਅਲੀ ਬੈਠੇ ਹੈਗੇ ਫੌਜਾਂ। ਤਾਂ ਉਹਨਾਂ ਨੇ ਉੱਥੇ ਜਿਹੜੀ ਇਹ ਰਿਪੋਰਟ ਹੈਗੀ ਹੈ, ਕਹਿੰਦੀ ਉਹਨਾਂ ਨੇ 2 ਪਿੰਡ ਵਸਾਏ ਆ। ਪਰ ਲਾਰਜਲੀ ਕੁਝ ਮਹੀਨੇ ਪਹਿਲਾਂ ਇੱਕ ਰਿਪੋਰਟ ਹੋਰ ਛਪੀ ਸੀ ਜਿਸ ਤੋਂ ਪਤਾ ਲੱਗਿਆ ਕਿ LAC ਦੇ ਉੱਤੇ ਲਾਈਨ ਆਫ ਐਕਚੁਅਲ ਕੰਟਰੋਲ ਦੇ ਨਾਲ ਉਹਨਾਂ ਨੇ ਤਕਰੀਬਨ 650 ਕੇ 680 ਨਿੱਕੇ ਪਿੰਡ ਵਸਾਤੇ ਹੈ। ਉਹ ਪਿੰਡਾਂ ਨੂੰ ਉਹ ਸ਼ਿਓਂਗਕਾਂਗ, ਮੈਂ ਪ੍ਰੋਨਾਂਸ ਨਹੀਂ ਕਰ ਸਕਦਾ ਚਾਈਨੀਜ਼ ਕਈ ਵਾਰੀ, ਠੀਕ ਹੈ, ਸ਼ਿਓਂਗਕਾਂਗ ਕੇ ਕੀ ਆ ਇਹ ਕਨਸੈਪਟ ਹੈਗਾ ਉਹਨਾਂ ਦਾ, ਉਸ ਬੇਸਿਸ ਤੇ ਉਹ ਪਿੰਡ ਵਸੇ ਆ। ਉਹਦੇ ਵਿੱਚ ਉਹਨਾਂ ਨੇ ਚਾਈਨੀਜ਼ ਫਿਲਾਸਫੀ ਨੂੰ ਜਾਂ ਚਾਈਨੀਜ਼ ਥਾਟ ਨੂੰ ਜਾਂ ਚਾਈਨੀਜ਼ ਫਲਸਫੇ ਨੂੰ ਐਗਜ਼ਿਬਿਟ ਕੀਤਾ ਪੂਰੇ ਤਰੀਕੇ ਨਾਲ। ਐਗਜ਼ਿਬਿਟ ਤੋਂ ਮਤਲਬ ਇਹ ਹੈ ਕਿ ਉਹਨਾਂ ਦੀ ਇਹ ਥਾਟ ਹੈ, ਕਨਫਿਊਸ਼ਨ ਥਾਟ ਹੈ, ਤਕਰੀਬਨ 2-3 ਹਜ਼ਾਰ ਸਾਲ ਪੁਰਾਣੀ, ਜਿਹੜੀ ਕਿ ਆਪਣੇ ਨੇਟਿਵ ਆਪਣੇ ਵਾਲੇ ਪਾਸੇ ਵੀ ਹੈਗੀ ਆ, ਕਿ ਇਨਸਾਨ ਜਿਹੜਾ ਹੈ ਉਹ ਜਦੋਂ ਮੋਡਰੇਟਲੀ ਰਿਚ ਹੁੰਦਾ, ਮਤਲਬ ਕਿ ਉਹ ਨਾ ਤਾਂ ਗਰੀਬ ਹੋਵੇ ਤੇ ਨਾ ਹੀ ਇੰਨਾ ਅਮੀਰ ਹੋਵੇ ਕਿ ਜੀਵਨ ਉਹਦਾ ਵਿਲਾਸਤਾ 'ਚ ਡੁੱਬ ਜੇ, ਤੇ ਉਹ ਮੋਡਰੇਟਲੀ ਰਿਚ ਹੁੰਦਾ, ਕਿਰਤ ਕਰਦਾ ਤੇ ਉਹਨੂੰ ਚੰਗਾ ਖਾਣ ਨੂੰ ਮਿਲਦਾ, ਤੇ ਉਹਦੇ ਖਾਣੇ ਦਾ ਖਰਚਾ ਜਿਹੜਾ 30% ਆਫ ਹਿਸ ਇਨਕਮ ਹੁੰਦਾ ਜਾਂ 25 ਤੋਂ 35% ਦੇ ਵਿੱਚ ਹੁੰਦਾ, ਤੇ ਬਾਕੀ ਚੀਜ਼ਾਂ ਕਿਰਤ ਕਰਨ ਦੇ ਉਹਨੂੰ ਸੰਭਾਵਨਾਵਾਂ ਮਿਲਦੀਆਂ, ਤਾਂ ਉਹ ਜੀਵਨ ਉਹਦਾ ਸਭ ਤੋਂ ਚੰਗਾ ਹੁੰਦਾ, ਉਹ ਹੈਪੀ ਜੀਵਨ ਉਦੋਂ ਬਤੀਤ ਕਰਦਾ। ਸੋ ਉਹਦੇ ਉੱਤੇ ਬੇਸਡ ਆ, ਉਸ ਕਨਸੈਪਟ ਦੇ ਉੱਤੇ ਬੇਸਡ ਉਹ ਵਿਲੇजेस ਹੈਗੇ। ਹੋਰ ਵੀ ਕੋਈ ਉਹਨਾਂ ਦੇ ਕਨਸੈਪਟਸ ਹੋਣੇ ਆ ਜਿਹਦੇ ਤੇ ਉਹ ਬੜੇ ਸੋਹਣੇ ਪਿੰਡ ਵਸਾਤੇ ਆ। ਉਹ ਹੁਣ ਕੀ ਕਰ ਰਹੇ ਆ ਕਿ ਇਧਰਲੀ ਪੋਪੂਲੇਸ਼ਨ ਨੂੰ, ਜਿਹੜੀ ਚਾਹੇ ਅਰੁਣਾਚਲ 'ਚ ਬੈਠੀ ਆ ਚਾਹੇ ਲਦਾਖ 'ਚ, ਉਹਨੂੰ ਕਿਵੇਂ ਨਾ ਕਿਵੇਂ ਉਧਰ ਲੈ ਜਾਂਦੇ ਆ, ਤੇ ਉੱਥੇ ਫਿਰ ਉਹ ਵਿਖਾਉਂਦੇ ਆ ਆਪਦਾ ਲਿਵਿੰਗ ਸਟਾਈਲ। ਤਾਂ ਇੱਕ ਤਰ੍ਹਾਂ ਦਾ ਉਹ ਕਲਚਰਲ ਇਨਵੇਜਨ ਵੀ ਆ ਭਾਰਤ ਦੇ ਹਿੱਸੇ ਦੇ ਵਿੱਚ, ਤਾਂ ਕਿ ਕੱਲ ਨੂੰ ਇਹਦਾ ਮਤਲਬ ਬੜਾ ਕਲੀਅਰ ਆ ਕਿ ਇਹਦਾ ਮਤਲਬ ਆ ਕਿ ਕੱਲ ਨੂੰ ਵਧਣਾ ਚਾਹੁੰਦੇ ਇਸ ਪਾਸੇ, ਤੇ ਜਦੋਂ ਵਧਣਗੇ ਤਾਂ ਉਹਨਾਂ ਨੂੰ ਲੋਕਲ ਪੋਪੂਲੇਸ਼ਨ ਜਿਹੜੀ ਹੈਗੀ ਆ ਉਹ ਸਪੋਰਟ ਚਾਵੇ, ਲੋਕਲ ਪੋਪੂਲੇਸ਼ਨ ਉਹਨੂੰ ਠੀਕ ਸਮਝੇ। ਸੋ ਇਸ ਤਰੀਕੇ ਦੀ ਐਗਰੈਸ਼ਨ ਆ, ਇਹ ਭਾਰਤ ਨੂੰ ਪਤਾ ਹੈਗਾ। ਜਿਹੜੀਆਂ ਆਪਾਂ, ਕਿਉਂਕਿ ਜਦੋਂ ਤੁਹਾਡੇ ਮੇਰੇ ਕੋਲੇ ਕੋਈ ਛਾਪ ਕੇ ਰਿਪੋਰਟ ਆਉਂਦੀ ਆ, ਉਦੋਂ ਤੱਕ ਉਹ ਇਨਸੀਡੈਂਟ ਬਹੁਤ ਪੁਰਾਣਾ ਹੋ ਚੁੱਕਿਆ ਹੁੰਦਾ, ਬਹੁਤ ਜ਼ਿਆਦਾ ਡੀਕਲਾਸੀਫਾਈ ਕਰ ਦਿੱਤਾ ਗਿਆ ਹੁੰਦਾ। ਉਹ ਮਤਲਬ ਗੱਲ ਇਹ ਹੋ ਜਾਂਦੀ ਹੈ ਕਿ ਹਾਂ ਵੀ ਇਹ ਦੱਸਿਆ ਜਾ ਸਕਦਾ ਆਮ ਪਬਲਿਕ ਨੂੰ, ਪਰ ਜਿਹੜੀਆਂ ਰਿਪੋਰਟਸ ਜੋ ਅੱਜ ਹੈ ਉੱਥੇ ਹੋ ਰਿਹਾ ਹੋਊਗਾ ਉਹ ਆਪਾਂ ਨੂੰ ਨਹੀਂ ਪਤਾ ਹੋਊਗਾ, ਬਟ ਡੈਫੀਨੇਟਲੀ ਉੱਥੇ ਅੱਗੇ ਪਿੱਛੇ ਕੀ ਹੋ ਰਿਹਾ ਹੈ ਕਿਵੇਂ, ਪਰ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਡੈਫੀਨੇਟਲੀ ਉੱਥੇ ਦਬਾਅ ਵਧਿਆ ਹੋਇਆ, ਫੌਜਾਂ ਦੀ ਮੂਵਮੈਂਟ ਆ, ਰੁਕਾਵਟ ਹੈਗੀ ਆ। ਤੇ ਇਸ ਤਰੀਕੇ ਦਾ ਇਕੱਲਾ ਮਿਲਟਰੀ ਪ੍ਰੈਸ਼ਰ ਨਹੀਂ, ਉਹਨਾਂ ਨੇ ਕਲਚਰਲ ਤੇ ਆਪਣਾ ਆਈਡੀਓਲੋਜੀਕਲ ਪ੍ਰੈਸ਼ਰ ਵੀ ਡਿਵੈਲਪ ਕਰਨਾ ਸ਼ੁਰੂ ਕਰ। ਇਹ ਜਿਹੜਾ ਚਾਈਨਾ ਨੇ ਨਵਾਂ ਨਿਊ ਬਾਰਡਰ ਲਾਅ ਬਣਾਇਆ, ਨਿਊ ਬਾਰਡਰ ਪਾਲਿਸੀ ਬਣਾਈ ਆ, ਕਾਫੀ ਦੇਸ਼ਾਂ ਨੇ ਉਹਦੇ ਉੱਤੇ ਆਪਣਾ ਕੰਸਰਨ ਜਿਹੜਾ ਆ ਸ਼ੋਅ ਕੀਤਾ ਆ। ਉਹ ਬਾਰਡਰ ਪਾਲਿਸੀ ਸਿਰਫ ਇੰਡੀਆ ਵਾਸਤੇ ਨਹੀਂ ਆ, ਉਹ ਤਾਇਵਾਨ ਵਾਸਤੇ ਵੀ ਆ, ਉਹਦੇ ਵਿੱਚ ਹਾਂਗਕਾਂਗ ਵਾਲੀ ਸਾਈਡ ਤੋਂ ਵੀ ਆ, ਮਤਲਬ ਕਾਫੀ। ਪਰ ਜਿਹੜਾ ਪਾਰਟੀਕੂਲਰਲੀ ਇਸ ਸਮੇਂ ਜਿਹੜੀਆਂ ਰਿਪੋਰਟਸ ਨੇ, ਇਸੇ US ਵਾਲੀ ਰਿਪੋਰਟ ਦੇ ਵਿੱਚ ਇਹ ਆਉਂਦਾ ਆ ਕਿ ਜ਼ਿੰਗਜ਼ਿਆਂਗ ਤੇ ਤਿੱਬਤ ਵਾਲੀ ਸਾਈਡ ਤੋਂ ਆਰਮੀ ਜਿਹੜੀ ਮੂਵ ਕਰਕੇ ਈਸਟਰਨ ਬਾਰਡਰ ਯਾਨੀ ਕਿ ਇੰਡੀਅਨ ਬਾਰਡਰ ਵੱਲ ਆਈ ਆ, ਜਿਹੜੀ ਆਰਮੀ ਫਰੰਟ ਤੇ ਆ ਉਹਦੀ ਬੈਕਅਪ ਵਾਸਤੇ। ਮਤਲਬ ਚਾਈਨਾ ਇੱਕਦਮ ਇੰਡੀਆ ਵਾਲੇ ਪਾਸੇ ਇੰਨਾ ਫੋਕਸ ਕੀ ਇੰਡੀਆ ਦੇ ਜਿਹੜੇ ਅੰਦਰੂਨੀ ਹਾਲਾਤਾਂ ਦੀ ਜਿੰਨੇ ਉਹ ਨਾਜ਼ੁਕ ਬਣੇ ਹੋਏ ਨੇ, ਉਹਦੇ ਕਰਕੇ ਚਾਈਨਾ ਪਹਿਲਾਂ ਇਸ ਪਾਸੇ ਨੂੰ ਜਿਹੜਾ ਐਗਰੈਸ਼ਨ ਵੱਧ ਦਿਖਾ ਰਿਹਾ, ਕਿ ਜਾਂ ਉਹਦਾ ਕੋਈ ਹੋਰ ਕਾਰਨ ਵੀ ਹੋ ਸਕਦਾ? ਦੇਖੋ ਜੀ, ਜਦੋਂ ਵੀ ਕੋਈ ਸੁਪਰ ਪਾਵਰ ਤਾਕਤ ਫੜਦੀ ਹੈ ਹਨਾ, ਜਦੋਂ ਸੁਪਰ ਪਾਵਰ ਸਟਰੋਂਗ ਸੁਪਰ ਪਾਵਰ ਬਣਨਾ ਚਾਹੁੰਦੀ ਹੈ, ਤਾਂ ਉਹ ਸਭ ਤੋਂ ਪਹਿਲਾਂ ਆਪਦਾ ਆਲਾ ਦੁਆਲਾ ਸੈਨੀਟਾਈਜ਼ ਕਰਦੀ ਹੈ ਕਿ ਮੈਨੂੰ ਨੀਅਰ ਏਰੀਆ ਤੋਂ ਕੋਈ ਥ੍ਰੈਟ ਨਾ ਹੋਵੇ। ਸੋ ਜਿਵੇਂ ਹੁਣ ਅਮਰੀਕਾ ਇੱਕ ਸੁਪਰ ਪਾਵਰ ਆ, ਅਮਰੀਕਾ ਨੂੰ ਕੈਨੇਡਾ ਤੋਂ ਕੋਈ ਥ੍ਰੈਟ ਨਹੀਂ, ਅਮਰੀਕਾ ਨੇ ਮੈਕਸੀਕੋ ਚੋਂ ਸਵਿਟਜ਼ਰਲੈਂਡ ਕੈਲੀਫੋਰਨੀਆ ਐਟਸੈਕਟਰਾ ਲੈਣ ਤੋਂ ਬਾਅਦ ਉਹਨੂੰ ਮੈਕਸੀਕੋ ਤੋਂ ਵੀ ਕੋਈ ਥ੍ਰੈਟ ਨਹੀਂ। ਸੋ ਉਹਨੂੰ ਕੋਈ ਵੀ ਦੁਸ਼ਮਣ ਕੰਟਰੀ
ਮਤਲਬ ਕੈਨੇਡਾ ਉਹਦਾ ਦੁਸ਼ਮਣ ਨਹੀਂ, ਮੈਕਸੀਕੋ ਦੁਸ਼ਮਣ ਨਹੀਂ, ਰਾਦਰ ਡਿਪੈਂਡੈਂਟ ਕੰਟਰੀਜ਼ ਆ USA ਤੇ। ਇਸੇ ਤਰੀਕੇ ਨਾਲ ਦੋ ਦੀਆਂ ਓਸ਼ੀਅਨਸ ਪੈਂਦੀਆਂ, ਇੱਕ ਪਾਸੇ ਸਮੁੰਦਰ ਆ ਦੂਜੇ ਪਾਸੇ ਸਮੁੰਦਰ ਆ, ਤਾਂ ਉਹਨੂੰ ਕੋਈ ਡਰ ਨਹੀਂ। ਤੁਸੀਂ ਵੇਖੋ ਛੋਟਾ ਜਿਹਾ ਕਿਊਬਾ ਉਹਦੇ ਨੇੜੇ ਹੈ ਤੇ ਕਿਊਬਾ ਨੂੰ ਕਿਸ ਤਰੀਕੇ ਨਾਲ ਡੀਲ ਕਰਦੇ ਆ। ਮਿਜ਼ਾਈਲ ਕ੍ਰਾਈਸਿਸ ਵੀ ਹੋ ਗਿਆ ਸੀ ਜਦੋਂ ਕਿਊਬਾ 'ਚ ਮਿਜ਼ਾਈਲਸ ਲਗਾਉਣ ਲੱਗੇ ਸੀਗੇ। ਸੋ ਇਹ ਹੈ ਕਿ ਵੀ ਜਦੋਂ ਵੀ ਕੋਈ ਸੁਪਰ ਪਾਵਰ ਆ ਉਹ ਕਹਿੰਦੀ ਵੀ ਨੀਅਰ ਵਿਸਨਿਟੀ 'ਚ, ਜਿਹਨੂੰ ਕਿ ਆਪਾਂ ਕਹਿੰਦੇ ਉਹਨੂੰ ਸੈਨੀਟਾਈਜ਼ ਕਰ ਦਿੱਤਾ ਜਾਵੇ, ਉਹਦੇ 'ਚ ਕੋਈ ਥ੍ਰੈਟ ਨਾ ਹੋਵੇ। ਚੀਨ ਵੀ ਤਕਰੀਬਨ ਉਸੇ ਫਿਲਾਸਫੀ ਤੇ ਹੁਣ ਚੱਲ ਰਿਹਾ। ਉਹਨੇ ਮੰਗੋਲੀਆ ਵਾਲੇ ਪਾਸਿਓਂ ਦੀ ਥ੍ਰੈਟ ਖਤਮ ਕੀਤੀ ਵੀ ਆ, ਕਜ਼ਾਕਿਸਤਾਨ ਤੇ ਉਹਨਾਂ ਏਰੀਆਸ ਚੋਂ ਖਤਮ ਕੀਤੀ ਆ, ਤਾਂ ਉਹਦੇ ਕੋਲੇ ਮੇਜਰ ਥ੍ਰੈਟਸ ਜਿਹੜੀਆਂ ਦੋ ਥੀਏਟਰਸ ਤੋਂ ਰਹਿ ਜਾਂਦੀਆਂ। ਇੱਕ ਤਾਂ ਤਾਇਵਾਨ ਤੇ ਸਾਊਥ ਚਾਈਨਾ ਸੀ ਦੇ ਆਈਲੈਂਡਸ ਤੋਂ, ਜਿੱਥੇ US ਪ੍ਰੈਜ਼ੈਂਸ ਹੈਗੀ ਆ। ਦੂਸਰਾ ਉਹਨੂੰ ਇਹ ਕਿ ਮੈਂ ਤਿੱਬਤ ਉਹਦੇ ਵਾਸਤੇ ਬਹੁਤ ਕਰੂਸ਼ੀਅਲ ਆ, ਉਹਦੀ ਸਿਕਿਉਰਿਟੀ ਵਾਸਤੇ। ਵੇਖੋ ਬਿਕੋਜ਼ ਜੇ ਤਿੱਬਤ ਚੀਨ ਦੇ ਹੱਥੋਂ ਨਿਕਲ ਜਾਂਦਾ ਹੈ ਤਾਂ ਇਮੀਡੀਏਟਲੀ ਜਿਹੜੀ ਉਹਦਾ ਹਾਰਟਲੈਂਡ ਆ, ਹਾਨ ਚਾਈਨਾ ਵਾਲਾ ਹਾਰਟਲੈਂਡ ਆ, ਉਹਦੇ ਵਿੱਚ ਇਨਵੇਡਿੰਗ ਟਰੂਪਸ ਪਹੁੰਚ ਜਾਂਦੀਆਂ, ਬਿਲਕੁਲ ਉਹਦੇ ਅੰਦਰ ਘੁਸ ਜਾਂਦੇ ਆ, ਤੇ ਉਹਦੇ ਵਾਸਤੇ ਉਹ ਬਹੁਤ ਇੰਪੋਰਟੈਂਟ ਆ। ਤੇ ਤਿੱਬਤ ਤੇ ਸ਼ਿਨਜੀਆਂਗ, ਇਹ ਦੋਨੇ ਪ੍ਰੋਵਿੰਸਸ ਵੀ ਇਕੁਅਲੀ ਇੰਪੋਰਟੈਂਟ ਆ ਜਿਵੇਂ ਤਾਇਵਾਨ ਹੈਗੀ। ਬਟ ਤਾਇਵਾਨ ਤੋਂ, ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਵੀ ਤਾਇਵਾਨ ਤੋਂ ਤਕਰੀਬਨ US ਨੂੰ ਉਹਨੇ ਪੁਸ਼ ਕਰਤਾ ਜਾਂ ਇੰਨੀ ਅਸਰਟ ਕਰਤਾ ਕਿ ਵੀ ਹੁਣ ਉੱਥੋਂ ਉਹਨੇ ਕਾਫੀ ਉਹਦਾ ਆਬਜੈਕਟਿਵ, ਮੇਜਰ ਆਬਜੈਕਟਿਵ ਨਹੀਂ ਉੱਥੇ ਰਹਿ ਗਿਆ। ਹੁਣ ਉਹਨਾਂ ਦਾ ਜਿਹੜਾ ਮੇਜਰ ਆਬਜੈਕਟਿਵ ਹੈ ਜਾਂ ਮੇਜਰ ਥੀਏਟਰ ਆਫ ਪ੍ਰਾਇਰਟੀ ਆਬਜੈਕਟਿਵ ਹੈ, ਜਿਹੜਾ ਪਹਿਲਾਂ ਤਾਇਵਾਨ ਵਾਲਾ ਜਾਂ ਸਾਊਥ ਚਾਈਨਾ ਸੀ, ਉਹਦੇ ਤੋਂ ਹਟ ਕੇ ਹੁਣ ਉਹ ਇਹ ਸਾਈਡ ਹੋ ਗਈ ਹੈ। ਬਿਕੋਜ਼ CPEC ਵੀ ਚੱਲ ਪਿਆ, ਉਹਦੇ એનર્ਜੀ ਰੂਟਸ ਵੀ ਇਧਰੋਂ ਚੱਲ ਪਏ ਆ, ਤੇ ਦੂਜਾ ਉਹਦੇ ਵਾਸਤੇ ਤਿੱਬਤ ਜਿਵੇਂ ਇੰਪੋਰਟੈਂਟ ਆ। ਤੇ ਇੰਡੀਆ ਦੀ ਜੇ ਰਾਈਜ਼ਿੰਗ ਪਾਵਰ ਹੋਏ ਜਾਂ ਇੰਡੀਆ ਅਗਰੈਸ਼ਨ ਲਵੇ ਜਾਂ ਇੰਡੀਆ ਕੁਆਡ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰੇ ਤਾਂ ਉਹਨੇ ਇੱਧਰ ਠੱਲ ਪਾਉਣੀ ਆ। ਸੋ ਜਿਹੜਾ ਉਹਦਾ ਮੇਨ ਮਿਲਟਰੀ ਥ੍ਰੈਟ ਹੈਗੀ ਆ ਜਾਂ ਜਿਹਨੂੰ ਮੇਨ ਬਾਰਡਰ ਆ, ਉਹ ਚੀਨ ਦਾ ਬਾਕੀ ਬਾਰਡਰਸ ਤੋਂ ਹਟ ਕੇ ਇਹ ਪਹਿਲੀ ਵਾਰ ਇਤਿਹਾਸ ਦੇ ਵਿੱਚ 2000 ਸਾਲ ਜਾਂ 3000 ਸਾਲ ਦੇ ਇਤਿਹਾਸ 'ਚ ਹੋਇਆ ਕਿ ਇੱਥੇ ਸਮਝ ਲਓ ਉਹਦਾ ਇੱਥੇ ਮੇਨ ਟਕਰਾਅ ਉਹਦਾ ਇਸ ਪਾਸੇ ਬਣ ਗਿਆ। ਉਹਦੇ ਵਾਸਤੇ ਉਹਨੇ ਟਰੂਪਸ ਤਾਂ ਰੱਖੀਆਂ, ਉਹਨੇ ਇਨਫਰਾਸਟ੍ਰਕਚਰ ਬਹੁਤ ਪਹਿਲਾਂ ਬਣਾਉਣਾ ਸ਼ੁਰੂ ਕਰਤਾ ਸੀ। ਰੋਡਸ ਜਿਹੜੀਆਂ ਲੀਡ ਕਰਦੀਆਂ ਉਹ ਬਣਾਈਆਂ ਸੀ। ਫਿਰ ਤਿੱਬਤ ਦੇ ਵਿੱਚ ਪੂਰਾ ਇਕੋਸਿਸਟਮ ਡਿਵੈਲਪ ਕੀਤਾ, ਜਿੱਥੇ ਫਸਲਾਂ ਹੋਣ ਲੱਗ ਗਈਆਂ, ਸਾਰਾ ਕੁਝ ਹੋਣ ਲੱਗ ਗਿਆ, ਤਾਂ ਕਿ ਵੀ ਫੌਜ ਉੱਥੇ ਲਿਆ ਕੇ ਰੱਖੀ ਜਾ ਸਕੇ, 2-3 ਲੱਖ ਫੌਜ ਪਿੱਛੇ, ਤੇ ਜਦੋਂ ਲੋੜ ਪਵੇ ਇੱਕਦਮ ਲਿਜਾਈ ਜਾ ਸਕੇ। ਜਿਹਦਾ ਉਹਨਾਂ ਨੇ ਮੁਜ਼ਾਹਰਾ ਵੀ ਕੀਤਾ ਸੀ ਪਿੱਛੇ, ਜਦੋਂ ਭਾਰਤ ਨੇ ਇੱਕ ਪੀਕਸ ਤੋਂ ਰਿਟਰੀਟ ਕੀਤਾ ਤੇ ਇੰਡੀਆ ਨੇ ਕਿਹਾ ਕਿ ਵੀ ਤੁਸੀਂ ਵੀ ਆਪਦੇ ਟੈਂਕ ਤੇ ਉਹ ਵਾਪਸ ਲੈ ਕੇ ਜਾਓ। ਤਾਂ ਉਹਨਾਂ ਨੇ ਜਿਹੜੀ ਚੀਜ਼ ਭਾਰਤ 7 ਦਿਨ 'ਚ ਸੋਚਦਾ ਸੀ ਵਾਪਸ ਜਾਊਗੀ, ਉਹ 48 ਘੰਟਿਆਂ 'ਚ ਹੀ ਉਹ ਵਾਪਸ ਚਲੇ ਗਏ। ਇਹਦਾ ਮਤਲਬ ਜਿਹੜੇ 48 ਘੰਟਿਆਂ 'ਚ ਵਾਪਸ ਜਾ ਸਕਦੇ ਆ, ਉਹ 48 ਘੰਟਿਆਂ 'ਚ ਆ ਵੀ ਸਕਦੇ ਆ ਉੱਥੇ। ਸੋ ਇੱਕ ਤਰ੍ਹਾਂ ਉਹਨਾਂ ਨੇ ਰਿਟਰੀਟ ਦੇ ਵਿੱਚ ਵੀ ਭਾਰਤ ਨੂੰ ਇੱਕ ਤਰ੍ਹਾਂ ਦੀ ਥ੍ਰੈਟ ਹੀ ਦਿੱਤੀ ਸੀਗੀ ਕਿ ਵੀ ਸਾਡੇ ਕੋਲੇ ਇੰਨੀ ਮੋਬਿਲਿਟੀ ਆ ਉੱਥੇ, ਇੰਨੀ ਤੇਜ਼ੀ ਨਾਲ ਅਸੀਂ ਵੱਧ ਸਕਦੇ ਹਾਂ, ਸਾਡੇ ਕੋਲ ਇਨਫਰਾਸਟ੍ਰਕਚਰ ਹੈਗਾ। ਜਿਵੇਂ 1975 ਤੋਂ ਬਾਅਦ ਗਲਵਾਨ ਵੈਲੀ 'ਚ ਪਹਿਲੀ ਵਾਰੀ ਕਹਿੰਦੇ ਆ ਕਿ ਕੋਈ ਕੈਜੁਅਲਟੀਜ਼ ਬਾਰਡਰ ਤੇ ਹੋਈਆਂ, ਜਿਹਦੇ ਵਿੱਚ 20 ਇੰਡੀਆ ਦੇ ਫੌਜੀ ਮਰਦੇ ਆ, 4 ਫੌਜੀਆਂ ਨੂੰ ਪੋਸਟਮਸਲੀ ਚਾਈਨਾ ਵੀ ਜਿਹੜਾ ਬਾਅਦ ਚੋਂ ਅਵਾਰਡ ਦਿੰਦਾ ਆ। ਸੇਮ ਟਾਈਮ ਤੇ ਜਿਹੜਾ ਸ਼ੰਘਾਈ ਕਾਰਪੋਰੇਸ਼ਨ ਜਿਹੜੀ ਇਹਨਾਂ ਦੀ ਬਣਾਈ ਹੋਈ ਹੈ ਨਾ ਕੋਆਪਰੇਸ਼ਨ ਵਾਸਤੇ, ਫੋਰਨ ਮਿਨਿਸਟਰ ਦੀ ਇੱਕ ਕਹਿ ਲਓ ਵੀ ਇੰਸਟੀਚਿਊਟ ਹੀ ਕਹਿ ਲਓ, ਜਾਂ ਜਿਵੇਂ ਵੀ ਆ ਵੀ ਜਿੱਥੇ ਕੋਆਪਰੇਟ ਕਰਨਾ ਆ ਫੋਰਨ ਜਿਹੜੀ ਪਾਲਿਸੀ ਆ ਉਹਦੇ ਤਹਿਤ ਮਿਨਿਸਟਰਸ ਨਾਲ, ਉਹਦੇ ਵਿੱਚ ਮਾਸਕੋ ਦੇ ਵਿੱਚ ਇੱਕ ਆਪਣੇ ਸੁਬਰਾਮਨੀਅਮ ਜੈਸ਼ੰਕਰ ਜਿਹੜੇ ਇੰਡੀਆ ਦੇ ਫੋਰਨ ਪਾਲਿਸੀ ਦੇ ਆ, ਉਹਨਾਂ ਨਾਲ ਵਾਂਗ ਹੀ ਜਿਹੜਾ ਚਾਈਨਾ ਦਾ ਆ ਕਾਊਂਟਰ ਪਾਰਟ ਉਹਨਾਂ ਦਾ, ਉਹਦੇ ਨਾਲ ਮੀਟਿੰਗ ਹੁੰਦੀ ਆ ਉੱਥੇ। ਇੱਕ ਕਹਿ ਲਓ ਕਿ ਇੱਕ ਸਹਿਮਤੀ ਨਾਲ ਉੱਥੋਂ ਉੱਠਦੇ ਆ ਦੋਵੇਂ ਵੀ ਆਪਾਂ ਹੁਣ ਜਿਹੜਾ ਬਾਰਡਰ ਵਾਲਾ ਇਸ਼ੂ ਆ ਕਿਵੇਂ ਸੋਲਵ ਕਰਨਾ। ਬਟ ਐਟ ਸੇਮ ਟਾਈਮ ਉਹ ਭੂਟਾਨ ਵਾਲੀ ਸਾਈਡ ਤੋਂ ਜਿੱਥੇ ਚਿਕਨ ਨੈਕ ਬਣਦਾ ਇੰਡੀਆ ਦਾ, ਉੱਥੋਂ ਤੱਕ ਵੀ ਉਹ ਰੇਲਵੇ ਪਟੜੀ ਵਿਛਾਉਣ ਦੀ ਤਿਆਰੀ ਦਿਖਾਉਂਦੇ ਆ। ਤਾਂ ਇਹਨਾਂ ਹਾਲਾਤਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਇਹ ਸਾਰਾ ਕੁਝ ਉਸ ਸਮੇਂ ਵਾਪਰ ਰਿਹਾ ਜਦੋਂ ਕਿਸਾਨੀ ਅੰਦੋਲਨ ਜਿਹੜਾ ਦਿੱਲੀ ਦੀਆਂ ਸੜਕਾਂ ਤੇ ਚੱਲ ਰਿਹਾ? ਦੇਖੋ, ਮੈਂ ਦੁਬਾਰਾ ਉਸ ਤੇ ਆਉਂਗਾ ਕਿ ਚੀਨ, ਆਪਾਂ ਜਿੰਨੀਆਂ ਮਰਜ਼ੀ ਮੀਟਿੰਗਾਂ ਕਰਦੇ ਰਹੀਏ, ਜਿੰਨੀਆਂ ਮਰਜ਼ੀ ਗੱਲਾਂ ਕਰਦੇ ਰਹੀਏ, ਫੰਡਾਮੈਂਟਲਸ ਜਿਹੜੇ ਹੈਗੇ ਆ ਨਾ, ਉਹ ਨਹੀਂ ਚੇਂਜ ਹੁੰਦੇ ਉੱਥੇ। ਉਹ ਨॉन ਰੈਫਰੈਂਸ ਪੁਆਇੰਟਸ ਹੁੰਦੇ ਆ ਕਿ ਉਹਨਾਂ ਨੇ ਕਿਵੇਂ ਚੱਲਣਾ, ਉਹਨਾਂ ਦੇ ਹਿੱਤ ਕਿੱਥੇ ਆ, ਤੇ ਇਸ ਖਿੱਤੇ 'ਚ ਜਿਹੜਾ ਰਾਜ ਕਰਦਾ ਧਿਰ ਜਿਹੜੀ ਹੈਗੀ ਆ ਉਹਦੇ ਹਿੱਤ ਕਿੱਥੇ ਹੈਗੇ ਆ। 2-3 ਗੱਲਾਂ ਆਪਾਂ ਨੂੰ ਨਾ ਅਟਲ ਸੱਚਾਈ ਸਮਝ ਲੈਣੀ ਚਾਹੀਦੀ ਆ। ਉਹਦੇ ਆਸ-ਪਾਸ ਫਿਰ ਉਹ ਤੋਂ ਬਾਅਦ ਤਾਂ ਪੈਂਤੜੇ ਹੁੰਦੇ ਆ ਕਿ ਕਿੰਨਾ ਕੁ ਸਮਾਂ ਆਪਾਂ ਕਿਵੇਂ ਕੱਢਦੇ। ਪਹਿਲਾ ਤਾਂ ਇਹ ਹੈ ਕਿ ਚੀਨ ਕਿਸੇ ਹਾਲਤ ਦੇ ਵਿੱਚ ਵੀ ਜੇ ਉਹ ਪੂਰਾ ਪਾਵਰਫੁਲ ਹੋ ਜਾਂਦਾ, ਪੂਰਾ ਤਾਕਤਵਰ ਹੋ ਜਾਂਦਾ, ਇੱਕ ਸੁਪਰ ਪਾਵਰ, ਵੈਸੇ ਤਾਂ ਹੁਣ ਨੋ ਮੋਰ ਡਿਵੈਲਪਿੰਗ ਪਾਵਰ ਆ, ਉਹ ਡਿਵੈਲਪਡ ਪਾਵਰ ਹੋ ਗਿਆ, ਪਰ ਜੇ ਉਹ ਐਕਚੁਅਲੀ ਉਹ ਇੱਕ ਸੁਪਰ ਪਾਵਰ ਬਣ ਜਾਂਦਾ ਤੇ ਇਸ ਖਿੱਤੇ ਦੇ ਵਿੱਚ ਉਹ ਡੋਮੀਨੈਂਟ ਪਾਵਰ ਹੋ ਜਾਂਦਾ ਤੇ ਅਮਰੀਕਨ ਇਨਫਲੂਐਂਸ ਨੂੰ ਕੱਢ ਦਿੰਦਾ ਪੂਰੀ ਤਰ੍ਹਾਂ, ਤਾਂ ਉਹ ਕਿਸੇ ਹਾਲਤ 'ਚ ਵੀ ਦੱਖਣ ਏਸ਼ੀਆ ਦੇ ਵਿੱਚ, ਚਾਹੇ ਉਹ ਪਾਕਿਸਤਾਨ ਨੂੰ ਲੈ ਲਓ, ਚਾਹੇ ਉਹ ਭਾਰਤ ਨੂੰ ਲੈ ਲਓ, ਉਹ ਸਟਰੋਂਗ ਇੱਕ ਮੁਲਕ ਜਾਂ ਇੱਕ ਖਿੱਤਾ ਨਹੀਂ ਛੱਡੂਗਾ। ਉਹਨੂੰ ਅੱਬਲ ਤਾਂ ਉਹਦੀ ਕੋਸ਼ਿਸ਼ ਹੋਊਗੀ ਕਿ ਮੈਂ ਇਹਨੂੰ ਨਿੱਕੀਆਂ ਨਿੱਕੀਆਂ ਸਬ ਨੈਸ਼ਨੈਲਿਟੀਜ਼ 'ਚ ਵੰਡਦਾ
ਤੇ ਇਹਨੂੰ ਕਮਜ਼ੋਰ ਕਰਦਾ। ਦੂਸਰਾ ਉਹ ਪਹਾੜਾਂ ਤੱਕ, ਜਿਹਨੂੰ ਆਪਾਂ ਕਹਿੰਦੇ ਆ ਕਿ ਵੀ ਉਹ ਨੇਪਾਲ ਦੇ ਪੁਰਾਣੇ ਰਾਜ ਤੱਕ ਡੋਮੀਨੇਟ ਕਰਨ ਦੀ ਕੋਸ਼ਿਸ਼ ਕਰੂਗਾ ਫਿਜ਼ੀਕਲੀ, ਉਦੋਂ ਗਾਂ ਉਹ ਡੋਮੀਨੇਟ ਕਰਨ ਦੀ ਕੋਸ਼ਿਸ਼ ਕਰੂਗਾ ਕਲਚਰਲੀ। ਸੋ ਇਹ ਚੀਜ਼ ਤਾਂ ਮਿੱਥ ਕੇ ਚੱਲਣ ਵਾਲੀ ਗੱਲ ਆ। ਦੂਸਰੇ ਪਾਸੇ ਭਾਰਤ ਵਰਗੇ ਜਿਹੜੇ ਦੇਸ਼ ਆ, ਜਿਵੇਂ ਦੱਖਣ ਦੇ ਵਿੱਚ ਇੱਥੇ ਇੰਡੀਆ ਹੀ ਹੈਗਾ, ਕਿਉਂਕਿ ਪਾਕਿਸਤਾਨ ਤਾਂ ਉਹਦੇ ਨਾਲ ਆਲਮੋਸਟ ਕੋਲੈਬੋਰੇਟਿਵ ਹੈ, ਉਹਦੀ ਕਲਾਇੰਟ ਸਟੇਟ ਹੀ ਬਣ ਗਿਆ। ਜਿਹੜਾ ਭਾਰਤ ਆ ਉਹਨੂੰ ਘੇਰ ਰਿਹਾ ਆਸੇ ਪਾਸਿਓਂ, ਚਾਹੇ ਬੰਗਲਾਦੇਸ਼ ਦੇ ਥਰੂ, ਚਾਹੇ ਨੀਚੇ ਨੇਪਾਲ, ਚਾਹੇ ਮੋਰੀਸ਼ੀਅਸ ਜਾ ਕੇ। ਪਰ ਭਾਰਤ ਦੀ ਇਹ ਨੀਤੀ ਹੋਊਗੀ ਕਿ ਵੀ ਮੈਂ ਆਪਦੇ ਆਪ ਨੂੰ ਸਟੇਬਲ ਰੱਖ ਸਕਾਂ, ਇਕੱਠਾ ਰੱਖ ਸਕਾਂ, ਤੇ ਜਿੰਨੀ ਦੇਰ ਇਹ ਥ੍ਰੈਟ ਸਟਰੋਂਗ ਰਹਿੰਦੀ ਹੈ ਤੇ ਬਰਾਬਰ ਕਾਊਂਟਰ ਥ੍ਰੈਟ ਖੜੀ ਕਰ ਸਕਾਂ। ਤੇ ਡਿਪਲੋਮੈਟਿਕਲੀ ਨਾ ਮੈਂ ਅਮਰੀਕਾ ਵੱਲ ਜਾਵਾਂ ਤੇ ਨਾ ਮੈਂ ਰੂਸ ਵੱਲ ਜਾਵਾਂ, ਤੇ ਵਿਚਾਲੇ ਨੌਨ ਅਲਾਈਨਡ ਜਾ ਚੱਲਦਾ ਰਹਾਂ, ਕਿਉਂਕਿ ਕਿਸੇ ਦੇ ਹਿੱਤ 'ਚ ਜਦੋਂ ਜੇ ਖੜਾ ਹੁੰਦਾ ਹੈ, ਅਮਰੀਕਨ ਹਿੱਤ ਅੱਜ ਇਹ ਹੋਊਗਾ ਕਿ ਭਾਰਤ ਕਲੈਸ਼ ਕਰ ਜੇ ਚੀਨ ਦੇ ਨਾਲ। ਜੋ ਕਲੈਸ਼ ਕਰਦਾ ਹੈ ਉਹਦੇ 'ਚ ਨੋ ਡਾਊਟ ਭਾਰਤ ਦੀ ਤਬਾਹੀ ਹੁੰਦੀ ਹੈ, ਬਟ ਚੀਨ ਵੀ ਕਮਜ਼ੋਰ ਹੁੰਦਾ ਤੇ ਉਹ ਅਮਰੀਕਨ ਇੰਟਰਸਟ 'ਚ ਪਲੇ ਕਰਦਾ। ਸੋ ਇਹ ਇਸ ਤਰੀਕੇ ਦੀ ਉਹ ਟਾਈਮ ਟਪਾਉਣ ਦੀ ਜਿਹੜੀਆਂ ਕਵੈਦ ਹੁੰਦੀ ਹੈ, ਜਾਂ ਟਾਈਮ ਟਪਾਉਣ ਵਾਸਤੇ ਜਿਹੜੀ ਹੁੰਦੀ ਹੈ, ਉਹ ਰਸ਼ੀਆ ਦੇ ਥਰੂ ਹੋ ਰਹੀ ਹੈ। ਬਿਕੋਜ਼ ਰਸ਼ੀਆ ਵੀ ਸਟਰੋਂਗ ਇੰਡੀਆ ਚਾਹੁੰਦਾ, ਭਾਵੇਂ ਚਾਈਨਾ ਦੇ ਪੱਖ 'ਚ, ਕਿ ਚਾਈਨਾ ਅੰਗੇਜਡ ਰਵੇ ਇੰਡੀਆ ਨਾਲ। ਸੋ ਮੋਟਾ ਮੈਂ ਹੱਸਦਾ ਹੁੰਦਾ ਕਿ ਪੰਜਾਬ ਆਪਣੇ ਪਿੰਡ ਦੀ ਪੋਲਿਟਿਕਸ ਨੂੰ ਆਪਾਂ ਵੇਖ ਲਈਏ ਤਾਂ ਤੁਹਾਨੂੰ ਇੰਟਰਨੈਸ਼ਨਲ ਪੋਲਿਟਿਕਸ ਆਲਮੋਸਟ ਸਮਝ ਆ ਜਾਂਦੀ ਹੈ ਕਿ ਕਿਵੇਂ ਉਹ ਇੱਕ ਦੂਜੇ ਨੂੰ ਫੋਰਸਿਸ ਨੂੰ ਅੰਗੇਜ ਕਰਕੇ ਰੱਖਣਾ ਚਾਹੁੰਦੇ ਆ। ਪਰ ਚੀਨ ਦੀ ਕੋਸ਼ਿਸ਼, ਜਦੋਂ ਜਿਵੇਂ ਚੀਨ ਤਾਕਤਵਰ ਹੁੰਦਾ ਜਾਊਗਾ, ਉਹਨੇ ਦਬਾਅ ਵਧਾਉਂਦੇ ਜਾਣਾ ਭਾਰਤ ਤੇ ਉਹ ਇਸ ਪੁਆਇੰਟ ਤੱਕ ਲਿਆਉਣ ਦੀ ਕੋਸ਼ਿਸ਼ ਕਰੂਗਾ ਕਿ ਇਹ ਵੀਕ ਸੈਂਟਰ ਹੋ ਜੇ। ਵੀਕ ਸੈਂਟਰ ਤੋਂ ਬਿਯੋਂਡ ਉਹਦੀ ਕੋਸ਼ਿਸ਼ ਹੋਊਗੀ ਕਿ ਇਹ ਟੁੱਟ ਕੇ ਨੰਬਰ ਆਫ ਨੈਸ਼ਨੈਲਿਟੀਜ਼ 'ਚ ਹੋ ਜੇ, ਤਾਂ ਕਿ ਇੱਥੇ ਕਦੀ ਵੀ ਕੋਈ ਐਸਾ ਵੱਡੇ ਰਿਸੋਰਸਿਸ ਵਾਲਾ ਹਿੱਸਾ ਨਾ ਖੜਾ ਹੋ ਸਕੇ ਜਿਹੜਾ ਉਹਨੂੰ ਥ੍ਰੈਟ ਬਣ ਸਕੇ। ਮੈਨੂੰ ਲੱਗਦਾ ਕਿ ਸਾਡੇ ਦਰਸ਼ਕਾਂ ਨੂੰ ਜਿਹੜਾ ਚੀਨ ਵਾਲਾ ਫੈਕਟਰ ਆ ਉਹ ਲਗਭਗ ਕਲੀਅਰ ਹੋ ਚੁੱਕਾ ਹੋਊਗਾ। ਉਸ ਤੋਂ ਬਾਅਦ ਅਸੀਂ ਉਸ ਤੋਂ ਨੈਕਸਟ ਫੈਕਟਰ ਤੇ ਆਉਂਦੇ ਆ ਕਿ ਜਿਵੇਂ ਵੈਸਟ ਦੇ ਵਿੱਚ ਪਾਕਿਸਤਾਨ ਆ ਜਾਂ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦਾ ਪ੍ਰਾਈਜ਼ ਹੁੰਦਾ ਆ, ਉਹ ਉੱਥੇ ਇੱਕ ਸਥਾਪਤੀ ਦੇ ਵਿੱਚ ਆ ਜਾਂਦੇ ਨੇ, ਤੇ ਲਹਿੰਦੇ ਪੰਜਾਬ ਦੇ ਵਿੱਚ ਵੀ ਇਸ ਅੰਦੋਲਨ ਪ੍ਰਤੀ ਹਮਦਰਦੀ ਸੀ। ਤੇ ਉਸ ਤੋਂ ਬਾਅਦ ਬਿੱਲ ਵਾਪਸ ਲੈਣ ਦੇ ਸਮੇਂ, ਜਾਂ ਲੈਣ ਤੋਂ ਇੱਕ ਦਿਨ ਪਹਿਲਾਂ ਜਾਂ ਲੈਣ ਤੋਂ ਇੱਕ ਦਿਨ ਬਾਅਦ, ਜਿਵੇਂ ਦੇ ਫੈਸਲੇ ਆਉਂਦੇ ਆ, ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਣਾ, ਉਸ ਤੋਂ ਬਾਅਦ ਭਾਰਤ ਦੇ ਜਿਹੜੇ ਅਧਿਕਾਰੀਆਂ ਵੱਲੋਂ ਤਾਲਿਬਾਨ ਦੇ ਅਧਿਕਾਰੀਆਂ ਨਾਲ ਚੀਨ ਉੱਥੇ ਰੂਸ ਦੇ ਵਿੱਚ ਮਿਲ ਕੇ ਤੇ ਹਿਊਮੈਨਿਟੇਰੀਅਨ ਏਡ ਆਫਰ ਕਰਨੀ, ਉਹਨਾਂ ਵੱਲੋਂ ਐਕਸੈਪਟ ਕਰਨੀ, ਪਾਕਿਸਤਾਨ ਵੱਲੋਂ ਲਾਂਘਾ ਦੇਣਾ, ਇਹ ਸਾਰੇ ਫੈਕਟਰਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਜਿਹੜਾ ਜੋ ਚੀਨ ਕਰ ਰਿਹਾ, ਤਕਰੀਬਨ ਪਾਕਿਸਤਾਨ ਇਸ ਟਾਈਮ ਚੀਨ ਦਾ ਹੀ ਸਟੇਟ ਆ, ਬਟ ਪਾਕਿਸਤਾਨ ਦੀ ਪੁਰਾਣੀ ਇਤਿਹਾਸ ਵੀ ਜਿਹੜਾ ਹੈਗਾ ਭਾਰਤ ਨਾਲ ਸੁਖਾਵੇਂ ਸਮਝੌਤਾ ਨਹੀਂਗਾ। ਬਟ ਦੂਜੇ ਪਾਸੇ ਕੀ ਆ ਕਿ ਕਲਚਰਲੀ ਜਿਹੜੇ ਲੋਕ ਹੈਗੇ ਆ, ਜਿਹੜੇ ਪੰਜਾਬ ਦੇ ਲੋਕ ਆ, ਕਲਚਰਲੀ ਲਹਿੰਦੇ ਪੰਜਾਬ ਦੇ ਲੋਕਾਂ ਨਾਲ ਲਿੰਕਡ ਹੈਗੇ ਆ ਇੱਕ ਤਰ੍ਹਾਂ ਦੇ। ਆਪਾਂ ਉਹ ਪੋਪੂਲੇਸ਼ਨ ਕਿਉਂਕਿ ਤਕਰੀਬਨ ਆਪਣੇ ਵਰਗੀ ਆ ਤੇ ਆਪਣੇ ਵਰਗੇ ਐਥਿਕਸ ਤੇ ਵੈਲਿਊਜ਼ ਰੱਖਦੀ ਆ ਕਈ ਚੀਜ਼ਾਂ ਦੇ ਵਿੱਚ, ਤਾਂ ਜਿਹੜੀ ਉਹਨਾਂ ਦੀ ਕਿਸਾਨੀ ਆ, ਉਹਨੂੰ ਕਿਸਾਨੀ ਦਾ ਦਰਦ ਵੀ ਸੀਗਾ। ਸੈਕੰਡਲੀ ਜਿਹੜੀ ਉੱਥੇ ਸਟੇਟ ਆ, ਜਿਵੇਂ ਮੈਂ ਕਿਹਾ, ਉੱਥੇ ਉਹ ਪਿੰਡ ਵਸਾ ਰਿਹਾ ਚੀਨ। ਇੱਧਰ ਵਾਲਾ ਜਿਹੜਾ ਪਾਕਿਸਤਾਨ ਆ, ਉਹਦਾ ਇਹ ਹੈ ਕਿ ਵੀ ਭਾਰਤੀ ਪੰਜਾਬ ਦੇ ਵਿੱਚ ਉਹਦੀ ਆਪੋਜੀਸ਼ਨ ਨਾ ਹੋਵੇ। ਹਾਲਾਂਕਿ ਉਹ ਚੈਲੰਜ ਬਹੁਤ ਵੱਡਾ ਉਹਦੇ ਵਾਸਤੇ, ਬਿਕੋਜ਼ ਪਾਸਟ ਜਿਹੜੀ ਹਿਸਟਰੀ ਰਹੀ ਆ ਉਹ ਬੜੀ ਡਿਫਰੈਂਟ ਰਹੀ ਆ। ਪਰ ਉਹਦੀ ਇਹ ਕੋਸ਼ਿਸ਼ ਹੋਏਗੀ ਆ ਕਿ ਵੀ ਇਹ ਕਿਵੇਂ ਨਾ ਕਿਵੇਂ ਇਹ ਇਸ਼ੂ ਜਿਹੜਾ ਹੈਗਾ, ਇਹ ਇਸ਼ੂ ਰਿਜ਼ੋਲਵ। ਇੱਥੇ ਜਿਹੜੀ ਪੋਪੂਲੇਸ਼ਨ ਹੈਗੀ ਆ ਪੰਜਾਬ ਆਪਣਾ ਭਾਰਤੀ ਪੰਜਾਬ ਦੀ, ਇਹ ਐਂਟੋਗਨਿਸਟ ਨਾ ਰਵੇ, ਜਿਹਦੇ ਤਹਿਤ ਉਹਨੇ ਕਰਤਾਰਪੁਰ ਸਾਹਿਬ ਲਾਂਘਾ ਖੋਲਿਆ, ਕਿਉਂਕਿ ਇਹ ਖਿੱਤਾ ਹੀ ਹੈ। ਜਿਵੇਂ ਚੀਨ ਦੇ ਮੁਹਾਜ ਦੇ ਵਾਸਤੇ ਪੰਜਾਬ ਇੰਪੋਰਟੈਂਟ ਆ, ਉਸੇ ਤਰੀਕੇ ਨਾਲ ਪਾਕਿਸਤਾਨ ਦੇ ਨਾਲ ਜੇ ਕਨਫਲਿਕਟ ਹੁੰਦਾ ਕੱਲ ਨੂੰ ਕਸ਼ਮੀਰ ਕਰਕੇ ਭਾਰਤ ਦਾ, ਤਾਂ ਪੰਜਾਬ ਜਿਹੜਾ ਭਾਰਤੀ ਪੰਜਾਬ ਆ, ਜਿਹੜਾ ਚੜ੍ਹਦਾ ਪੰਜਾਬ ਵਾਲੇ ਪਾਸੇ ਪੰਜਾਬ ਆ, ਇਹ ਐਕਸਟ੍ਰੀਮਲੀ ਇੰਪੋਰਟੈਂਟ ਆ, ਕਿਉਂਕਿ ਲੌਜਿਸਟਿਕਲੀ ਇੱਥੋਂ ਚੀਜ਼ਾਂ ਸਪਲਾਈ ਹੋਣੀਆਂ, ਸੋਲਜਰਸ ਇੱਥੋਂ ਦੇ ਆ, ਗੱਡੀਆਂ ਇੱਥੋਂ ਨਿਕਲਣੀਆਂ। ਤਾਂ ਇਹ ਬਹੁਤ ਜ਼ਿਆਦਾ, ਚਾਹੇ ਆਲਟਰਨੇਟਿਵ ਰੂਟਸ ਤੋਂ ਡਿਵੈਲਪ ਕਰ ਸਕਦੇ ਆ, ਪਰ ਆਲਟਰਨੇਟਿਵ ਰੂਟਸ ਤਾਂ ਫਿਰ ਵੀ ਇੱਕ ਆਲਟਰਨੇਟਿਵ ਆ, ਜਿਹੜਾ ਬੈਸਟ ਰੂਟਸ ਆ ਜਾਂ ਬੈਸਟ ਤਰੀਕੇ ਆ ਇੱਥੋਂ ਆ। ਸੋ ਇਸ ਪੋਪੂਲੇਸ਼ਨ ਨੂੰ ਦੋਨੇ ਪਾਸੇ ਵਾਲੇ ਵਿਨ ਓਵਰ ਕਰਨ ਦੀ ਕੋਸ਼ਿਸ਼ ਕਰਨਗੇ। ਇਹ ਪੋਪੂਲੇਸ਼ਨ ਪਿਛਲੇ ਆਪਾਂ 20-30 ਸਾਲਾਂ ਤੋਂ ਜਾਂ 40 ਸਾਲਾਂ ਤੋਂ ਵੇਖਿਆ ਐਲੀਨੀਏਟਡ ਸੀਗੀ, ਹੋਰ ਚੱਲੀ ਸੀ ਭਾਰਤੀ ਕੇਂਦਰ ਸਰਕਾਰ ਨਾਲ। ਦੂਸਰਾ, ਕਿਸਾਨ ਸੰਘਰਸ਼ ਨੇ ਬਿਲਕੁਲ ਹੀ ਇਹ ਪ੍ਰੋਬਲਮਸ ਕਰਤੀਆਂ ਸੀਗੀਆਂ। ਤਾਂ ਉਹ ਐਲੀਨੀਏਸ਼ਨ ਨੂੰ ਰੋਕਣ ਵਾਸਤੇ ਹੁਣ ਸਰਕਾਰ ਜਿਹੜੀ ਆ, ਕੇਂਦਰ ਸਰਕਾਰ ਆ, ਉਹ ਅਪੀਜ਼ਮੈਂਟ ਦੀ ਪਾਲਿਸੀ ਕਰ ਰਹੀ ਆ। ਉਹਨੇ ਫਟਾਫਟ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ, ਲਾਜ਼ ਕੀਤੇ, ਹੋਰ ਵੀ ਸ਼ਾਇਦ ਕਰਨ। ਤੁਹਾਡੇ ਤੇ ਕਲਚਰਲ ਇਨਵੇਜਨ ਵੀ ਹੋਊਗੀ ਕਿ ਵੀ ਬੁੱਕਸ ਆਉਣਗੀਆਂ ਕੋਈ ਜਿਹੜੀਆਂ ਜਸਟੀਫਾਈ ਕਰਨ ਨੂੰ, ਜਿਵੇਂ ਹੁਣ ਬੀਡੀ ਪਾਂਡੇ ਦੀ ਬੁੱਕ ਆਈ ਹੈ ਕਿ ਉਹਨੇ ਸਾਰੇ ਕੌਨਫਲਿਕਟ ਨੂੰ ਰਿਡਿਊਸ ਕਰਤਾ ਹੈ ਇੰਦਰਾ ਗਾਂਧੀ ਦੀ ਹੈਬਿਟਸ ਦੇ ਉੱਤੇ। ਤਾਂ ਉਹ ਇੱਕ ਤਰ੍ਹਾਂ ਉਸ ਪੁਰਾਣੀਆਂ ਜਿਹੜੀਆਂ ਹੋਰ ਵੀ ਇਨ ਪਾਈਪਲਾਈਨ ਆ ਉਹਨਾਂ ਦਾ ਜਿਹੜਾ ਹੈਗਾ।
ਸੋ ਹਰ ਤਰੀਕੇ ਨਾਲ ਉਹ ਕੋਸ਼ਿਸ਼ ਕਰਨਗੇ, ਕੁਛ ਬੁੱਕਸ ਦੇ ਥਰੂ, ਕੁਛ ਕਲਚਰ ਦੇ ਥਰੂ, ਕੁਛ ਅਪੀਜ਼ਮੈਂਟ ਦੇ ਥਰੂ, ਕੁਛ ਆਰਥਿਕ ਤੌਰ ਤੇ ਕੁਛ ਸੁਖਾਵਾਂ ਮਾਹੌਲ ਬਣਾ ਕੇ ਦੇਣ ਦੇ ਥਰੂ। ਸੋ ਨਿੱਕੀਆਂ ਨਿੱਕੀਆਂ ਜਿਹਨੂੰ ਆਪਾਂ ਲੋਲੀਪੌਪਸ ਕਹਿ ਲਓ ਜਾਂ ਨਿੱਕੇ ਨਿੱਕੇ ਜਿਹੜੇ ਬੈਨੀਫਿਟਸ ਆ ਉਹ ਦੇਣ ਦੀ ਕੋਸ਼ਿਸ਼ ਕਰਨਗੇ। ਜਿਵੇਂ ਇੰਡੀਅਨ ਸਟੇਟ ਭਲੀ ਭਾਂਤੀ ਜਾਣੂ ਆ ਕਿ ਇਹਦੇ ਪਿੱਛੇ ਅੰਦੋਲਨ ਦੇ ਪਿੱਛੇ ਸਿੱਖ ਫੋਰਸ ਆ, ਤਾਂ ਉਹਨਾਂ ਦੇ ਜਿਹੜੇ ਬੁਲਾਰਿਆਂ ਵੱਲੋਂ ਕੰਟਰਾਸਟ ਕਰਨਾ ਨਾ ਇੰਦਰਾ ਗਾਂਧੀ ਨਰਿੰਦਰ ਮੋਦੀ ਦਾ, ਜਿਵੇਂ ਹਾਲ ਹੀ ਜਿਹੜਾ ਇਹਨਾਂ ਦਾ ਘੱਟ ਗਿਣਤੀ ਚੇਅਰਮੈਨ ਆ ਇੱਥੇ ਇੰਡੀਆ ਦਾ, ਉਹਦੇ ਵੱਲੋਂ ਕਹਿਣਾ ਕਿ ਇੱਕ ਤਾਂ ਉਹ ਸੀ ਜਿਨੇ ਮੰਗਾਂ ਦੇ ਜਵਾਬ ਵਜੋਂ ਅਕਾਲ ਤਖਤ ਤੋੜਿਆ, ਤਾਂ ਇੱਕ ਉਹ ਜਿਹੜਾ ਗੁਰਪੁਰਬ ਦੇ ਉੱਪਰ ਮਾਫੀ ਮੰਗ ਕੇ ਕਾਨੂੰਨ ਵਾਪਸ ਲੈ ਰਿਹਾ। ਇਸੇ ਤਰ੍ਹਾਂ ਸਤਿਆਪਾਲ ਮਲਿਕ ਦੀ ਸਪੀਚ ਵੀ ਸਿੱਖਾਂ ਨੂੰ ਪੈਂਪਰਿੰਗ ਤਾਂ ਲੱਗ ਸਕਦੀ ਆ, ਪਰ ਉਹ ਅਲਟੀਮੇਟਲੀ ਸਟੇਟ ਦੇ ਹੱਕ 'ਚ ਹੀ ਭੁਗਤਦੀ ਆ, ਕਿਉਂਕਿ ਉਸ ਜਿਹੜੀ ਉਹਦੀ ਉਹ ਸਪੀਚ ਤੋਂ ਬਾਅਦ ਜਿਹੜਾ ਫੈਸਲਾ ਆਉਂਦਾ ਆ ਤਾਂ ਉਹਦਾ ਇਫੈਕਟ ਜਿਹੜਾ ਲੋਕਾਂ ਦੇ ਮਨਾਂ ਦੇ ਉੱਪਰ ਜ਼ਰੂਰ ਪੈਂਦਾ ਆ। ਤਾਂ ਜਿਹੜਾ ਜੋ ਕੁਛ ਕਾਂਗਰਸ ਨੇ ਕੀਤਾ ਜਾਂ ਇੰਦਰਾ ਗਾਂਧੀ ਨੇ ਕੀਤਾ, ਉਹਨੂੰ ਸਿਰਫ ਕਾਂਗਰਸ ਤੇ ਇੰਦਰਾ ਗਾਂਧੀ ਤੱਕ ਸਮੇਟਣਾ, ਜਿਹੜੀ ਤੁਸੀਂ ਗੱਲ ਕੀਤੀ ਆ, ਉਹਨੂੰ ਇੰਡੀਅਨ ਸਟੇਟ ਵੱਲੋਂ ਕੀਤਾ ਐਕਸ਼ਨ ਨਾ ਕਹਿ ਕੇ ਇੱਕ ਪਾਰਟੀਕੂਲਰ ਕਹਿ ਲਓ ਪੋਲੀਟੀਕਲ ਜਮਾਤ ਵੱਲੋਂ ਜਾਂ ਇੱਕ ਬੰਦੇ ਦੀ ਕਹਿ ਲਓ ਵੀ, ਜਿਵੇਂ ਤੁਸੀਂ ਉਹਨਾਂ ਦਾ ਪਾਂਡੇ ਦੇ ਜ਼ਿਕਰ ਕੀਤਾ ਕਿ ਉਹਦੀ ਹੈਬਿਟ ਸੀ ਜਾਂ ਉਹਦਾ ਇਵੇਂ ਦਾ ਵਿਹਾਰ ਸੀ ਵੀ ਉਹਨੇ ਉਹਦੇ ਵਿੱਚ ਉਹ ਜਿਹੜਾ ਸਿੱਖਾਂ ਦਾ ਨੁਕਸਾਨ ਕੀਤਾ, ਉੱਥੋਂ ਤੱਕ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਸਟੇਟ ਇਸ ਚੀਜ਼ ਨੂੰ ਸਮਝਦੀ ਆ। ਪਰ ਐਟ ਸੇਮ ਟਾਈਮ ਜਿਹੜੀ ਅੱਜ ਰੂਲਿੰਗ ਕਲਾਸ ਆ, ਉਹਨੂੰ ਸਪੋਰਟ ਕਰਨ ਵਾਲੇ ਜਿਹੜੇ ਜਥੇਬੰਦੀਆਂ ਨੇ, ਅਸੀਂ ਦੇਖਦੇ ਹਾਂ ਕਿ ਉਹ ਆਪ ਮੁਹਾਰੀਆਂ ਜਥੇਬੰਦੀਆਂ ਨੇ। ਜਿਵੇਂ ਸਟੇਟ ਨੇ ਇੱਥੇ ਬੈਕ ਸਟੈਪ ਕੀਤਾ ਹੈ, ਨਰਿੰਦਰ ਮੋਦੀ ਇੱਥੇ ਕਾਨੂੰਨ ਵਾਪਸ ਲੈਂਦਾ ਆ, ਐਟ ਸੇਮ ਟਾਈਮ ਉੱਥੇ ਜਿਹੜੀਆਂ ਉਹਨਾਂ ਦੀ ਆਪ ਮੁਹਾਰੀ ਜਥੇਬੰਦੀਆਂ ਨੇ ਉਹ ਸਿੱਖਾਂ ਨੂੰ 84 ਦੁਬਾਰਾ ਰਿਪੀਟ ਕਰਨ ਦੀ ਜਿਹੜੀ ਗੱਲ ਕਰ ਰਹੀਆਂ ਨੇ। ਈਵਨ ਕੰਗਣਾ ਰਣੌਤ ਦਾ ਖੁੱਲ੍ਹ ਕੇ ਪਬਲਿਕਲੀ ਵੀ ਬੋਲੀ, ਜਿਹਦੇ ਖਿਲਾਫ ਹੁਣ ਕੇਸ ਵੀ ਹੋਇਆ ਆ। ਉਹਨੂੰ ਸਟੇਟ ਕਿਵੇਂ ਡੀਲ ਕਰੇਗੀ, ਜਾਂ ਜਿਹੜੀ ਭਾਜਪਾ ਜਿਹੜੀ ਰੂਲ ਕਰ ਰਹੀ ਆ, ਉਹ ਜਿਹੜੀਆਂ ਆਪਣੀ ਫੋਰਸਿਸ ਨੇ, ਜਿਹੜੀਆਂ ਇਹਦਾ ਤਗੜਾ ਬੇਸ ਵੀ ਨੇ, ਜਿਹੜੀਆਂ ਇਹਨੂੰ ਜਿਤਾਉਣ ਦੇ ਵਿੱਚ ਵੱਡਾ ਹੱਥ ਵੀ ਰੱਖਦੀਆਂ ਨੇ, ਉਹਨੂੰ ਕਿਵੇਂ ਡੀਲ ਕਰਨਗੀਆਂ, ਉਹਨੂੰ ਕਿਵੇਂ ਸਮਝਾਉਣਗੇ? ਦੇਖੋ ਜੀ, ਪਿਛਲੇ 70 ਸਾਲਾਂ ਚ ਰਾਦਰ 80 ਸਾਲਾਂ ਚ ਜੋ ਨੈਰੇਟਿਵ ਬਣ ਗਿਆ ਸੀ ਭਾਰਤੀ ਅਲੀਟ ਦਾ, ਜਿਹੜੀ ਹਿੰਦੂ ਅਲੀਟ ਦਾ ਜੋ ਨੈਰੇਟਿਵ ਬਣ ਗਿਆ ਸੀ ਅਕ੍ਰੋਸ ਦੀ ਕੰਟਰੀ, ਉਹ ਸਿੱਖਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਟਾਰਗੇਟ ਕਰਨ ਦਾ ਬਣ ਗਿਆ ਸੀਗਾ। ਕਦੀ ਉਹ ਆਪਾਂ ਨੂੰ ਫਿਲਮਾਂ ਚ ਮਾੜਾ ਵਿਖਾਉਂਦੇ ਸੀ, ਕਦੀ ਬੁਲਿੰਗ ਕਰਦੇ ਸੀ ਬੱਚਿਆਂ ਦੀ, ਹਨਾ। ਫੇਰ ਤਾਂ ਉਹ ਵੱਧਦਾ ਗਿਆ ਤੇ 84 ਤੋਂ ਲੈ ਕੇ 95 ਤੱਕ ਤਾਂ ਜੋ ਆਪਾਂ ਝੱਲਿਆ ਉਹ ਆਪਾਂ ਨੂੰ ਪਤਾ ਹੀ ਆ ਹੈ। ਉਦੋਂ ਬਾਅਦ ਵੀ ਉਹ ਜਿਹੜੀ ਘਾੜਤ ਆ ਸਿੱਖਾਂ ਦੇ ਅਗੇਂਸਟ, ਉਹ ਘਟੀ ਨਹੀਂ ਸੀ, ਉਹ ਉੱਥੇ ਹੀ ਉਹ ਕੰਟੀਨਿਊਸਲੀ ਉਹਨਾਂ ਦੇ ਮਨਾਂ 'ਚ ਉਹ ਸੀਗਾ। ਫਿਰ ਭਾਰਤੀ ਸਟੇਟ ਨੇ ਇਸ ਮੋਰਚੇ ਨੂੰ ਵੀ ਜਾਂ ਉਹਦੇ ਮੀਡੀਆ ਨੇ, ਕਿਉਂਕਿ ਉਹ ਵੇਖੋ ਨਾ, ਹੇਠਲੀ ਫੋਰਸ ਹੁੰਦੀ ਆ, ਉਹਦੀ ਇੱਕ ਸੋਚ ਬਣ ਜਾਂਦੀ ਆ। ਉਹਦੀ ਸੋਚ ਇਹ ਬਣ ਗਈ ਸੀ ਕਿ ਵੀ ਮੋਦੀ ਨੂੰ ਰੋਕਿਆ ਨਹੀਂ ਜਾ ਸਕਦਾ, ਤੇ ਸੈਕੰਡਲੀ ਇਹ ਲੋਕ ਜਿਹੜੇ ਹੈਗੇ ਆ ਇਹ ਖਾਲਿਸਤਾਨੀ ਆ ਜਾਂ ਕੁਛ ਆ, ਹਨਾ, ਇਹ ਰੋਕ ਰਹੇ ਆ ਪ੍ਰੋਗਰੈਸ ਨੂੰ, ਰੋਕ ਰਹੇ ਆ ਭਾਰਤ ਦੀ ਨੂੰ। ਉਹਨਾਂ ਦੇ ਦਿਮਾਗ 'ਚ ਸੈੱਟ ਹੋ ਗਿਆ ਸੀਗਾ। ਤਾਂ ਉਹ ਜਿਹੜੀ ਜਦੋਂ ਸਟੇਟ ਨੂੰ ਇੱਕ ਰੈਸ਼ਨਲ ਡਿਸੀਜਨ ਜਿਹੜਾ ਕਿ ਲੈਣਾ ਪਿਆ, ਜਾਂ ਇਹ ਕਹਿ ਲਓ ਜਿਹੜਾ ਉਹਨਾਂ ਨੂੰ ਪਹਿਲਾਂ ਤੋਂ ਚਾਹੀਦਾ ਸੀ ਕਿ ਸਿੱਖਾਂ ਨੇ ਯੂਨੀਅਨ ਜੁਆਇਨ ਕੀਤੀ ਸੀ ਤੇ ਵੀ ਪ੍ਰੋਪਰ ਤਰੀਕੇ ਨਾਲ ਰੱਖਦੇ, ਉਹ ਸਾਰਾ 70 ਸਾਲ ਦਾ 80 ਸਾਲ ਦਾ ਜਿਹੜਾ ਪ੍ਰੋਪੇਗੈਂਡਾ ਹੈ, ਉਹਦੇ ਚੋਂ ਜਿਹੜਾ ਮੋਮੈਂਟਮ ਬਣਿਆ ਹੋਇਆ, ਉਹਦੇ ਚੋਂ ਜਿਹੜੇ ਚਾਹੇ ਉਹ ਜੈਪੁਰ ਡਾਇਲੌਗ ਵਾਲੇ ਆ, ਚਾਹੇ ਕੋਈ ਹੋਰ ਆ, ਜਿਹੜੇ ਮੋਦੀ ਦੇ ਇਸ ਏਜੰਡੇ ਨੂੰ ਇੰਪੋਰਟੈਂਟ ਸਮਝਦੇ ਆ, ਜਾਂ ਉਹ ਮੋਦੀ ਦਾ ਏਜੰਡਾ ਨਹੀਂ ਸਮਝਦੇ, ਐਕਚੁਅਲੀ ਉਹ ਤਾਂ ਉਹਨਾਂ ਦਾ ਆਪਦਾ ਏਜੰਡਾ ਜਿਹੜਾ ਮੋਦੀ ਡਰਾਈਵ ਕਰ ਰਿਹਾ। ਤਾਂ ਉਹ ਉਹਨਾਂ ਨੂੰ ਇੱਕ ਤਰ੍ਹਾਂ ਦਾ ਉਹਨਾਂ ਦੀ ਫੀਲਿੰਗਸ ਤੋਂ ਆਪਾਂ ਨੂੰ ਪਤਾ ਲੱਗਦਾ ਹੈ ਕਿ ਮੋਦੀ ਜਾਂ ਸਰਕਾਰ ਕੋਈ ਵੀ ਰੈਸ਼ਨਲ ਸਟੈਪ ਲੈ ਲੇ, ਜਿਹੜਾ ਅੰਦਰ ਐਨਮੋਸਿਟੀ ਹੈ, ਜਿਹੜੀ ਅੰਦਰ ਉਹਨਾਂ ਦੇ ਨਫ਼ਰਤ ਭਰੀ ਵੀ ਆ ਆਪਣੇ ਸਿੱਖ ਪੋਪੂਲੇਸ਼ਨ ਦੇ ਅਗੇਂਸਟ ਜਾਂ ਸਿੱਖਾਂ ਦੇ ਅਗੇਂਸਟ, ਉਹ ਸ਼ਾਇਦ ਵਧੀ ਆ ਕਿਤੇ। ਹੁਣ ਉਹਨੂੰ ਡੀਲ ਕਰਨਾ ਵੀ ਭਾਰਤੀ ਸਟੇਟ ਵਾਸਤੇ ਇੰਪੋਰਟੈਂਟ ਹੋ ਗਿਆ, ਪਰ ਉਹ ਡੀਲ ਕਰਦੇ ਆ ਕਿ ਇਹਨੂੰ ਵਧਾਉਂਦੇ ਆ। ਉਹ ਹੁਣ ਜਿੱਥੇ ਲਿਆ ਕੇ ਮੋਦੀ ਨੇ ਖੜਾ ਕਰਤਾ ਹੈ, ਇੱਕ ਤਰ੍ਹਾਂ ਉਹਨੇ ਇਹ ਵੀ ਪੋਰਟਰੇ ਕਰਤਾ ਅਕ੍ਰੋਸ ਕਿ ਸਿੱਖਾਂ ਨੂੰ ਉਹਨੇ ਆਈਸੋਲੇਟ ਕਰਤਾ ਤੇ ਇਹ ਸ਼ੋਅ ਕਰਤਾ ਹੈ ਕਿ ਵੀ ਇਹ ਲੋਕ ਤੁਹਾਡੀ ਪ੍ਰੋਗਰੈਸ ਦੇ ਵਿੱਚ ਇੰਪੈਡੀਮੈਂਟ ਹੈ। ਕਿਉਂਕਿ ਰਿਫਾਰਮਸ ਕਹਿੰਦੇ ਨਾ, ਰਿਫਾਰਮਸ ਅਗਲਾ ਸੋਚਦਾ ਰਿਫਾਰਮਸ ਮਤਲਬ ਵੀ ਚੰਗੀ ਚੀਜ਼ ਹੋ ਰਹੀ ਹੈ, ਬਿਹਤਰ ਹੋ ਰਹੀ ਹੈ, ਸੋਧ ਕੀਤੀ ਜਾ ਰਹੀ ਹੈ, ਪੁਰਾਣੇ ਨੂੰ ਚੰਗਾ ਕੀਤਾ ਜਾ ਰਿਹਾ। ਤਾਂ ਵੀ ਇਕਨੋਮਿਕ ਰਿਫਾਰਮਸ ਜਿਹੜੇ ਹੈਗੇ, ਕਿਉਂਕਿ ਉਹਨਾਂ ਨੇ ਤਾਂ ਇੱਕ ਤਰ੍ਹਾਂ ਦਾ ਪ੍ਰੋਪੇਗੈਂਡਾ ਸੁਣਨਾ ਹੈ ਨਾ। ਸੋ ਪਹਿਲੀ ਗੱਲ ਆ। ਸੈਕੰਡਲੀ, ਇੰਦਰਾ ਗਾਂਧੀ ਤਾਂ ਵਾਰੀ-ਵਾਰੀ ਯਾਦ ਕਰਾਈ ਜਾ ਰਹੀ ਆ ਤਾਂ ਕਿ ਅਸੀਂ ਕੰਪੇਅਰ ਕਰੀਏ ਕਿਤੇ ਨਾ ਕਿਤੇ ਕਿ ਵੀ ਇਹ ਸਟੇਟ ਦਾ ਨਹੀਂਗਾ, ਜਾਂ ਇਹ ਹਿੰਦੂਤਵੀ ਏਜੰਡਾ ਨਹੀਂਗਾ ਸਿੱਖਾਂ ਨੂੰ ਤੰਗ ਕਰਨ ਦਾ। ਇਹ ਤਾਂ ਇੱਕ ਪਾਰਟਿਕੂਲਰ ਲੇਡੀ ਨੇ ਤੰਗ ਕੀਤਾ ਸੀ, ਉਹ ਮੂਰਖ ਸੀ ਜਾਂ ਕੁਛ ਸੀ ਜਾਂ ਕਿਵੇਂ ਆ। ਵੇਖੋ, ਜਵਾਹਰ ਲਾਲ ਨਹਿਰੂ ਦੇ ਅਗੇਂਸਟ ਤੋਂ ਨੈਰੇਟਿਵ ਸੈੱਟ ਕਰ ਹੀ ਰਹੇ ਆ। ਜਦੋਂ ਉਹਨਾਂ ਨੇ ਜਵਾਹਰ ਲਾਲ ਨਹਿਰੂ ਨੂੰ ਆਈਡੀਓਲੋਜੀਕਲੀ ਖਤਮ ਕਰਤਾ ਤਾਂ ਉਹਦਾ ਨੈਕਸਟ ਇੰਦਰਾ ਹੋਊ। ਪਰ ਐਟ ਸੇਮ ਟਾਈਮ ਸਿੱਖਾਂ ਨੂੰ ਵੀ ਇਹ ਨਹੀਂ ਭੁੱਲਣਾ ਚਾਹੀਦਾ ਕਿ ਵੀ ਇਹ, ਮੈਂ ਜਿਵੇਂ ਪਹਿਲਾਂ ਗੱਲ ਕੀਤੀ ਹੈ ਕਿ ਦੋ ਚੀਜ਼ਾਂ, ਸ਼ਾਰਟ ਟਰਮ ਹਾਲਾਤ ਐਸੇ ਬਣ ਗਏ ਆ ਕਿ ਉਹਨਾਂ ਕੋਲੇ ਕੋਈ ਆਪਸ਼ਨ ਨਹੀਂ ਰਹਿ ਗਈ ਸੀ। ਥਰਡ ਜਿਹੜੇ ਹੈਗੇ ਆ, ਜਿਹੜਾ ਉਹਨਾਂ ਦਾ ਸੈਕੰਡ ਜਿਹੜੀ ਆ ਲੌਂਗ ਟਰਮ ਆਈਡੀਓਲੋਜੀਕਲੀ ਉਹ ਚਾਹੁੰਦੇ ਆ ਕਿ ਇਹ ਲੋਕ ਬਿਲਕੁਲ ਅੱਡ ਨਾ ਰਹਿ ਜਾਣ। ਤਾਂ ਉਹਦੇ ਵਾਸਤੇ ਉਹ ਲਿਮਿਟਿਡ ਉਨੀ ਕੁ ਅਪੀਜ਼ਮੈਂਟ ਜਿਹੜੀ ਹੁੰਦੀ ਹੈ ਉਨੀ ਕੀ ਹੁੰਦੀ ਹੈ ਜਿੰਨੇ ਕੁ ਨਾਲ ਤੁਹਾਡੀ ਮਿਨੀਮਮ
ਤੁਸੀਂ ਖੁਸ਼ ਰੱਖ ਸਕੋ। ਅਪੀਜ਼ਮੈਂਟ ਦਾ ਮਤਲਬ ਇਹ ਨਹੀਂ ਹੋਊਗਾ ਕਿ ਉਹ ਤੁਹਾਨੂੰ ਤੁਹਾਡੇ ਪੂਰੇ ਅਧਿਕਾਰ ਦੇਣਗੇ, ਹੱਕ ਦੇਣਗੇ, ਤੁਹਾਨੂੰ ਪੂਰੀ ਤਰੀਕੇ ਨਾਲ ਕਰਨਗੇ। ਇੱਕ ਗੱਲ ਤਾਂ ਬਿਲਕੁਲ ਕਲੀਅਰ ਹੋ ਗਈ ਹੈ ਨਾ ਕਿ ਵੀ ਇੱਕ ਭਾਰਤੀ ਹਿੰਦੂਤਵ ਜਾਂ ਹਿੰਦੂਵਾਦੀ ਲੋਕ ਹੈਗੇ ਆ ਤੇ ਇੱਕ ਸਿੱਖ ਹੈਗੇ ਆ। ਦੋ ਚੀਜ਼ਾਂ ਨੂੰ ਉਹਨੇ ਡਿਫਰੈਂਸ਼ੀਏਟ ਤਾਂ ਕਰ ਹੀ ਦਿੱਤਾ ਨਾ ਇਸ ਡੀਲ ਨੇ। ਉਹ ਕਿਸਾਨ ਐਜ਼ ਅ ਕਲਾਸ ਨਹੀਂ ਡੀਲ ਹੋਏ, ਸਿੱਖ ਐਜ਼ ਅ ਕਮਿਊਨਿਟੀ ਡੀਲ ਹੋਏ ਆ। ਤਾਂ ਤੁਹਾਨੂੰ ਵੀ ਆਪਦੀਆਂ ਜਿਹੜੀਆਂ ਪਾਲਿਸੀਜ਼ ਆ ਜਾਂ ਥਾਟ ਆ ਜਾਂ ਡੀਲਿੰਗਸ ਆ, ਚਾਹੇ ਪਾਰਟੀ ਲੈਵਲ ਤੇ ਲੋਕਲ ਜਿਵੇਂ ਤੁਸੀਂ ਪੋਲਿਟਿਕਸ ਕਰਦੇ ਹੋ ਉਸ ਲੈਵਲ ਤੇ ਜਾਂ ਬਾਕੀ ਨੈਗੋਸੀਏਸ਼ਨਸ ਲੈਵਲ ਤੇ, ਇਸ ਸਰਕਾਰ ਨਾਲ ਜਾਂ ਬੀਜੇਪੀ ਨਾਲ ਘੱਟੋ ਘੱਟ ਜੇ ਕੋਈ ਮੌਦੇ ਕਰਨੇ ਆ ਜਾਂ ਕੁਝ ਕਰਨੇ ਆ ਤਾਂ ਤੁਹਾਨੂੰ ਪੰਥਕ ਐਂਗਲ ਤੋਂ ਹੀ ਕਰਨੇ ਚਾਹੀਦੇ, ਬਿਕੋਜ਼ ਉਹੀ ਫੋਰਸ ਆ ਤੇ ਉਸੇ ਪਰਸਪੈਕਟਿਵ ਨਾਲ ਹੀ ਉਹ ਤੁਹਾਨੂੰ ਵੇਖ ਰਹੇ ਆ। ਸੋ ਇਹ ਗੱਲ ਅੱਗੇ ਹੋਰ ਉੱਭਰ ਕੇ ਆਊਗੀ। ਤੁਸੀਂ ਵੇਖਿਓ ਜਿਵੇਂ ਤੁਸੀਂ ਗੱਲ ਕੀਤੀ ਕਿ ਇੰਦਰਾ ਗਾਂਧੀ ਨੂੰ ਹੀ ਉਹ ਡੈਵਲ ਪੇਸ਼ ਕਰਕੇ ਸਾਰਾ ਕੁਝ ਉਹਦੇ ਖਾਤੇ ਪਾ ਕੇ ਸਾਰਾ ਉਹਨੂੰ ਸ਼ੋਅ ਕਰਕੇ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨਗੇ ਕਿ ਵੀ ਸਿੱਖਾਂ ਨਾਲ ਸਾਡਾ ਕੋਈ ਵੈਰ ਨਹੀਂ ਸੀ। ਸਾਨੂੰ ਜਿਵੇਂ ਹੁਣ ਇੱਕ ਇਸ਼ੂ ਆਉਂਦਾ ਕਿ ਵੀ ਅਡਵਾਨੀ ਤੇ ਵਾਜਪਾਈ ਵਾਲਾ, ਤਾਂ ਇੱਥੇ ਸਾਡੇ ਇੱਥੇ ਇੱਕ ਲੋਕਲ ਬੀਜੇਪੀ ਵਾਲਾ ਉਹ ਕਹਿੰਦਾ ਜੀ ਵੇਖੋ ਉਹ ਤਾਂ ਜੋ ਇੰਦਰਾ ਨੇ ਉਹਨਾਂ ਨੂੰ ਦੱਸਿਆ ਉਹ ਤਾਂ ਉਹਨਾਂ ਨੇ ਤਾਂ ਉਵੇਂ ਰਿਐਕਟ ਕੀਤਾ ਨਾ। ਸੋ ਬੇਸਿਕਲੀ ਉਹ ਡੈਵਲ ਜਿਹੜੀ ਆ ਉਹ ਇੰਦਰਾ ਤੇ ਉਹਦੀ ਕੋਟਰੀ ਨੂੰ ਜਾਂ ਗਾਂਧੀ ਫੈਮਿਲੀ ਨੂੰ ਪੋਰਟਰੇ ਕਰਕੇ ਉਹ ਤਾਂ ਉਹਨਾਂ ਦਾ ਪੋਲੀਟੀਕਲ ਐਡਵਾਂਟੇਜ ਵੀ ਉਹਨਾਂ ਨੂੰ ਹੁੰਦਾ। ਤੇ ਸੈਕਿੰਡ ਉਹਨਾਂ ਦਾ ਇੱਕ ਇਸ਼ੂ ਨੂੰ ਉਹ ਮਤਲਬ ਚਾਹੇ ਉਹ ਸਟੇਟ ਵੱਲੋਂ ਪਲੈਨਡ ਸੀ ਜਾਂ ਨਹੀਂ ਸੀ, ਜਾਂ ਉਸ ਚੀਜ਼ ਤੇ ਭੰਬਲ ਭੂਸਾ ਜਾਂ ਪਾ ਕੇ ਉਹਨੂੰ ਆਪਾਂ ਨੂੰ ਉਹ ਅਪੀਸ ਕਰਨ ਦੀ ਕੋਸ਼ਿਸ਼ ਕਰ। ਹਾਂ ਬਿਲਕੁਲ ਜੀ, ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਪੀਚ ਦੇ ਵਿੱਚ ਵੀ ਮਤਲਬ ਉਹਨੇ ਪਾਰਟੀਕੂਲਰਲੀ ਸਿੱਖ ਲਫ਼ਜ਼ ਤਾਂ ਨਹੀਂ ਵਰਤਿਆ, ਪਰ ਉਹਨੇ ਇਹ ਕਿਹਾ ਕਿ ਆਪਾਂ ਕਿਸਾਨਾਂ ਦੇ ਦੀਵੇ ਦੀ ਲੋ ਵਰਗੇ ਜਿਹੜਾ ਸੱਚ ਹੀ ਉਹ ਇੱਕ ਵਰਗ ਨੂੰ ਨਹੀਂ ਸਮਝਾ ਸਕੇ, ਤਾਂ ਉੱਥੇ ਉਹਨੇ ਸਿੱਖਾਂ ਨੂੰ ਉਹ ਦਿਖਾਈ ਪੋਰਟਰੇਟ ਕਰ ਹੀ ਦਿੱਤਾ ਕਿ ਇਹੀ ਕਮਿਊਨਿਟੀ ਹੈ ਜਿਹੜੀ ਇਹਨਾਂ ਕਾਨੂੰਨਾਂ ਵਾਸਤੇ ਨਹੀਂ ਮੰਨੀ। ਉਸ ਤੋਂ ਅਗਲੀ ਗੱਲ ਆਪਾਂ ਕਰੀਏ, ਜਿਹੜਾ ਤਾਲਿਬਾਨ ਜਾਂ ਅਫਗਾਨਿਸਤਾਨ ਫੈਕਟਰ ਆ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ? ਤਾਲਿਬਾਨ ਫੈਕਟਰ ਬਹੁਤ ਇੰਪੋਰਟੈਂਟ ਹੈ ਜੀ। ਉੱਥੋਂ ਹਿੰਦੁਸਤਾਨ ਦਾ ਨਿਕਲ ਜਾਣਾ ਜਾਂ ਉੱਥੇ ਉਹਦਾ ਅਸਰ ਖਤਮ ਹੋ ਜਾਣਾ ਜਿਹੜਾ ਹੈ ਉਹ ਪਾਕਿਸਤਾਨ ਨੂੰ ਬਹੁਤ ਮਜ਼ਬੂਤ ਕਰਦਾ ਹੈ। ਪਾਕਿਸਤਾਨ ਇੱਕ, ਤੁਸੀਂ ਪਾਕਿਸਤਾਨ ਨੂੰ ਜੇ ਵੇਖੋਗੇ ਲੰਬਾਈ 'ਚ ਜ਼ਿਆਦਾ ਹੈ, ਚੌੜਾਈ 'ਚ ਕਈ ਜਗ੍ਹਾ ਤੇ ਸਿਰਫ 400 ਕਿਲੋਮੀਟਰ ਹੀ ਰਹਿ ਜਾਂਦਾ ਜੀ, ਜਾਂ 400 ਮੀਲ ਸ਼ਾਇਦ ਇੰਨਾ ਕੁ ਰਹਿ ਜਾਂਦਾ ਹੈ। ਇਹ ਇੱਕ ਆਮ ਜਹਾਜ਼ ਦੀ ਮਾਰ ਹੁੰਦੀ ਹੈ ਜੀ, ਜਿਹੜੇ ਜੈਗੁਆਰ ਵਰਗੇ ਜਾਂ ਈਵਨ ਮਾਡਰਨ ਜਿਹੜੇ ਰਫੇਲ ਵਰਗੇ ਪਲੇਨਸ ਇਹਨੂੰ ਕ੍ਰਾਸ ਕਰ ਜਾਂਦੇ ਆ, ਉੱਥੇ ਫਾਈਟ ਕਰ ਸਕਦੇ ਆ, ਬੋmbਿੰਗ ਕਰ ਸਕਦੇ ਆ, ਕੁਝ ਵੀ ਕਰ ਸਕਦੇ ਆ। ਸੋ ਜੇ ਕਿਸੇ ਹਾਲਾਤ ਦੇ ਵਿੱਚ ਜੰਗ ਲੱਗਦੀ ਹੈ ਤਾਂ ਪਾਕਿਸਤਾਨ ਨੂੰ ਇੱਕ ਵਰਡ ਕਹਿੰਦੇ ਹੁੰਦੇ ਮਿਲਟਰੀ ਦੇ ਵਿੱਚ ਸਟ੍ਰੈਟੇਜਿਕ ਡੈਪਥ, ਕਿ ਵੀ ਇੱਕ ਡੂੰਘਾਈ ਚਾਹੀਦੀ ਹੁੰਦੀ ਹੈ ਉਹਨੂੰ ਲੜਨ ਵਾਸਤੇ, ਜਿੱਥੇ ਉਹ ਆਪਦੇ ਸਮਾਨ ਅਸਲੇ ਨੂੰ ਜਾਂ ਆਪਦੀ ਇੰਪੋਰਟੈਂਟ ਜਿਹੜੇ ਚੀਜ਼ਾਂ, ਜੇ ਭਾਰਤ ਜਿਹੜੇ ਆ ਹਿੰਦੁਸਤਾਨ ਦੀਆਂ ਜਿਹੜੀਆਂ ਵੱਡੀਆਂ ਆਰਮਡ ਡਿਵੀਜ਼ਨਸ ਆ ਜਾਂ ਕੁਛ ਆ, ਉਹ ਆਗਰੇ ਤੋਂ ਪਰਾਂ ਝਾਂਸੀ ਤੇ ਇਹਨਾਂ ਏਰੀਆਜ਼ ਦੇ ਵਿੱਚ ਰੱਖੀਆਂ ਜਾਂਦੀਆਂ। ਜਦੋਂ ਵਾਰ ਹੁੰਦੀ ਆ ਜਾਂ ਜਦੋਂ ਹਾਲਾਤ ਵਿਗੜਦੇ ਉਦੋਂ ਫਟਾਫਟ ਉਹਨੂੰ ਪਹਿਲਾਂ ਅੰਬਾਲੇ ਤੇ ਅੰਬਾਲੇ ਤੋਂ ਬਾਅਦ ਅਗਲੇ ਏਰੀਆਸ 'ਚ ਜਿਹੜੀਆਂ ਚੰਗੀਆਂ ਰੋਡਸ ਆਪਣੀਆਂ ਬਣ ਰਹੀਆਂ ਫਟਾਫਟ ਲਿਆਉਣ ਵਾਸਤੇ, ਉਹਨਾਂ ਨੂੰ ਮੂਵ ਕਰਨ ਵਾਸਤੇ ਰੇਲ ਰੋਡਸ ਦੇ ਥਰੂ ਤੇ ਰੋਡਸ ਦੇ ਥਰੂ ਮੂਵ ਕਰਦੇ ਆ। ਪਾਕਿਸਤਾਨ ਇਸ ਚੀਜ਼ ਨੂੰ ਇੰਜੋਏ ਨਹੀਂ ਕਰਦਾ, ਮਤਲਬ ਉਹਦੇ ਕੋਲੇ ਉਹ ਸਟ੍ਰੈਟੇਜਿਕ ਡੈਪਥ ਹੈ ਨਹੀਂ। ਉਹ ਜੇ ਪਛਾਣ ਵੀ ਰੱਖਣ ਦੀ ਕੋਸ਼ਿਸ਼ ਕਰੂਗਾ ਤਾਂ ਵੱਧ ਤੋਂ ਵੱਧ ਉਹ ਸਟ੍ਰੈਟੇਜਿਕ ਡੈਪਥ ਜਿਹੜੀ ਉਹਨੂੰ ਮਿਲਦੀ ਹੈ ਉਹ 200-250 ਕਿਲੋਮੀਟਰ ਦੀ ਮਿਲਦੀ ਹੈ। ਤੁਸੀਂ ਜੇ ਸਿੱਖ ਜੰਗਾਂ ਨੂੰ ਵੇਖਿਆ ਹੋਵੇ ਤਾਂ ਸਿੱਖਾਂ ਨੂੰ ਵੀ ਇਹ ਬਹੁਤ ਵੱਡੀ ਪ੍ਰੋਬਲਮ ਸੀਗੀ ਈਸਟ ਇੰਡੀਆ ਕੰਪਨੀ ਦੇ ਅਗੇਂਸਟ, ਕਿ ਸਟ੍ਰੈਟੇਜਿਕ ਡੈਪਥ ਹੈ ਨਹੀਂ ਸੀਗੀ। ਅਫਗਾਨਿਸਤਾਨ ਦਾ ਜਿਹੜਾ ਦੋਸਤ ਮੁਹੰਮਦ ਸੀ ਉਹ ਸਿੱਖਾਂ ਦੇ ਨਾਲ ਇੱਕ ਤਰ੍ਹਾਂ ਕਦੀ ਸਹੀ ਕਦੀ ਗਲਤ, ਮਤਲਬ ਉਹ ਡਬਲ ਪਾਲਿਸੀ ਖੇਡ ਰਿਹਾ ਸੀ। ਔਨ ਦੀ ਅਦਰ ਹੈਂਡ ਜਿਹੜਾ ਆਪਣਾ ਅੰਗਰੇਜ਼ ਸੀ ਉਹ ਅੱਗੇ ਪੁਸ਼ ਕਰ ਰਿਹਾ ਸੀ। ਤਾਂ ਵੇਖੋ ਪਿਛਾਂ ਹਟਦਾ ਹੈ ਸ਼ੇਰ ਸਿੰਘ ਤੇ ਚਰਨ ਸਿੰਘ, ਪਰ ਉਹ ਹਟ ਕੇ ਪਿੱਛੇ ਆਉਂਦੇ ਆ ਸਿਰਫ ਆਪਣਾ ਉੱਥੋਂ ਤੱਕ ਆ ਸਕਦੇ ਚਿਲਿਆਂ ਵਾਲੀ ਤੱਕ। ਜੇ ਹੋਰ ਸਟ੍ਰੈਟੇਜਿਕ ਡੈਪਥ ਹੁੰਦੀ ਤਾਂ ਅੰਗਰੇਜ਼ ਨਾਲ ਟੱਕਰਨਾ ਬਹੁਤ ਸੌਖਾ ਹੋ ਜਾਣਾ ਸੀ। ਪਰ ਪਾਕਿਸਤਾਨ ਨੇ ਉਹ ਜਿਹੜੀ ਅਨੋਮਲੀ ਸੀ ਉਸ ਖਿੱਤੇ ਤੇ ਰਾਜ ਕਰਨ ਦੀ, ਉਹਨੂੰ ਦੂਰ ਕੀਤਾ ਕਿ ਅਫਗਾਨਿਸਤਾਨ ਦੇ ਵਿੱਚ ਉਹ ਸਟ੍ਰੈਟੇਜਿਕ ਡੈਪਥ ਬਣਾਈ ਆ ਆਪਦੇ ਹੱਕ ਦਾ ਰਾਜ ਲਿਆ ਕੇ। ਐਟਲੀਸਟ ਉੱਥੇ ਉਹ ਆਪਦੀ ਇੰਪੋਰਟੈਂਟ ਹਥਿਆਰ ਜਾਂ ਚੀਜ਼ਾਂ ਰੱਖ ਸਕਦਾ ਹੈ ਉਸ ਏਰੀਆ ਦੇ ਵਿੱਚ, ਜੇ ਉਹ ਅਫਗਾਨਿਸਤਾਨ ਉਹਦੇ ਕੰਮ ਦਾ ਰਹਿੰਦਾ। ਤੇ ਭਾਰਤ ਵਾਸਤੇ ਉਹ ਬਹੁਤ ਇੰਪੋਰਟੈਂਟ ਸੀ ਕਿ ਭਾਰਤ ਜੇ ਪਾਕਿਸਤਾਨ ਦੇ ਉੱਤੇ ਪ੍ਰੈਸ਼ਰ ਡਿਵੈਲਪ ਕਰਨਾ ਚਾਹੁੰਦਾ, ਉਹ ਆਪਣਾ ਈਸਟ ਵੱਲੋਂ ਤਾਂ ਡਿਵੈਲਪ ਕਰਦਾ ਹੀ ਹੈ ਜਿੱਧਰ ਭਾਰਤ ਹੈ, ਉਧਰੋਂ ਜੇ ਵੈਸਟ ਵੱਲੋਂ ਅਫਗਾਨਿਸਤਾਨ 'ਚ ਜੇ ਭਾਰਤ ਪੱਖੀ ਰਾਜ ਹੋਵੇ ਤਾਂ ਉਹ ਉੱਥੋਂ ਵੀ ਡਿਵੈਲਪ ਕਰ ਸਕਦਾ ਹੈ। ਸੋ ਅਫਗਾਨਿਸਤਾਨ ਦਾ ਜਿਹੜਾ ਤਾਲਿਬਾਨਾਂ ਦੇ ਹੱਥ 'ਚ ਪੌਲ ਤੇ ਪ੍ਰੋ ਪਾਕਿਸਤਾਨ ਚਲੇ ਜਾਣਾ ਤੇ ਹੁਣ ਉਹ ਪ੍ਰੋ ਚਾਈਨਾ ਵੀ ਹੋ ਜਾਣਾ, ਇੱਕ ਤਰ੍ਹਾਂ ਇੱਕ ਬਹੁਤ ਸਟ੍ਰੈਟੇਜਿਕ ਸ਼ਿਫਟ ਆ, ਬਹੁਤ ਵੱਡਾ ਸ਼ਿਫਟ ਆ। ਹਾਲਾਂਕਿ ਉਹਨੂੰ ਰਿਕਵਰ ਕਰਨ ਦੀ ਕੋਸ਼ਿਸ਼ ਕਰ ਰਿਹਾ ਭਾਰਤ, ਪਰ ਹਿਊਮੈਨਿਟੇਰੀਅਨ ਏਡਸ ਨਾਲ ਕੋਈ ਲੰਬਾ ਚੌੜਾ ਅਸਰ ਨਹੀਂ ਪੈਂਦਾ, ਕਿਉਂਕਿ ਜਿਹੜੀ ਆਈਡੀਓਲੋਜੀਕਲ ਬੈਟਲਸ ਹੁੰਦੀਆਂ ਉਹ ਉਸੇ ਤਰੀਕੇ ਨਾਲ ਉੱਥੇ ਦੀਆਂ ਉੱਥੇ ਹੀ ਰਹਿੰਦੀਆਂ। ਹਾਂਜੀ, ਉਸ ਤੋਂ ਅੱਗੇ ਆਪਣੇ ਕੋਲ ਜਿਹੜਾ ਫੈਕਟਰ ਆਉਂਦਾ ਡਾਇਸਪੋਰਾ, ਉਹਦੇ ਵਿੱਚ ਵੀ ਪੰਜਾਬੀ ਤੋਂ ਵੀ ਅੱਗੇ ਸਿੱਖ ਡਾਇਸਪੋਰਾ।
ਉਹਦੇ ਰੋਲ ਨੂੰ ਤੁਸੀਂ ਇਸ ਸਾਰੀ ਮੂਵਮੈਂਟ ਕਿਸਾਨੀ ਅੰਦੋਲਨ ਦੇ ਵਿੱਚ ਕਿਵੇਂ ਦੇਖਦੇ ਹੋ ਵੀ ਉਹਨੇ ਕਿੱਥੋਂ ਕੁ ਤੱਕ ਅਸਰ ਪਾਇਆ, ਕਿੱਥੋਂ ਕੁ ਤੱਕ ਪ੍ਰੈਸ਼ਰਾਈਜ਼ ਕੀਤਾ ਇੰਡੀਅਨ ਸਟੇਟ ਨੂੰ? ਡਾਇਸਪੋਰਾ ਨੇ ਪਹਿਲੀ ਗੱਲ ਤਾਂ ਜੀ ਲੌਜਿਸਟਿਕ ਸਪੋਰਟ ਬਹੁਤ ਦਿੱਤੀ ਨਾ, ਤੇ ਲੌਜਿਸਟਿਕ ਸਪੋਰਟ ਦੇਣ ਕਰਕੇ ਤੁਸੀਂ ਮੂਵਮੈਂਟ ਸਸਟੇਨ ਕਰ ਸਕੇ, ਲੋਕਾਂ ਨੂੰ ਉੱਥੇ ਕੰਫਰਟੇਬਲ ਰੱਖ ਸਕੇ, ਲੋਕਾਂ ਨੂੰ ਉੱਥੇ ਪਹੁੰਚਾ ਸਕੇ। ਜਿਹੜੀ ਫਾਈਨੈਂਸ਼ੀਅਲ ਸਪੋਰਟ ਹੈ ਇਹ ਬਹੁਤ ਹੱਦ ਤੱਕ ਇੰਪੋਰਟੈਂਟ ਹੁੰਦੀ ਆ, ਤੇ ਡਾਇਸਪੋਰਾ ਨੇ ਦਿੱਤੀ। ਤੇ ਤੁਹਾਨੂੰ ਜਿਹੜੀ ਲੜਾਈ ਤੁਹਾਨੂੰ ਅਨਕੰਫਰਟੇਬਲ ਹੋ ਕੇ ਲੜਨੀ ਪੈਣੀ ਸੀ, ਉਹ ਕੰਫਰਟੇਬਲੀ ਤੁਸੀਂ ਕੁਛ ਦੇਰ ਤੱਕ ਲੜ ਸਕੇ, ਤੇ ਤੁਹਾਡੇ ਲੋਕ ਉਹਦੇ ਨਾਲ ਕੀ ਤਾਦਾਦ ਵੀ ਵਧੀ। ਆਪਾਂ ਸ਼ੁਰੂ ਚ ਵੇਖਿਆ ਉਹਦੇ ਚ ਪਾਰਟਿਸਪੈਂਟਸ। ਸੈਕੰਡ, ਡਾਇਸਪੋਰਾ ਨੇ ਜਿਹੜਾ ਬਹੁਤ ਇੰਪੋਰਟੈਂਟ ਰੋਲ ਪਲੇ ਕੀਤਾ, ਜਿਹੜੀ ਉਹਨਾਂ ਨੇ ਥਾਂ ਲੌਬਿੰਗ ਕਰਕੇ ਤੇ ਇਹ ਮੂਵਮੈਂਟ ਨੂੰ ਥਾਂ ਤੇ ਖੜਾ ਕੀਤਾ ਹਰ ਜਗ੍ਹਾ ਤੇ। ਮਤਲਬ ਕਿ ਜਿੱਥੇ ਵੀ ਭਾਰਤੀ ਡਿਪਲੋਮੈਟਸ ਸੀਗੇ ਉਹਨਾਂ ਨੂੰ ਜਵਾਬ ਦੇਣਾ ਪੈ ਰਿਹਾ ਸੀ, ਬਿਕੋਜ਼ ਉਹ ਜਾ ਕੇ ਡਾਇਸਪੋਰਾ ਉੱਥੇ ਕਨਵਿੰਸ ਕਰ ਸਕਦਾ ਸੀ। ਉਹਦੀਆਂ ਇਨਰੋਡਸ ਹੈਗੀਆਂ ਵੈਸਟ ਦੇ ਵਿੱਚ, ਉਹ ਬਹੁਤ ਇਫੈਕਟਿਵ ਰੋਲ ਪਲੇ ਕਰ ਸਕਿਆ। ਜਿੱਥੇ ਮੈਂ ਸਮਝਦਾ ਡਾਇਸਪੋਰਾ, ਜਿੱਥੇ ਆਪਾਂ ਨੂੰ ਇੱਕ ਲਰਨਿੰਗ ਵੀ ਕਰਨੀ ਪਊਗੀ ਕਿ ਵੀ ਜਿਹੜੀਆਂ ਉਦੋਂ ਬਾਅਦ ਤੁਸੀਂ ਵੇਖੋ ਸਰਕਾਰ ਦਾ ਜਿਹੜਾ ਕੰਟੀਨਿਊਸ ਜਿਹੜਾ ਐਫਰਟ ਹੈਗਾ ਉਹ ਆ ਕਿ ਵੀ ਕਿਸੇ ਤਰੀਕੇ ਨਾਲ ਬਾਹਰੋਂ ਫੰਡਿੰਗ ਜਿਹੜੀ ਆਉਂਦੀ ਹੈ ਕਿਸੇ ਮੂਵਮੈਂਟ ਵਾਸਤੇ ਜਾਂ ਪ੍ਰੋਟੈਸਟਸ ਵਾਸਤੇ ਜਾਂ ਪੋਲੀਟੀਕਲ ਐਕਟੀਵਿਟੀਜ਼ ਵਾਸਤੇ, ਉਹਨੂੰ ਰੋਕਿਆ ਜਾਵੇ। ਸੋ ਇੱਕ ਗੱਲ ਬੜੀ ਕਲੀਅਰ ਹੈਗੀ ਹੈ ਕਿ ਆਉਣ ਵਾਲੇ ਸਮੇਂ 'ਚ ਕਿਸੇ ਨੇ ਵੀ ਜੇ ਕੋਈ ਵੀ ਸੰਘਰਸ਼ ਕਰਨਾ ਹੈ, ਚਾਹੇ ਉਹਨੇ ਕੋਈ ਪੋਲੀਟੀਕਲ ਐਕਟੀਵਿਟੀ ਕਰਨੀ ਹੈ, ਤਾਂ ਉਹਨੂੰ ਡਾਇਸਪੋਰਾ ਦੇ ਫੰਡਸ ਦੇ ਉੱਤੇ ਰਿਲਾਈ ਕਰਨ ਤੋਂ ਇਲਾਵਾ ਲੋਕਲ ਰਿਲਾਇੰਸ ਡਿਵੈਲਪ ਕਰਨੀ ਪਊਗੀ। ਉਹਦਾ ਇੱਕ ਤਾਂ ਰੀਜ਼ਨ ਹੈ ਕਿ ਗਵਰਨਮੈਂਟ ਨੇ ਐਮਬਾਰਗੋਜ਼ ਲਗਾ ਦੇਣੇ, ਬਹੁਤ ਸਟਰੋਂਗਲੀ ਕੰਟਰੋਲ ਕਰੂਗੀ ਉਹਨੂੰ। ਸੈਕੰਡ, ਸਟਰੋਂਗਲੀ ਹੈਗਾ ਕਿ ਜਦੋਂ ਲੋਕਲ ਜਿਹੜੀ ਕੰਟਰੀਬਿਊਸ਼ਨ ਹੁੰਦੀ ਹੈ ਫਾਈਨੈਂਸ਼ੀਅਲ, ਤਾਂ ਉਹਦੇ ਨਾਲ ਮੂਵਮੈਂਟਸ ਬੈਟਰ ਖੜੀਆਂ ਹੁੰਦੀਆਂ, ਬੈਟਰ ਪਾਰਟਿਸਿਪੇਸ਼ਨ ਹੋ ਜਾਂਦੀ ਹੈਗੀ ਹੈ, ਬੈਟਰ ਪੋਲੀਟੀਕਲ ਐਕਟੀਵਿਟੀ ਹੁੰਦੀ, ਡਿਸੀਜਨ ਮੇਕਿੰਗ ਬੈਟਰ ਹੋ ਜਾਂਦੀ ਹੈ, ਬਿਕੋਜ਼ ਲੋਕਲ ਹਾਲਾਤਾਂ ਦੇ ਹਿਸਾਬ ਨਾਲ ਹੋ ਜਾਂਦੀ ਹੈ, ਉਹਨੂੰ ਕੋਈ ਪੁਸ਼ ਨਹੀਂ ਗਿਆ, ਬੁਲਡੋਜ਼ ਨਹੀਂ ਕਰ ਸਕਦਾ ਉਸ ਐਕਟੀਵਿਟੀ। ਹਾਂਜੀ, ਜਿਹੜਾ ਡਾਇਸਪੋਰਾ ਆਪਣਾ ਐਕਟਿਵ ਆ ਉਹ ਵੈਸਟਰਨ ਕੰਟਰੀਜ਼ ਦੇ ਵਿੱਚ ਹੀ ਐਕਟਿਵ ਆ, ਤੇ ਉੱਥੇ ਜਿਹੜੀ ਉਹਨਾਂ ਨੂੰ ਫਰੀडम ਆਫ ਐਕਸਪ੍ਰੈਸ਼ਨ ਮਿਲਦੀ ਆ, ਜਿਹੜੀ ਬੋਲਣ ਦੀ ਆਜ਼ਾਦੀ ਮਿਲਦੀ ਆ, ਉਹਨੂੰ ਵਰਤ ਕੇ ਉਹਨਾਂ ਨੇ ਸਕਸੈਸਫੁਲੀ ਇਸ ਅੰਦੋਲਨ ਨੂੰ ਸਪੋਰਟ ਕੀਤਾ। ਬਟ ਐਟ ਸੇਮ ਟਾਈਮ ਉਹੀ ਕੰਟਰੀਜ਼ ਨੇ, ਜਿਹੜਾ ਉਹੀ ਵੈਸਟ ਆ, ਜਿਹੜਾ ਕੈਪੀਟਲਿਜ਼ਮ ਦੇ ਰਾਹੀਂ, WTO ਦੇ ਰਾਹੀਂ ਭਾਰਤ ਨੂੰ ਜਾਂ ਇੰਡੀਅਨ ਸਟੇਟ ਨੂੰ ਇਸ ਪਾਸੇ ਪੁਸ਼ ਕਰਦਾ ਆ ਕਿ ਜਿਹੜੀਆਂ ਤੁਸੀਂ ਖੇਤੀਬਾੜੀ ਆ ਉਹਨੂੰ ਫ੍ਰੀ ਮਾਰਕੀਟ ਦੇ ਵਿੱਚ ਛੱਡੋ, ਉਹਦੀਆਂ ਸਬਸਿਡੀਜ਼ ਖਤਮ ਕਰੋ। ਤਾਂ ਉਹ ਜਿਹੜਾ ਇੰਡੀਆ ਵਾਸਤੇ ਕਹਿ ਲਓ ਵੀ ਇੱਕ ਦੁਜਿੱਤੀ ਖੜੀ ਆ, ਵੀ ਇੱਕ ਤਾਂ ਉੱਥੇ ਹੀ ਸਿੱਖ ਡਾਇਸਪੋਰਾ ਆ ਉਹਨਾਂ ਕੰਟਰੀਜ਼ ਦੇ ਵਿੱਚ ਜਿਨ੍ਹਾਂ ਦੇ ਪਾਸ ਕੀਤੇ ਜਾਂ ਜਿਨ੍ਹਾਂ ਵੱਲੋਂ ਬਣਾਏ ਰੂਲ ਰੈਗੂਲੇਸ਼ਨ ਉਹ ਫੋਰਸ ਕਰਦੇ ਆ ਇੰਡੀਆ ਉੱਤੇ, ਤੇ ਸੇਮ ਟਾਈਮ ਉਹਨਾਂ ਨੂੰ ਮੂਵਮੈਂਟ ਦੇ ਅੱਗੇ ਬੈਂਡ ਵੀ ਹੋਣਾ ਪੈ ਰਿਹਾ। ਤਾਂ ਇੰਡੀਆ ਜਿਹੜਾ WTO ਦਾ ਪ੍ਰੈਸ਼ਰ ਆ ਜਾਂ ਜਿਹੜਾ ਕੈਪੀਟਲਿਜ਼ਮ ਦਾ ਪ੍ਰੈਸ਼ਰ ਆ, ਉਹਨੂੰ ਕਿਵੇਂ ਡੀਲ ਕਰੂਗਾ? ਵੇਖੋ ਜੀ, ਪਹਿਲੀ ਗੱਲ ਤਾਂ ਆਪਾਂ ਨੂੰ ਦੇਖਣਾ ਪਊ ਕਿ ਵੈਸਟ ਕਿਹੜੇ ਪ੍ਰੈਸ਼ਰ ਨੂੰ ਇੰਪੋਰਟੈਂਸ ਜ਼ਿਆਦਾ ਦਿੰਦਾ ਹੈ ਨਾ। ਪ੍ਰਾਇੋਰਟੀ ਹੁੰਦੀ ਆ, ਆਪਾਂ ਆਪਦੇ ਲਾਈਫ ਦੇ ਵਿੱਚ ਵੀ ਜਿਹੜੇ ਪ੍ਰੈਸ਼ਰਸ ਉਹਨਾਂ ਦੀ ਪ੍ਰਾਇੋਰਟੀ ਬਣਾਉਣੇ ਆ, ਜਾਂ ਆਪਦੀ ਪਾਰਟੀ ਦੇ ਵੀ ਕੋਈ ਪ੍ਰੈਸ਼ਰਸ ਹੋਣ ਉਹਨਾਂ ਦੀ ਪਾਰਟੀ ਬਣਾਉਣੇ ਆ, ਕਿ ਆਪਣੇ ਵਾਸਤੇ ਕਿਹੜਾ ਪ੍ਰੈਸ਼ਰ ਜ਼ਿਆਦਾ ਹੈਗਾ। ਪਹਿਲੀ ਗੱਲ ਤਾਂ ਵੈਸਟ ਜਿੱਥੇ ਭਾਰਤ ਸਿੱਖ ਡਾਇਸਪੋਰਾ ਉਹ ਲਾਰਜਲੀ ਕੰਟੇਨ ਟੂ ਆਪਣਾ ਐਂਗਲੋ ਸੈਕਸਨ ਰੇਸ ਦੇ ਵਿੱਚ ਹੈ, ਜਾਂ ਕਹਿੰਦੇ ਇੰਗਲਿਸ਼ ਸਪੀਕਿੰਗ ਕੰਟਰੀਜ਼ 'ਚ, ਚਾਹੇ ਉਹ USA ਆ, ਚਾਹੇ ਕੈਨੇਡਾ ਆ, ਚਾਹੇ ਇੰਗਲੈਂਡ ਆ, ਚਾਹੇ ਆਸਟ੍ਰੇਲੀਆ, ਨਿਊਜ਼ੀਲੈਂਡ, ਇਹਨਾਂ ਪੰਜਾਂ 'ਚ ਹੀ ਡਾਇਸਪੋਰਾ ਬਹੁਤ ਐਕਟਿਵ ਆ ਤੇ ਬਹੁਤ ਸਟਰੋਂਗ ਹੈਗਾ। ਇਹ ਇੰਗਲਿਸ਼ ਸਪੀਕਿੰਗ ਕੰਟਰੀਜ਼ ਆ, ਇਹਦੇ 'ਚ ਹੈਗਾ, ਤੇ ਇਹਨਾਂ ਦਾ ਇੱਕ ਇੰਟਰਸਟ ਜਿਹੜਾ ਹੈਗਾ, ਜੇ ਪ੍ਰਾਇੋਰਟਾਈਜ਼ ਕਰਨਗੇ ਤਾਂ ਇਕਨੋਮਿਕ ਇੰਟਰਸਟ ਨੂੰ ਇਹ ਪਿੱਛੇ ਰੱਖ ਸਕਦੇ ਆ। ਐਟ ਦੀ ਮੋਮੈਂਟ ਇਹਨਾਂ ਦਾ ਜਿਹੜਾ ਵੱਡਾ ਇੰਟਰਸਟ ਆ ਉਹ ਚਾਈਨਾ ਨੂੰ ਕੰਟੇਨ ਕਰਨਾ ਹੈਗਾ। ਸੋ WTO ਦੇ ਕੁਝ ਜਿਹੜੀਆਂ ਚੀਜ਼ਾਂ ਉਹਨਾਂ ਦੇ ਉੱਤੇ ਉਹ ਚੁੱਪ ਰਹਿ ਸਕਦੇ ਆ ਐਜ਼ ਲੌਂਗ ਐਜ਼ ਇੰਡੀਆ ਇਜ਼ ਕੰਟੇਨਿੰਗ ਚਾਈਨਾ, ਤੇ ਉਹ ਕੰਟੇਨ ਕਰਨ 'ਚ ਚਾਈਨਾ ਨੂੰ ਜਾਂ ਚਾਈਨਾ ਨੂੰ ਬਲੌਕ ਕਰਨ ਦੇ ਵਿੱਚ ਜਿਹੜੀਆਂ ਵੀ ਔਕੜਾਂ ਆ ਰਹੀਆਂ, ਉਹਦੇ ਵਿੱਚ ਜੇ ਉਹਨੂੰ ਕਿਸਾਨ ਸੰਘਰਸ਼ ਨੂੰ ਪਾਸੇ ਪਾਉਣਾ ਪੈਂਦਾ ਹੈ ਜਾਂ ਉਹਦੇ ਕਰਕੇ WTO ਦਾ ਪ੍ਰੈਸ਼ਰ ਆ, ਤਾਂ ਉਹਨੂੰ ਸੈਕੰਡਰੀ ਇੰਪੋਰਟੈਂਸ ਦੇ ਦੇਣਗੇ। ਪਹਿਲਾਂ ਤੂੰ ਇੱਕ ਵਾਰੀ ਆਹ ਜੰਗ ਲੜ ਲਾ। ਜਿਵੇਂ ਵੇਖੋ ਉਹਨਾਂ ਨੇ ਨਿਊਕਲੀਅਰ ਡੀਲ ਦੇ ਵਿੱਚ ਬਹੁਤ ਕੰਸੈਸ਼ਨਸ ਦੇਤੀਆਂ ਸੀ ਭਾਰਤ ਨੂੰ ਕਿ ਕੋਈ ਗੱਲ ਨਹੀਂ, ਆਹ ਚੀਜ਼ਾਂ ਨਹੀਂ ਵੀ ਤੂੰ NPT ਸਾਈਨ ਕਰਦਾ ਤਾਂ ਵੀ ਅਸੀਂ ਤੈਨੂੰ ਨਿਊਕਲੀਅਰ ਸਮਾਨ ਆਪਣਾ ਮਸ਼ੀਨਰੀ ਤੇ ਉਹ ਸਾਰਾ ਟੈਕਨੋਲੋਜੀ ਦੇਵਾਂਗੇ। ਸੋ ਉੱਥੇ ਉਹਨਾਂ ਨੇ, ਆਪਾਂ ਪਿੱਛੇ ਵੇਖਿਆ ਹੀ ਮਨਮੋਹਨ ਸਿੰਘ ਦੇ ਰਜੀਮ ਵੇਲੇ ਉਹਨਾਂ ਨੇ ਇਹ ਕੀਤਾ। ਸੋ ਨੈਕਸਟ ਇਹ ਹੋ ਸਕਦਾ ਕਿ ਇੱਕ ਜੇ ਪਾਰਟਿਕੂਲਰ ਚੀਜ਼ ਦੇ ਵਿੱਚ, ਇੱਕ ਉਹਦੇ ਵਿੱਚ ਪਾਰਟਿਕੂਲਰ ਖੇਤਰ ਦੇ ਵਿੱਚ WTO ਦੀਆਂ ਸਾਰੇ ਮੱਦ ਨਹੀਂ ਭਾਰਤ ਪੂਰੇ ਕਰਦਾ, ਬਟ ਉਹਦੇ ਨਾਲ ਇੰਪੋਰਟੈਂਟ ਜਿਹੜਾ ਰੀਜ਼ਨ ਆ ਕਿ ਜਿਹੜਾ ਉਹ ਚੀਨ ਦੇ ਉਲਟ ਖੜਾ ਹੁੰਦਾ, ਤਾਂ ਉਹ ਵਾਸਤੇ ਪ੍ਰੈਕਟੀਕਲੀ ਰੀਅਲ ਪੋਲਿਟਿਕਸ ਦੇ ਹਿਸਾਬ ਨਾਲ ਇੰਪੋਰਟੈਂਟ। ਸੈਕੰਡ ਫੈਕਟਰ ਉਹਦੇ ਵਿੱਚ ਇਹ ਵੱਡਾ ਆ ਜਾਂਦਾ ਕਿ ਜਿੰਨਾ ਵੀ ਇਹ ਇੰਗਲਿਸ਼ ਸਪੀਕਿੰਗ ਕੰਟਰੀਜ਼ ਆ ਜਾਂ ਵੈਸਟ ਆ, ਇਹਨਾਂ ਦੀ ਜਿਹੜੀ ਪ੍ਰਮਾਈਸ ਆ, ਚਾਹੇ ਉਹ ਨਿਓ ਲਿਬਰਲਿਜ਼ਮ ਆ, ਚਾਹੇ ਕੁਛ ਵੀ ਆ, ਉਹਦੇ ਨਾਲੋਂ ਵੀ ਇੰਪੋਰਟੈਂਸ ਜ਼ਿਆਦਾ ਉਹ ਡੈਮੋਕ੍ਰੇਸੀ ਨੂੰ ਦਿੰਦੇ ਆ ਕਿ ਵੀ ਲੋਕਾਂ ਦੇ ਵਿਚਾਰ ਕੀ ਆ, ਲੋਕਾਂ ਨੂੰ
ਵਿਚਾਰਕ ਤੌਰ ਤੇ ਬਦਲ ਕੇ ਜਾਂ ਉਹਨਾਂ ਦੀਆਂ ਅੰਦਰੂਨੀ ਤੌਰ ਤੇ ਉਹਨਾਂ ਨੂੰ ਲਾਈਕਿੰਗ ਹੋਵੇ ਤਾਂ ਹੀ ਇਹ ਜਿਹੇ ਰਿਫਾਰਮਸ ਲਿਆਓ ਜਾਂ ਤਾਂ ਹੀ ਉਹ ਇਹ ਚੇਂਜਸ ਲਿਆਓ। ਸੋ ਉਹਨਾਂ ਦੇ ਹਿਸਾਬ ਨਾਲ ਇਹ ਦੇਖੋ ਮੋਦੀ ਵੀ ਕੀ ਕਹਿੰਦਾ ਜਾਂ ਉਹ ਵੀ ਕੀ ਕਹਿੰਦਾ, ਉਹ ਕਹਿੰਦਾ ਵੀ ਲਾਜ਼ ਮਾੜੇ ਨਹੀਂ ਸੀ, ਅਸੀਂ ਲਾਜ਼ ਨੂੰ ਸਮਝਾ ਨਹੀਂ ਸਕੇ ਜਾਂ ਅਸੀਂ ਲਾਜ਼ ਨੂੰ ਉਸ ਤਰੀਕੇ ਨਾਲ ਨਹੀਂ ਲਿਆ ਸਕੇ। ਸੋ ਉਹ ਵੀ ਇਹ ਫੀਲਿੰਗ ਦੇ ਹੋਣਗੇ ਕਿ ਵੀ ਠੀਕ ਆ ਲਾਜ਼, ਉਹ ਲਾਜ਼ ਨੂੰ ਮਾੜਾ ਨਹੀਂ ਕਹੇਗਾ ਵੈਸਟ ਕਦੀ ਵੀ ਨਾ, ਉਹ ਕਹੂਗਾ ਠੀਕ ਹੈ ਲਾਜ਼ ਦਾ, ਪਰ ਲਾਜ਼ ਦਾ ਇਹ ਰਿਫਾਰਮਸ ਗੋਨ ਬੈਡ ਹੈਗਾ ਕਿ ਤੁਸੀਂ ਰਿਫਾਰਮਸ ਨੂੰ ਡੈਮੋਕ੍ਰੈਟਿਕ ਮੈਥਡ ਨਾਲ ਲਿਆਉਂਦੇ, ਤੁਸੀਂ ਡਿਸਕਸ਼ਨਸ ਕਰਦੇ, ਕੰਸੈਂਸਸ ਬਿਲਡ ਕਰਕੇ ਲਿਆਉਂਦੇ ਤਾਂ ਆਹ ਲਾਜ਼ ਲੱਗ ਜਾਣਗੇ। ਰਾਦਰ ਇਸ ਗੱਲ ਤੇ ਮੋਦੀ ਸਰਕਾਰ ਜਾਂ ਮੋਦੀ ਵੀ ਪ੍ਰੈਸ਼ਰ ਚ ਹੋਊਗਾ ਕਿ ਵੀ ਆਹੀ ਸਾਲ ਤੂੰ ਬਰਬਾਦ ਕਰ ਲਿਆ, 1.5 ਸਾਲ, ਇੰਨੀ ਦੇਰ ਚ ਤਾਂ ਤੂੰ ਜੇ ਕੰਸੈਂਸਸ ਬਿਲਡਿੰਗ ਕਰਦਾ, ਡਾਇਲੋਗ ਕਰਦਾ ਫਾਰਮਰਸ ਨਾਲ ਡਾਇਰੈਕਟਲੀ ਜਾ ਕੇ ਉਹਨਾਂ ਨੂੰ ਇਨਵੋਲਵ ਕਰਦਾ, ਤਾਂ ਲਾਜ਼ ਦੇ ਵਿੱਚ ਮਾਈਨਰ ਸੋਧਾਂ ਕਰਕੇ ਹੁਣ ਤੱਕ ਤੂੰ ਲਾਜ਼ ਲੈ ਕੇ ਆ ਜਾਣੇ ਸੀਗੇ। ਸੋ ਉਹਨਾਂ ਵਾਸਤੇ ਦੋ ਪ੍ਰਾਇਮਰੀ ਚੀਜ਼ਾਂ ਹੈਗੀਆਂ ਜੀ। ਪਹਿਲੀ ਗੱਲ ਤਾਂ ਚੀਨ ਨੂੰ ਕੰਟੇਨ ਕਰਨ ਵਾਸਤੇ ਜੇ ਲਾਜ਼ ਨੂੰ ਇੱਕ ਵਾਰੀ ਬੈਕ ਬਰਨਰ ਤੇ 5 ਸਾਲ ਪਾਉਣਾ ਪੈ ਜੇ, 4 ਸਾਲ ਪਾਉਣਾ ਪੈ ਜੇ ਜਾਂ ਲੇਟਰ ਔਨ ਲਿਆਉਣੇ ਪੈ ਜਾਣ ਤਾਂ ਕੋਈ ਪ੍ਰੋਬਲਮ ਨਹੀਂ, ਠੀਕ ਹੈ ਜੀ, ਉਹ ਕਿਉਂਕਿ ਉਹ ਪ੍ਰਾਇੋਰਟੀ ਵੇਖੋ ਤੁਸੀਂ ਇਸ ਟਾਈਮ। ਸੈਕੰਡ ਇਹ ਆ ਕਿ ਲਾਜ਼ ਜਦੋਂ ਵੀ ਇਹ ਲੈ ਕੇ ਆਉਣੇ ਆ, ਇਹ ਕੰਸੈਂਸਸ ਨਾਲ ਜਾਂ ਡੈਮੋਕ੍ਰੈਟਿਕ ਮੈਥਡ ਨਾਲ ਲੈ ਕੇ ਆਉਣੇ ਆ, ਲੋਕਾਂ ਦੇ ਵਿੱਚ ਇਹ ਲੈ ਕੇ ਫੀਲਿੰਗ ਕਿ ਹਾਂ ਵੀ। ਸੋ ਹੁਣ ਸਰਕਾਰ ਨੂੰ ਇਹ ਸਮਝ ਆ ਗਿਆ ਕਿ ਇਹ ਲਾਜ਼ ਜੇ ਅਸੀਂ ਐ ਬੁਲਡੋਜ਼ ਕਰਕੇ ਧੱਕੇ ਨਾਲ ਪੰਜਾਬ ਦੇ ਵਿੱਚ ਲਿਆਵਾਂਗੇ ਤਾਂ ਇਹਦਾ ਰੈਜ਼ਿਸਟੈਂਸ ਹੋਊਗਾ। ਇਹ ਨਹੀਂ ਕਿ ਵੀ ਮੋਦੀ ਨੇ ਜੇ 3 ਕਾਨੂੰਨ ਵਾਪਸ ਲੈ ਲਏ ਤਾਂ ਵੀ ਭਾਰਤ ਦੀ ਨੀਤੀ ਬਦਲ ਗਈ, ਭਾਰਤ ਦੀ ਆਰਥਿਕ ਨੀਤੀ ਹੀ ਲੈਫਟ ਵਾਲੀ ਹੋਗੀ, ਨਹੀਂ ਹੋਊਗੀ। ਇਹ ਇਸੇ ਤਰੀਕੇ ਦੇ ਜਾਂ ਇਸੇ ਲਾਜ਼ ਨੂੰ ਕੋਈ ਚੇਂਜ ਕਰਕੇ ਇੱਕ ਅੱਧੇ ਟੁੱਟਵੇਂ, ਕਦੀ ਅਸੈਂਸ਼ੀਅਲ ਕਮੋਡਿਟੀਜ਼ ਐਕਟ, ਕਦੀ ਕੁਛ ਲਿਆ ਕੇ ਇਹ ਲਾਗੂ ਹੋ ਜਾਣਗੇ। 2 ਸਾਲ ਨੂੰ ਹੋਣ, 5 ਨੂੰ ਹੋਣ, 6 ਨੂੰ ਹੋਣ, 10 ਨੂੰ ਹੋਣ, ਇਹ ਡਿਪੈਂਡ ਕਰਦਾ ਹੈ ਕਿ ਕਿਹੜੀ ਸਰਕਾਰ ਕਿੰਨੀ ਕੁ ਮੈਜੋਰਿਟੀ ਚ, ਕਿੰਨੀ ਕੁ ਵਿਲ ਪਾਵਰ, ਕਿੰਨਾ ਕੁ ਤਰੀਕੇ ਨਾਲ ਉਹ ਹੈਂਡਲ ਕਰ ਸਕਦੀ ਹੈ, ਪੰਜਾਬ ਨੂੰ ਕਿਵੇਂ ਹੈਂਡਲ ਕਰਦੀ ਆ। ਸੋ ਇਹ ਸਾਰੇ ਫੈਕਟਰਸ ਨੂੰ ਲੈ ਕੇ ਇਹ ਲਾਜ਼ ਕਿਸੇ ਹੋਰ ਢੰਗ ਨਾਲ ਕਿਹੜੇ ਰੂਟ ਨਾਲ ਆਉਂਦੇ ਆ, ਮਾਡਲ ਲਾਜ਼ ਲਿਆਉਂਦੇ ਆ, ਕੀ ਲਿਆਉਂਦੇ, ਇਹ ਲਾਗੂ ਹੋਣਗੇ। ਬਟ ਇਸ ਟਾਈਮ ਜਿਹੜਾ ਵੈਸਟ ਹੈਗਾ, ਵੈਸਟ ਨੇ 2 ਚੀਜ਼ਾਂ ਸੋਚੀਆਂ। ਪਹਿਲੀ ਗੱਲ ਚਾਈਨਾ ਇੰਪੋਰਟੈਂਟ ਆ ਕੰਟੇਨ ਕਰਨਾ, ਸੋ ਜੇ ਇਹ ਇੱਥੇ ਕੋਈ ਮੂਵਮੈਂਟ ਖੜੀ ਹੋ ਜਾਂਦੀ ਆ ਤਾਂ ਲਾਜ਼ ਤਾਂ ਬਾਅਦ ਦੀ ਗੱਲ ਆ, ਪਹਿਲਾਂ ਤਾਂ ਜਿਹੜੇ ਏਰੀਆ ਚ ਕਮਾਉਣਾ ਉਹੀ ਰਿਸਕ ਤੇ ਪੈ ਗਿਆ। ਸੈਕੰਡ ਜਿਹੜਾ ਹੈਗਾ ਕਿ ਡੈਮੋਕ੍ਰੈਟਿਕ ਜਾਂ ਰਾਈਟ ਮੈਥਡ ਨਾਲ ਲਿਆਓ, ਤਾਂ ਕਿ ਉਹਨਾਂ ਨੇ ਵੇਖਿਆ 99 ਦੇ ਵਿੱਚ ਨਾ ਸਿਆਟਲ ਚ ਬਹੁਤ ਵੱਡੀਆਂ ਪ੍ਰੋਟੈਸਟਸ ਹੋਈਆਂ ਸੀ, ਕੋਈ ਚੇਨ, ਉਹਨੂੰ ਸਿਆਟਲ ਸਾਈਕਲ ਕਹਿੰਦੇ, ਉਹ ਚੱਲਿਆ ਸੀਗਾ ਇਹ ਨਿਓ ਲਿਬਰਲ ਪਾਲਿਸੀਜ਼ ਦੇ ਅਗੇਂਸਟ, ਤੋਂ ਬੜਾ ਡਿਫਿਕਲਟੀ ਨਾਲ ਸੈਟਲ ਕੀਤਾ ਸੀ। ਉਹ ਲਾਜ਼ ਨੂੰ ਦੇਖੋ ਮਨਮੋਹਨ ਸਿੰਘ ਬੜੇ ਸਲੋਲੀ ਲਿਆ ਰਿਹਾ ਸੀ, ਇਹ ਜੇ ਲਾਜ਼ ਹੀ ਲਿਆ ਰਿਹਾ ਸੀ ਹਰ ਖੇਤਰ ਚ, ਤਾਂ ਮੋਦੀ ਨੇ ਉਹਨੂੰ ਜਲਦੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਾਰੀ ਤਾਂ ਉਹ ਰੈਜ਼ਿਸਟੈਂਸ ਆਈ। ਬਟ ਲਾਜ਼ ਇਹ ਲਿਆਉਣਗੇ ਸਲੋ ਜਾਂ ਤੇਜ਼ ਜਾਂ ਕਿਵੇਂ ਲੈ ਕੇ ਆਉਂਦੇ, ਇਹ ਜੇ ਇਹੀ ਨਹੀਂ ਹੋਰ ਲਾਜ਼ ਇੰਜ ਆਉਂਦੇ ਰਹਿਣਗੇ, ਛੋਟੇ ਦੁਕਾਨਦਾਰ, ਛੋਟੀ ਸਨਅਤ, ਇਹ ਸਭ ਸਾਫ਼ ਹੁੰਦੇ ਰਹਿਣਗੇ, ਬਿਕੋਜ਼ ਦੈਟ ਇਜ਼ ਦ ਵੇ ਦ ਵਰਲਡ ਇਜ਼ ਰਨਿੰਗ ਅੰਟਿਲ ਅਨਲੈਸ ਕੋਈ ਆਪਾਂ ਨਵਾਂ ਮਾਡਲ ਨਹੀਂ ਦਿੰਦਾ। ਹਾਂਜੀ, ਜਿਵੇਂ ਤੁਸੀਂ ਗੱਲ ਕੀਤੀ ਕਿ ਦੈਟਸ ਦੀ ਵੇ ਵਰਲਡ ਇਜ਼ ਰਨਿੰਗ, ਮਤਲਬ ਇਹ ਸਾਰਾ ਕੁਝ ਹੋਊਗਾ ਪਰ ਵੈਸਟ ਚਾਹੁੰਦਾ ਕਿ ਡੈਮੋਕ੍ਰੈਟਿਕ ਤਰੀਕੇ ਨਾਲ ਲੋਕਾਂ ਦੇ ਮਾਈਂਡਸੈਟ ਚੇਂਜ ਕਰਕੇ ਇਹ ਚੀਜ਼ਾਂ ਬੁਲਡੋਜ਼ ਨਾ ਕੀਤੀਆਂ ਜਾਣ, ਇੱਕ ਕੰਸੈਂਸਸ ਬਿਲਡ ਕੀਤਾ ਜਾਵੇ। ਤਾਂ ਇਹ ਕੰਸੈਂਸਸ ਜਦੋਂ ਵੀ ਬਿਲਡ ਕੀਤਾ ਜਾਊਗਾ ਫਿਊਚਰ ਦੇ ਵਿੱਚ, ਜਦੋਂ ਵੀ ਲਾਜ਼ ਆਉਣਗੇ, ਤਾਂ ਇਹ ਲਾਜ਼ ਆਉਣ ਦਾ ਅਲਟੀਮੇਟ ਜਿਹੜਾ ਗੋਲ ਆ ਉਹਨਾਂ ਦਾ ਕੀ ਹੈ ਕਿ ਇਹਨੂੰ ਕਾਰਪੋਰੇਟਾਈਜੇਸ਼ਨ ਕਰ ਦਿੱਤੀ ਜਾਵੇ, ਜਿਹੜੀ ਖੇਤੀਬਾੜੀ ਨੂੰ ਇੱਕ ਤਰੀਕੇ ਨਾਲ ਕੁਛ ਹੱਥਾਂ ਦੇ ਵਿੱਚ ਦਿੱਤਾ ਜਾਵੇ। ਪਰ ਉੱਥੇ ਸਿੱਖ ਵੈਲਿਊਜ਼ ਜਿਹੜੀਆਂ ਆ ਉਹ ਫਿਊਚਰ ਦੇ ਵਿੱਚ ਕਿਵੇਂ ਦਾ ਸਟਰਗਲ ਦੇ ਸਕਦੀਆਂ, ਕਿਉਂਕਿ ਸਿੱਖ ਵੈਲਿਊਜ਼ ਦੇ ਵਿੱਚ ਜਿਹੜੀ ਕਿਰਤ ਵਾ, ਜਿਹੜੀ ਖੇਤੀਬਾੜੀ ਆ, ਉਹ ਸੈਂਟਰਲ ਜਿਹੜਾ ਰੱਖਦੀ ਆ, ਆਰਥਿਕਤਾ ਦੇ ਵਿੱਚ ਇੱਕ ਸੈਂਟਰਲ ਮਹੱਤਤਾ ਰੱਖਦੀ ਆ। ਇਸ ਤੋਂ ਇਲਾਵਾ ਜਿਹੜੀ ਸਰਬੱਤ ਦੇ ਭਲੇ ਵਾਲੀ ਜਾਂ ਵੰਡ ਕੇ ਛਕਣ ਵਾਲੀ ਆ, ਤਾਂ ਜੇ ਪੂਰੀ ਤਰ੍ਹਾਂ ਲਾਜ਼ ਲਾਗੂ ਹੁੰਦੇ ਆ, ਅਲਟੀਮੇਟ ਜੋ ਇਹਨਾਂ ਅਚੀਵ ਕਰਨਾ ਆ, ਤਾਂ ਉਹ ਜਿਹੜੇ ਸਿੱਖ ਵੈਲਿਊਜ਼ ਨੂੰ ਕਿਤੇ ਨਾ ਕਿਤੇ ਉਹ ਸੱਟ ਵੱਜਦੀ ਆ, ਉੱਥੇ ਵੰਡ ਕੇ ਛਕਣ ਵਾਲੀ ਗੱਲ ਨਹੀਂ ਰਹੂਗੀ, ਉੱਥੇ ਸਰਬੱਤ ਦੇ ਭਲੇ ਵਾਲੀ ਗੱਲ ਨਹੀਂ ਰਹੂਗੀ। ਤਾਂ ਸਿੱਖ ਵੈਲਿਊਜ਼ ਜਿਹੜੀਆਂ ਭਵਿੱਖ ਦੇ ਵਿੱਚ ਇਦਾਂ ਦੇ ਰਿਫਾਰਮਸ ਦੇ ਨਾਲ ਕਿਵੇਂ ਟਕਰਾਅ ਦੇ ਵਿੱਚ ਆ ਸਕਦੀਆਂ? ਦੇਖੋ ਜੀ, ਜਿਹੜੀਆਂ ਸਿੱਖ ਵੈਲਿਊਜ਼ ਆਪਾਂ ਕਹਿੰਦੇ ਆ ਕਿ ਐਗਰੀਕਲਚਰ ਨੂੰ ਸੈਂਟਰੈਲਿਟੀ ਦਿੰਦੀਆਂ ਜਾਂ ਕਿਸਾਨੀ ਨੂੰ ਸੈਂਟਰੈਲਿਟੀ ਦਿੰਦੀਆਂ, ਉਹਨੂੰ ਤਾਂ ਇਹ ਲਾਜ਼ ਨਾਲੋਂ ਵੀ ਵੱਡੀ ਥ੍ਰੈਟ ਜਿਹੜੀ ਹੈਗੀ ਉਹ ਪ੍ਰਵਾਸ ਦੀ ਹੈ। ਬਿਕੋਜ਼ ਜਦੋਂ ਤੁਸੀਂ ਇੱਥੋਂ ਚਲੇ ਜਾਂਦੇ ਹੋ, ਜਦੋਂ ਇੱਥੋਂ ਤੁਸੀਂ ਮਾਈਗ੍ਰੇਟ ਕਰ ਜਾਂਦੇ ਹੋ, ਚਾਹੇ ਤੁਸੀਂ ਪਿੰਡੋਂ ਸ਼ਹਿਰ ਚ ਮਾਈਗ੍ਰੇਟ ਕਰ ਜਾਓ, ਚਾਹੇ ਪਿੰਡੋਂ ਤੁਸੀਂ ਭਾਰਤ ਦੇ ਕਿਸੇ ਹੋਰ ਇਲਾਕੇ ਚ ਮਾਈਗ੍ਰੇਟ ਕਰ ਜਾਓ, ਚਾਹੇ ਆਪਦੇ ਪਿੰਡ ਤੋਂ ਤੁਸੀਂ ਵੈਸਟ ਚ ਮਾਈਗ੍ਰੇਟ ਕਰ ਜਾਓ, ਸੋ ਨੈਚੁਰਲੀ ਤੁਹਾਡਾ 1 ਜਨਰੇਸ਼ਨ ਜਾਂ 2 ਜਨਰੇਸ਼ਨਸ ਬਾਅਦ ਤੁਹਾਡਾ ਆਪਦੀ ਜ਼ਮੀਨ ਨਾਲ ਜਾਂ ਆਪਦੇ ਉਸ ਚੀਜ਼ ਨਾਲ ਜਿੱਥੋਂ ਤੁਹਾਨੂੰ ਇਕਨੋਮਿਕ ਗੇਨਸ ਆ ਰਹੇ ਸੀ ਉਹਦੇ ਨਾਲ ਤੁਹਾਡਾ ਲਿੰਕ ਟੁੱਟ ਜਾਂਦਾ। ਪਹਿਲਾਂ ਇਕਨੋਮਿਕ ਗੇਨ ਟੁੱਟਦਾ, ਫਿਰ ਤੁਹਾਡਾ ਇੱਕ ਭਾਵਨਾ ਜੀ ਰਹਿ ਜਾਂਦੀ ਹੈ ਅਗਲੇ ਸਾਲ ਕਿ ਨਹੀਂ ਜੀ ਮੇਰੀ ਲੈਂਡ ਆ, ਹਨਾ। ਫਿਰ ਮਾਈਂਡ ਦੇ ਵਿੱਚ ਕਿਤੇ ਨਾ ਕਿਤੇ ਤੁਸੀਂ ਕੈਲਕੂਲੇਸ਼ਨ ਲਾਉਣ ਲੱਗ ਜਾਂਦੇ ਹੋ ਕਿ ਯਾਰ ਉੱਥੋਂ ਮੈਨੂੰ ਇੰਨੀ ਕੁ ਰਿਟਰਨ ਆ, ਹੈ ਇੰਨੀ ਕੁ ਨਹੀਂ। ਫਿਰ ਜਿਹੜੇ ਪ੍ਰਵਾਸ ਕਰ ਗਏ ਆ ਉਹਨਾਂ ਵਾਸਤੇ ਤਾਂ ਹੋਰ ਪ੍ਰੋਬਲਮਸ ਆ, ਉਹਨਾਂ ਨੂੰ ਤਾਂ ਆਪਣੇ ਇੱਥੋਂ ਦੇ ਲੋਕ ਜਿਹੜੇ ਆ ਉਹ ਉਹਨਾਂ ਵਾਸਤੇ ਇਸ਼ੂਜ਼ ਬਣਾ ਦਿੰਦੇ ਆ। ਲੈਂਡ ਆਲਮੋਸਟ ਬਿਕਮਸ ਅ ਨਿਊਸੈਂਸ ਵੈਲਿਊ ਫॉर देम ਕਿ ਵੀ ਕਬਜ਼ਾ ਹੋ ਗਿਆ ਜਾਂ ਤੰਗ ਕੀਤੇ ਜਾਂ ਕੁਝ ਕੀਤਾ, ਜਿਹੜੀਆਂ ਉਹ ਚੀਜ਼ਾਂ ਹੋ ਰਹੀਆਂ। ਸੋ
ਜੇ ਆਪਾਂ ਕਹੀਏ ਕਿ ਉਸ ਚੀਜ਼ ਦੇ ਉੱਤੇ ਜਿਹੜੀ ਉਹ ਕਿਸਾਨ ਜਿਹੜੀ ਸਿੱਖ ਸਪਿਰਿਟ ਆ ਜਿਹੜੀ ਕਿਸਾਨੀ ਨੂੰ ਇੰਪੋਰਟੈਂਸ ਦਿੰਦੀ ਹੈ ਜਾਂ ਫਲਸਫਾ ਜਿਹੜਾ ਇੰਪੋਰਟੈਂਸ ਦਿੰਦਾ ਉਹਨੂੰ ਥ੍ਰੈਟ ਆ, ਤਾਂ ਉਹਨੂੰ ਥ੍ਰੈਟ ਤਾਂ ਆਪਣੀ ਜਿਹੜਾ ਚੇਂਜਿੰਗ ਗਲੋਬਲ ਆਰਡਰ ਆ ਜਿਹਦੇ ਕਰਕੇ ਅਸੀਂ ਪਿੰਡਾਂ ਚੋਂ ਨਿਕਲ ਕੇ ਸ਼ਹਿਰਾਂ ਚ ਆ ਰਹੇ ਹਾਂ ਜਾਂ ਪ੍ਰਵਾਸ ਕਰ ਰਹੇ ਹਾਂ, ਜਿਹਨੂੰ ਅਸੀਂ ਬੈਟਰ ਲਾਈਫ ਕਹਿੰਦੇ ਹਾਂ ਜਾਂ ਮੋਰ ਮਟੀਰੀਅਲਿਸਟਿਕ ਲਾਈਫ ਕਹਿੰਦੇ ਹਾਂ, ਬੈਟਰ ਤਾਂ ਨਹੀਂ ਮੈਂ ਕਹੂੰਗਾ, ਮੋਰ ਮਟੀਰੀਅਲ ਗੁੱਡਸ ਵਾਲੀ ਲਾਈਫ ਕਹਿੰਦੇ ਆ, ਉਹਦੇ ਵੱਲ ਜਦੋਂ ਭੱਜ ਰਹੇ ਆ ਤਾਂ ਉਹਦੇ ਵਿੱਚ ਆਲਮੋਸਟ ਅਟੈਕ ਦੇ ਵਿੱਚ ਆ। ਤੇ ਤੁਸੀਂ ਵੇਖੋਗੇ ਕਾਫੀ ਹੱਦ ਤੱਕ ਮਤਲਬ ਇਹ ਮੇਰਾ ਇੱਕ ਕਾਮਨ ਹੁੰਦਾ ਸੀ, ਮੈਂ ਮੋਰਚੇ ਤੇ ਜਦੋਂ ਵੀ ਹੁੰਦਾ ਸੀ ਮੈਂ ਪੁੱਛਦਾ ਸੀਗਾ ਕਿ ਵੀ ਤੂੰ ਕਾਹਦੇ ਤੇ ਡਿਪੈਂਡੈਂਟ ਆ, ਮਤਲਬ ਤੇਰੇ ਤੇ ਮੈਂ ਇਹ ਵੇਖਦਾ ਸੀ ਵੀ ਰੇਸ਼ੋ ਚ ਐਗਰੀਕਲਚਰ ਦੇ ਉੱਤੇ ਡਿਪੈਂਡੈਂਸ ਕਿੰਨੀ ਹੈ ਇਸ ਬੰਦੇ ਦੀ ਤੇ ਨਾਨ ਐਗਰੀਕਲਚਰਲ ਕਿੰਨੀ ਹੈ। ਤਾਂ ਤੁਹਾਨੂੰ ਬਹੁਤ ਲੋਕ ਐਸੇ ਮਿਲਦੇ ਸੀ ਜਿਹੜੇ 50% ਐਗਰੀਕਲਚਰਲ ਇਨਕਮ ਤੇ 50% ਹੋਰ ਇਨਕਮ ਤੇ ਡਿਪੈਂਡੈਂਟ ਸੀ। ਕੋਈ 70% ਬਾਹਰਲੀ ਇਨਕਮ ਤੇ, ਜਿਵੇਂ ਕੋਈ ਟੀਚਰ ਲੱਗਿਆ ਹੈ ਜਾਂ ਕੁਛ ਹੈਗਾ ਆਪਣਾ ਕੋਈ ਜੌਬ ਬਿਜ਼ਨਸ ਕਰਦਾ ਹੈ ਜਾਂ ਜੌਬ ਕਰਦਾ, ਤੇ 30% ਉਹਨੂੰ ਐਗਰੀਕਲਚਰਲ ਇਨਕਮ ਉਹਨੂੰ ਸਬਸਟੈਂਸ਼ ਨੂੰ ਐਡ ਕਰਦੀ ਹੈ। ਉਹ ਪਿਓਰ ਐਗਰੀਕਲਚਰਲ ਇਨਕਮ ਤੇ ਡਿਪੈਂਡੈਂਟ ਬਹੁਤ ਘੱਟ ਲੋਕ ਤੁਹਾਨੂੰ ਐਟਲੀਸਟ ਸਿੰਘੂ ਬਾਰਡਰ ਤੇ ਘੱਟ ਮਿਲਦੇ ਸੀ, ਟਿੱਕਰੀ ਬਾਰਡਰ ਤੇ ਤੁਹਾਨੂੰ ਉਹ ਜ਼ਿਆਦਾ ਮਿਲਦੇ ਸੀ, ਬਿਕੋਜ਼ ਥੋੜਾ ਜਿਹਾ ਡਿਫਰੈਂਸ ਆ ਮਾਲਵੇ ਤੇ ਦੁਆਬੇ ਮਾਝੇ ਦਾ ਜਿਹੜੇ ਇਹਨਾਂ ਚ ਡਿਫਰੈਂਸਿਸ ਹੈਗੇ, ਠੀਕ ਹੈ। ਸੋ ਇਹ ਚੀਜ਼ ਦੇ ਉੱਤੇ ਤਾਂ ਅਸਰ ਇਹਨਾਂ ਦਾ ਪੈ ਰਿਹਾ, ਤੋਂ ਕੱਲੇ ਲਾਜ਼ ਦਾ ਅਸਰ ਨਹੀਂ ਪੈ ਰਿਹਾ, ਆਪਣੇ ਜੋ ਸਮਾਜ ਚ ਹੋ ਰਿਹਾ ਉਹਦਾ ਅਸਰ ਵੀ ਪੈ ਰਿਹਾ। ਸੈਕੰਡ ਚੀਜ਼ ਆ ਕਿ ਵੀ ਆਪਾਂ ਜੇ ਇਹਨਾਂ ਲਾਜ਼ ਨੇ ਆਉਣਾ ਹੀ ਆ ਜਾਂ ਇਹ ਗਲੋਬਲ ਆਰਡਰ ਨੇ ਆਉਣਾ ਹੀ ਆ, ਪਰ ਆਪਾਂ ਆਪਦੀ ਕਿਸਾਨੀ ਨੂੰ ਬਚਾਉਣਾ ਚਾਹੁੰਦੇ ਆ, ਆਪਾਂ ਉਹਨੂੰ ਪ੍ਰੋਫਿਟੇਬਲ ਵੀ ਕਰਨਾ ਚਾਹੁੰਦੇ ਆ, ਤਾਂ ਸਾਨੂੰ ਕਿਤੇ ਨਾ ਕਿਤੇ ਐਗਜ਼ਿਸਟਿੰਗ ਜੋ ਮਾਡਲਸ ਆ, ਐਗਜ਼ਿਸਟਿੰਗ ਸਿਸਟਮਸ ਆ, ਇਹਨਾਂ ਨੂੰ ਯੂਜ਼ ਕਰਕੇ ਆਪਦੇ ਲੋਕਾਂ ਨੂੰ ਬਚਾਉਣਾ ਪਊਗਾ। ਜਿੱਥੇ ਸਰਕਾਰ ਨੇ ਇਹ ਲਾਜ਼ ਲਿਆਂਦੇ ਆ ਜੀ, ਲਾਜ਼ ਦੇ ਨਾਲ ਨਾਲ ਸਰਕਾਰ ਨੇ ਇੱਕ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਦਾ ਕਨਸੈਪਟ ਵੀ ਲਿਆਂਦਾ, ਜਿਹਨੂੰ ਕੋਆਪਰੇਟਿਵਸ ਦਾ ਇੱਕ ਬੈਟਰ ਮਾਡਲ ਲਿਆਂਦਾ। ਪਰ ਤੇ ਆਪਾਂ ਨੂੰ ਕੋਆਪਰੇਟਿਵਸ ਦੇ ਬੈਟਰ ਮਾਡਲਸ ਨੂੰ ਯੂਜ਼ ਕਰਕੇ ਤੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਕਾਰਪੋਰੇਸ਼ਨਸ ਆ, ਜਿਵੇਂ ਮਾਰਕਫੈਡ ਆ, ਪੰਸੈਪ ਆ, ਹੋਰ ਇੰਜੀਆਂ ਸਿਟਰਸ ਆਰਗੇਨਾਈਜੇਸ਼ਨ ਆ, ਪੋਟੇਟੋ ਬੋਰਡ ਹੈਗਾ, ਇਹ ਸਾਰੀਆਂ ਨੂੰ ਰੀਜੂਵੀਨੇਟ ਕਰਕੇ ਇਹਨਾਂ ਦਾ ਲਿੰਕ ਅਪ ਫਾਰਮਰ ਨਾਲ ਕਰਾ ਕੇ ਇਹਦੇ ਥਰੂ ਮਾਡਲ ਡਿਵੈਲਪ ਕੀਤਾ ਜਾ ਸਕਦਾ। ਆਮੁਲ ਆਪਣੇ ਸਾਹਮਣੇ ਬੜਾ ਵੱਡਾ ਐਗਜ਼ਾਮਪਲ ਹੈਗਾ ਕਿ ਜਿੱਥੇ ਉਹਨੇ ਕੋਆਪਰੇਟਿਵ ਨੂੰ ਡਿਵੈਲਪ ਕੀਤਾ। ਹੋਰ ਵਰਲਡ ਦੇ ਵਿੱਚ ਬੜੇ ਐਗਜ਼ਾਮਪਲਸ ਆ ਕਿ ਅਸੀਂ ਕੋਆਪਰੇਟਿਵ ਮਾਡਲਸ ਦੇ ਰਾਹੀਂ ਅਸੀਂ ਕਿਸਾਨੀ ਨੂੰ ਵੀ ਬਚਾ ਸਕਦੇ ਹਾਂ, ਉਹਨੂੰ ਪ੍ਰੋਫਿਟੇਬਲ ਵੀ ਕਰ ਸਕਦੇ ਹਾਂ, ਤੇ ਉਹਨੂੰ ਇਹ ਲਾਰਜ ਕਾਰਪੋਰੇਸ਼ਨ ਦੇ ਔਨਸਲੌਟ ਤੋਂ ਵੀ ਬਚਾ ਸਕਦੇ ਹਾਂ, ਤਾਂ ਉਹਨੂੰ ਜੁੜੇ ਵੀ ਰੱਖ ਸਕਦੇ। ਸੋ ਸਾਨੂੰ ਉਹ ਜਿਹੇ ਮਾਡਲਸ ਡਿਵੈਲਪ ਕਰਨਗੇ। ਇੱਥੇ ਮੈਂ ਇੱਕ ਗੱਲ ਕਰਦਾ ਹੁੰਦਾ ਕਿ ਨਾ ਜਦੋਂ ਸੈਕੰਡ ਵਰਲਡ ਵਾਰ ਤੋਂ ਪਹਿਲਾਂ, ਫਸਟ ਵਰਲਡ ਵਾਰ ਤੋਂ ਬਾਅਦ ਜਾਪਾਨ ਦੇ ਉੱਤੇ ਨਾ ਅੰਬਾਰਗੋ ਲੱਗ ਗਿਆ ਸੀਗਾ ਕਿ ਉਹ 에ਅਰ ਫੋਰਸ ਲਿਮਿਟਡ ਰੱਖ ਸਕਦੇ ਸੀ, ਇੱਕ ਲੰਬੀ ਦੂਰੀ ਮਾਰ ਕਰਨ ਵਾਲੇ ਜਹਾਜ਼ ਨਹੀਂ ਰੱਖ ਸਕਦੇ ਸੀ, ਸ਼ਿਪਸ ਵੀ ਗਿਣਤੀ ਦੀਆਂ ਰੱਖ ਸਕਦੇ ਸੀ। ਤਾਂ ਇੱਕ ਉਹਨਾਂ ਦਾ ਐਡਮਿਰਲ ਸੀਗਾ, ਉਹ ਬਚਪਨ ਚ ਅਮਰੀਕਾ ਚ ਪੜ੍ਹਿਆ ਸੀ, ਤਾਂ ਉਹਨੇ ਇੱਕ ਬਚਪਨ ਤੋਂ ਹੀ ਸਮਝ ਲਓ 30 ਸਾਲ ਦਾ ਜਦੋਂ ਸੀਗਾ, ਉਹਨੇ ਇੱਕ ਥਿਉਰੀ ਡਿਵੈਲਪ ਕਰ ਲਈ ਸੀ ਕਿ ਉਹਨੇ ਕਿਹਾ ਕਿ ਵੀ ਮੈਂ ਲੰਬੀ ਜਾਪਾਨ ਤੋਂ ਉੱਡ ਕੇ ਅਮਰੀਕਾ ਤੱਕ ਮਾਰ ਕਰਨ ਵਾਲਾ ਜਹਾਜ਼ ਤਾਂ ਨਹੀਂ ਰੱਖ ਸਕਦਾ, ਪਰ ਮੈਂ ਆਪਦੇ 에ਅਰ ਜਹਾਜ਼ ਨੂੰ ਆਪਣੇ ਹਵਾਈ ਜਹਾਜ਼ ਨੂੰ ਆਪਦੇ ਸਮੁੰਦਰੀ ਜਹਾਜ਼ ਦੇ ਉੱਤੇ ਤਾਂ ਰੱਖ ਸਕਦਾ, ਜਿਹੜਾ ਅੱਜ ਕੱਲ੍ਹ ਇੱਕ ਬਹੁਤ ਕਾਮਨ ਚੀਜ਼ ਹੈ ਕਿ ਵੀ ਸਮੁੰਦਰੀ ਜਹਾਜ਼ ਜਿਹੜੇ ਦੇ ਉੱਤੇ ਹਵਾਈ ਜਹਾਜ਼ ਰੱਖੇ ਹੁੰਦੇ ਅਟੈਕ ਕਰਨ। ਤੇ ਜਿਹੜਾ ਪਰਲ ਹਾਰਬਰ ਦਾ ਅਟੈਕ ਹੋਇਆ ਸੀ, ਉਹ ਇਸੇ ਤਰ੍ਹਾਂ ਦਾ ਸਮੁੰਦਰੀ ਬੇੜਾ ਸੀ ਜਿਹੜਾ ਨਜ਼ਦੀਕ ਚਲਾ ਗਿਆ, ਉਹਦੇ ਉੱਤੇ ਉਹ ਜਹਾਜ਼ ਸੀ। ਬਾਅਦ ਚੋਂ ਕਾਮਿਕੇਜ਼ ਫਾਈਟਰਸ ਬਹੁਤ ਡਿਵੈਲਪ ਕਰ ਲਿਆ ਸੀ ਜਾਪਾਨ। ਸੋ ਉਹ ਇੱਕ ਇਨੋਵੇਸ਼ਨ ਸੀ, ਇੱਕ ਕੰਸਟ੍ਰੇਂਟਸ ਦੇ ਵਿੱਚ ਇੱਕ ਇਨੋਵੇਸ਼ਨ ਸੀ, ਇੱਕ ਬੰਦਿਸ਼ ਦੇ ਵਿੱਚ ਵੀ ਉਹਨੇ ਉਹ ਚੀਜ਼ ਡਿਵੈਲਪ ਕੀਤੀ ਕਿ ਵੀ ਅਸੀਂ ਕਿਵੇਂ ਫਾਈਟ ਕਰ ਸਕਦੇ। ਸੋ ਜੇ ਗਲੋਬਲ ਆਰਡਰ ਦੀ ਬੰਦਿਸ਼ ਆ, ਜੇ WTO ਦੀ ਬੰਦਿਸ਼ ਆ, ਤਾਂ ਨਾਲ ਆਪਣੇ ਕੋਲ ਇੱਕ ਮਾਡਲਸ ਵੀ ਅਵੇਲੇਬਲ ਆ, ਸਾਡੇ ਕੋਲ ਰਸਤੇ ਵੀ ਅਵੇਲੇਬਲ ਆ, ਜਿਹਦੇ ਵਿੱਚ ਆਪਾਂ ਆਪਦੀ ਪੋਪੂਲੇਸ਼ਨ ਵੇਖੋ। ਉਹ ਤਾਂ ਕਾਰਪੋਰੇਸ਼ਨਸ ਕਹਿੰਦੇ ਆ ਨਾ ਡਿਵੈਲਪ ਕਰੋ, ਤੇ ਮਾਰਕਫੈਡ ਵੀ ਕਾਰਪੋਰੇਸ਼ਨ ਆ, ਪੰਸੈਪ ਵੀ ਕਾਰਪੋਰੇਸ਼ਨ ਆ, ਸੋ ਇਹ ਕਾਰਪੋਰੇਸ਼ਨਸ ਹੀ ਹੈਗੀ। ਸੋ ਆਪਾਂ ਉਹ ਕਰ ਸਕਦੇ ਹਾਂ ਜੇ ਕਰਨਾ ਚਾਹੀਏ, ਉਹ ਆਪਣੇ ਇਨੋਵੇਸ਼ਨ ਤੇ ਆਪਣੀ ਪੋਲੀਟੀਕਲ ਰੈਜ਼ੋਲੂਸ਼ਨ ਤੇ ਵਿਲ ਤੇ ਡਿਪੈਂਡ ਕਰਦਾ। ਆਖਰੀ ਸਵਾਲ ਬਰਾੜ ਸਾਹਿਬ, ਜੋ ਹਾਲਾਤ ਬਣੇ ਨੇ ਇਹਨਾਂ ਦੇ ਵਿੱਚ, ਕਿਉਂਕਿ ਕਾਨੂੰਨ ਆਉਣ ਤੋਂ ਪਹਿਲਾਂ ਵੀ ਕੋਈ ਹਾਲਾਤ ਬਹੁਤ ਸਾਜ਼ਗਾਰ ਨਹੀਂ ਸਨ, ਜਿਹਦੇ ਕਰਕੇ ਪ੍ਰਵਾਸ ਤੁਸੀਂ ਮੈਂਸ਼ਨ ਕਰ ਹੀ ਦਿੱਤਾ, ਤਾਂ ਸਿੱਖ ਇਸ ਹਾਲਾਤ ਦੇ ਜੋ ਭਾਰਤ ਦੇ ਆਲੇ ਦੁਆਲੇ ਬਣ ਰਹੇ ਨੇ, ਜਾਂ ਜੋ ਭਾਰਤ ਨੂੰ ਇਸ ਸਮੇਂ ਚੈਲੰਜਸ ਫੇਸ ਕਰਨੇ ਪੈ ਰਹੇ ਨੇ, ਤਾਂ ਉੱਥੇ ਸਿੱਖ ਇਸ ਚੀਜ਼ ਦੀ ਕਿਵੇਂ ਐਡਵਾਂਟੇਜ ਲੈ ਸਕਦੇ ਆ, ਤੇ ਕਿਹੜੀਆਂ ਕਿਹੜੀਆਂ ਸਿੱਖ ਮਤਲਬ ਕਹਿ ਲਓ ਵੀ ਇੱਕ ਆਪਣੀ ਲੀਡਰਸ਼ਿਪ ਵਧੀਆ ਖੜੀ ਕਰਕੇ ਕਿੱਥੇ ਕਿੱਥੇ ਮਤਲਬ ਆਪਣਾ ਭਲਾ ਆਰਥਿਕ ਪੱਖ ਤੋਂ, ਜਾਂ ਜਿਹੜੀ ਸਾਡੀ ਰਾਜਨੀਤਿਕ ਲੜਾਈ ਰਹੀ ਹੈ ਇੰਡੀਅਨ ਸਟੇਟ ਨਾਲ, ਉਹਦੇ ਵਿੱਚ ਕਿਹੋ ਜਿਹੀ ਐਡਵਾਂਟੇਜ ਲੈ ਸਕਦੇ ਨੇ? ਮੇਰਾ ਆਖਰੀ ਸਵਾਲ ਹੈ। ਦੇਖੋ ਜੀ, ਜਿੱਥੇ ਤੱਕ ਤਾਂ ਸਿੱਖ ਦਾ ਜਿਹੜਾ ਇੱਕ ਫਾਈਨਲ ਡੈਸਟੀਨੇਸ਼ਨ, ਜਿਹਨੂੰ ਪਾਤਸ਼ਾਹੀ ਦਾਵਾ ਕਹਿੰਦੇ ਆ, ਇਸ ਖਿੱਤੇ ਤੇ ਇੱਕ ਸੋਵਰੈਨਿਟੀ ਦੀ ਗੱਲ ਆ, ਉਹ ਤਾਂ ਕੌਮਾਂਤਰੀ ਹਾਲਾਤਾਂ ਤੇ ਡਿਪੈਂਡ ਕਰੂ, ਵਰਲਡ ਦੇ ਹਾਲਾਤਾਂ ਤੇ ਡਿਪੈਂਡ ਕਰੂ ਕਿ ਵਰਲਡ ਕਿਵੇਂ ਇਹ ਵੱਡੇ ਟਕਰਾਵਾਂ ਦੇ ਵਿੱਚੋਂ ਕਿਵੇਂ ਨਿਕਲਦਾ। ਸੋ ਉਹ ਕੱਲਾ ਸਿੱਖਾਂ ਦੇ ਸਟੈਪਸ ਨਹੀਂ ਹੋਣਗੇ ਜਿੰਨਾ ਕਰਕੇ ਉਹ, ਬਟ
ਤੁਸੀਂ ਉਦੋਂ ਪਹਿਲਾਂ ਆਪਦੇ ਆਪ ਨੂੰ ਆਰਗੇਨਾਈਜ਼ਡ ਰੱਖ ਸਕਦੇ ਹੋ, ਆਪਦੇ ਲੋਕਾਂ 'ਚ ਭਾਵਨਾ ਨੂੰ ਜਿਉਂਦਾ ਰੱਖ ਸਕਦੇ ਹੋ। ਸੈਕੰਡ ਇਹ ਆ ਕਿ ਜਿੰਨੀ ਦੇਰ ਤੁਸੀਂ ਪ੍ਰੈਜ਼ੈਂਟ ਆਰਡਰ ਦੇ ਵਿੱਚ ਰਹਿਣਾ ਤਾਂ ਤੁਸੀਂ ਆਪਦੇ ਆਪ ਨੂੰ ਕਿਵੇਂ ਸੇਫ ਰੱਖਣਾ। ਫੋਰ ਐਗਜ਼ਾਮਪਲ ਤੁਸੀਂ ਮਾਈਗ੍ਰੇਸ਼ਨ ਰੋਕਣੀ ਹੈ ਤਾਂ ਨੈਚੁਰਲ ਤੁਸੀਂ ਇੱਥੇ ਇਕਨੋਮਿਕ ਬਿਹਤਰੀ ਲਿਆਓਗੇ, ਐਸਪੀਰੇਸ਼ਨਸ ਮੀਟ ਹੋਣ ਨੌਜਵਾਨਾਂ ਦੀਆਂ, ਉਹ ਕਰੋਗੇ। ਤੁਸੀਂ ਆਪਦੇ ਡੈਮੋਗ੍ਰਾਫੀ ਨੂੰ ਸਹੀ ਰੱਖਣਾ ਤਾਂ ਤੁਹਾਨੂੰ ਕਿਤੇ ਨਾ ਕਿਤੇ ਕੇਂਦਰ ਨਾਲ ਮਿਲ ਕੇ ਜਾਂ ਉਹਨਾਂ ਤੇ ਕਿਸੇ ਤਰੀਕੇ ਦਾ ਪ੍ਰੈਸ਼ਰ ਡਿਵੈਲਪ ਕਰਕੇ, ਸਾਂਝ ਡਿਵੈਲਪ ਕਰਕੇ ਤੁਹਾਨੂੰ ਇਹ ਕਹਿਣਾ ਪਊਗਾ ਕਿ ਵੀ ਵੇਖੋ ਵੀ ਸਾਡੇ ਅੰਦਰ ਮਾਈਗ੍ਰੇਸ਼ਨ ਨਾ ਹੋਵੇ, ਉੱਥੋਂ ਕੋਈ ਲਾਜ਼ ਇੰਜ ਲੈ ਕੇ ਆਉਣੇ ਪੈਣੇ। ਸੋ ਐਨੀਥਿੰਗ ਸ਼ਾਰਟ ਆਫ ਫਾਈਨਲ ਡੈਸਟੀਨੇਸ਼ਨ ਜਿਹੜੀ ਕੋਈ ਸਿੱਖ ਆਜ਼ਾਦੀ ਤਾਂ ਉਹਦੀ ਬੇਸਿਕ ਉਹਦੀ ਹੈਗੀ ਆ ਹਨਾ, ਪਰ ਜੇ ਉਦੋਂ ਸ਼ਾਰਟ ਉਹਨੇ ਰਹਿਣਾ ਤਾਂ ਉਹਨੂੰ ਕੋਈ ਨਾ ਕੋਈ ਇੱਥੇ ਪੋਲੀਟੀਕਲ ਸਟਰਕਚਰ, ਜਿਹੜਾ ਪੋਲੀਟੀਕਲ ਸਟਰਕਚਰ ਬਿਲਕੁਲ ਕੇਂਦਰ ਨਾਲ ਲਿਫ ਨਾ ਜਾਵੇ। ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਸਿੱਖ ਜਾਂ ਪੰਥਕ ਧਿਰ ਦੇ ਹਿਸਾਬ ਨਾਲ ਹਿੰਦੂਤਵੀ ਤਾਕਤ ਨਾਲ ਬੈਠ ਕੇ ਇਕੁਅਲ ਟੇਬਲ ਦੇ ਉੱਤੇ ਨੈਗੋਸ਼ੀਏਟ ਕਰੇ ਕਿ ਵੀ ਇਸ ਕਿੱਤੇ ਦੇ ਵਿੱਚ ਅਸੀਂ ਤੁਹਾਡੇ ਨਾਲ ਯੂਨੀਅਨ ਦੇ ਵਿੱਚ ਜੁਆਇਨ ਕੀਤਾ ਸੀ, ਸਾਡੀਆਂ ਆਹ ਮੰਗਾਂ, ਸਾਡੀਆਂ ਇੱਥੋਂ ਤੱਕ ਕਰੋ। ਤੇ ਜੋ ਹਾਲਾਤ ਹੈਗੇ ਆ ਉਹ ਇਹ ਜੀ ਆਰਗੇਨਾਈਜੇਸ਼ਨ ਸਸਟੇਨ ਹੋ ਸਕਦੀ ਹੈ। ਜਿਹੜੇ ਹਾਲਾਤ ਆ ਇੰਨੀ ਅਪੀਜ਼ਮੈਂਟ ਉਹ ਕਰਨਗੇ, ਤੁਹਾਡੇ ਜਿਹੜੇ ਵਸੀਲੇ ਖੋਏ ਹੋਏ ਆ, ਤੁਹਾਡੇ ਜਿਹੜੇ ਇਲਾਕੇ ਖੋਏ ਹੋਏ ਉਹਨਾਂ ਨੇ, ਉਹ ਤੁਹਾਨੂੰ ਮਿਲ ਜਾਣਗੇ। ਤੇ ਸਿੱਖਾਂ ਨੂੰ ਓਵਰਆਲ ਠੀਕ ਹੈ, ਡੈਮੋਗ੍ਰਾਫੀ ਇੱਥੋਂ ਦੀ ਕੰਟਰੋਲ ਕਰਨੀ ਚਾਹੀਦੀ ਹੈ। ਗੰਗਾ ਜਮਨਾ ਤਹਿਜ਼ੀਬ ਚੋਂ ਬਹੁਤ ਵੱਡੀ ਪੋਪੂਲੇਸ਼ਨ ਆ ਕੇ ਇੱਥੇ ਵਸੇ, ਉਹ ਮਾੜੀ ਗੱਲ ਆ ਸਾਡੀ, ਬਟ ਓਵਰਆਲ ਪੋਪੂਲੇਸ਼ਨ ਜਿਹੜੀ ਉਹਦੇ ਇਲਾਵਾ ਜਿਹੜੀ ਮਾਈਗ੍ਰੇਟ ਨਾ ਹੋਵੇ ਪੋਪੂਲੇਸ਼ਨ, ਇੱਥੋਂ ਦੀ ਪੋਪੂਲੇਸ਼ਨ ਦੇ ਵਿੱਚ ਆਪਦੀ ਡੈਮੋਗ੍ਰਾਫੀ ਨੂੰ ਲੈ ਕੇ ਜ਼ਿਆਦਾ ਚਿੰਤਿਤ ਨਹੀਂ ਹੋਣਾ ਚਾਹੀਦਾ। ਜੇ ਮਾਈਗ੍ਰੇਸ਼ਨ ਹੋ ਰਹੀ ਆ ਪਰ ਆਪਾਂ ਗੰਗਾ ਜਮਨਾ ਤਹਿਜ਼ੀਬ ਦੇ ਜਾਂ ਬਾਹਰਲੇ ਲੋਕਾਂ ਦਾ ਨੂੰ ਰੋਕ ਸਕਦੇ ਹਾਂ, ਪਰ ਇੱਥੋਂ ਮਾਈਗ੍ਰੇਸ਼ਨ ਆਪਣੇ ਬੰਦੇ ਕਰ ਰਹੇ ਆ, ਤਾਂ ਇਸ ਹਾਲਾਤਾਂ 'ਚ ਕੋਈ ਮਾੜੀ ਨਹੀਂ ਮਾਈਗ੍ਰੇਸ਼ਨ, ਉਹ ਫਾਇਦਾ ਹੀ ਦੇਊਗਾ। ਡਾਇਸਪੋਰਾ ਬਾਹਰ ਗਿਆ ਹੋਇਆ ਉਹ ਐਡਵਾਂਟੇਜ ਹੀ ਹੋਊਗਾ ਤੁਹਾਨੂੰ, ਉਹਦੇ ਇਕਨੋਮਿਕਲ ਐਡਵਾਂਟੇਜ ਹੋਣਗੇ। ਕੱਲ ਨੂੰ ਟੂਰਿਜ਼ਮ ਵੱਧ ਸਕਦਾ ਹੈ, ਤੁਹਾਡੇ ਲੋਕ ਬਾਹਰ ਬੈਠੇ ਆ, ਤੁਹਾਡੇ ਹੱਕਾਂ ਦੀ ਆਵਾਜ਼ ਉਠਾ ਸਕਦੇ ਆ, ਤੁਹਾਨੂੰ ਹੋਰ ਬੜਾ ਆਈਡੀਆਜ਼ ਟਰਾਂਸਪੋਰਟ ਹੋ ਸਕਦੇ ਆ, ਜਿਹੜੇ ਬੈਟਰ ਇੱਥੇ ਪਿੰਡ ਆਪਾਂ ਬਿਹਤਰ ਕਰ ਸਕਦੇ ਹਾਂ। ਕਿਉਂਕਿ ਐਟਲੀਸਟ ਉਹਨਾਂ ਦਾ ਆਈਡੀਆ ਦਾ ਫੋਰਸ ਤਾਂ ਪੈਂਦਾ ਨਾ, ਵੀ ਤੁਸੀਂ ਲੀਡਰਸ਼ਿਪ ਕਿੰਝ ਲਿਆਓ, ਬਹੁਤ ਦਬਾਅ ਪੈਂਦਾ। ਸੋ ਉਹਦੇ ਤੋਂ ਨਹੀਂ ਡਰਨਾ ਚਾਹੀਦਾ, ਬਟ ਜਿਹੜੀ ਬਲੌਕੇਡ ਆਪਾਂ ਨੂੰ ਕਰਨੀ ਚਾਹੀਦੀ ਆ ਉਹ ਕਰਨੀ ਚਾਹੀਦੀ ਹੈ ਕਿਸੇ ਤਰੀਕੇ ਨਾਲ ਵੀ। ਯੂਪੀ ਚੋਂ ਜਾਂ ਮੱਧ ਪ੍ਰਦੇਸ਼ ਜਾਂ ਬਾਕੀ ਭਾਰਤ ਚੋਂ ਕਿਤੋਂ ਸਾਡੇ ਕੋਲੇ ਇੱਥੇ ਮਾਈਗ੍ਰੇਸ਼ਨ ਪੰਜਾਬ ਦੇ ਵਿੱਚ ਨਾ ਆਵੇ। ਅਸੀਂ ਪੋਪੂਲੇਸ਼ਨ ਕੰਟਰੋਲ ਕੀਤੀ ਵੀ ਆ, ਸਾਡੀ ਆਪਦੀ ਮਾਈਗ੍ਰੇਸ਼ਨ ਹੋ ਰਹੀ ਹੈ, ਤੇ ਜੇ ਉਹਨਾਂ ਕੁ ਰਿਸੋਰਸਿਸ ਨੂੰ ਖਾਣ ਵਾਸਤੇ ਬਾਹਰੋਂ ਆ ਜੇ ਤਾਂ ਕੋਈ ਪੋਲੀਟੀਕਲ ਪਾਰਟੀ ਜਿਹੜੀ ਉਹਨਾਂ ਨੂੰ ਤਰਜੀਹ ਦਿੰਦੀ ਹੈ, ਜਿਵੇਂ ਹੁਣ ਲੇਟਲੀ ਅਕਾਲੀ ਦਲ ਬਾਦਲ ਵੇਖੋ ਉਹਨਾਂ ਨੂੰ ਦੇ ਰਿਹਾ, ਤਾਂ ਪੰਥਕ ਪਾਰਟੀ ਹੋ ਕੇ ਜੇ ਜਾਂ ਕੁਝ ਕਰਦੇ ਤਾਂ ਉਹਨੂੰ ਅਪੋਜ਼ ਕਰਨਾ ਚਾਹੀਦਾ। ਆਪਦੀ ਪੋਪੂਲੇਸ਼ਨ ਨੂੰ ਜਾਂ ਆਪਦੀ ਡੈਮੋਕ੍ਰੇਟੀ ਨੂੰ ਕ੍ਰੈਸੀ ਨੂੰ ਪ੍ਰੋਟੈਕਟ ਤਾਂ ਦੁਨੀਆ ਭਰ ਚ ਲੋਕ ਕਰਦੇ ਆਏ ਹਨ, ਤੁਸੀਂ ਉਹਨਾਂ ਨੂੰ ਸਪੋਰਟ ਉੱਥੇ ਦੇ ਸਕਦੇ, ਪਰ ਇਹ ਨਹੀਂ ਕਿ ਵੀ ਇੱਥੇ ਆ ਕੇ ਉਹ ਵਸ ਜਾਣ। ਤਾਂ ਇੱਕ ਤਾਂ ਉਹ ਆਪਾਂ ਨੂੰ ਕਰਨਾ ਚਾਹੀਦਾ। ਦੂਸਰਾ ਮੈਂ ਫੀਲ ਕਰਦਾ ਹਾਂ ਕਿ ਆਪਾਂ ਨੂੰ ਆਰਗੇਨਾਈਜ਼ ਹੋ ਕੇ ਆਪਦੇ ਨੌਜਵਾਨਾਂ ਵਾਸਤੇ ਚੰਗੇ ਰੁਜ਼ਗਾਰ ਡਿਵੈਲਪ ਕਰਨੇ ਚਾਹੀਦੇ ਆ। ਮਾਈਗ੍ਰੇਸ਼ਨ ਨੂੰ ਕੋਸ਼ਿਸ਼ ਕਰੋ ਠੱਲ ਪੈ ਜੇ, ਪਰ ਜੇ ਮਾਈਗ੍ਰੇਸ਼ਨ ਹੁੰਦੀ ਵੀ ਆ ਇੱਕ ਰਾਈਟ ਪ੍ਰਪੋਰਸ਼ਨ ਚ, ਤਾਂ ਉਹਨੂੰ ਜ਼ਿਆਦਾ ਕ੍ਰਿਟਿਸਾਈਜ਼ ਵੀ ਨਾ ਕੀਤਾ ਜਾਵੇ। ਠੀਕ ਆ, ਤੁਹਾਡੇ ਬੰਦੇ ਜਾ ਰਹੇ ਆ, ਉਹ ਕਿਵੇਂ ਨਾ ਕਿਵੇਂ ਤੁਹਾਡੇ ਨਾਲ, ਹਾਂ, ਉਹਨਾਂ ਨਾਲ ਲਿੰਕ ਅਪ ਡਿਵੈਲਪ ਕੀਤੇ ਜਾਣ, ਉਹਨਾਂ ਦਾ ਇੰਟਰਸਟ ਕੰਟੀਨਿਊਸਲੀ ਇੱਥੇ ਰੱਖਿਆ ਜਾਵੇ। ਜਿਵੇਂ ਫੋਰ ਐਗਜ਼ਾਮਪਲ ਜੇ ਉਹਨਾਂ ਨੂੰ ਉਹਨਾਂ ਦੀ ਲੈਂਡਸ ਦੇ ਵਿੱਚ ਜਾਂ ਉਹਨਾਂ ਦੀ ਪ੍ਰੋਪਰਟੀਜ਼ 'ਚ ਕੋਈ ਪ੍ਰੋਬਲਮ ਹੁੰਦੀ ਤਾਂ ਇੰਨੇ ਸਟ੍ਰਿੰਜੈਂਟ ਲਾਅ ਹੋਣੇ ਚਾਹੀਦੇ ਆ ਕਿ ਜਿਹੜਾ NRI ਕਹਿੰਦੇ ਆ ਜਾਂ ਪ੍ਰਵਾਸੀ ਆ, ਉਹਦੀ ਪ੍ਰੋਪਰਟੀ ਟੱਚ ਨਹੀਂ ਹੋਣੀ ਚਾਹੀਦੀ, ਤਾਂ ਕਿ ਉਹਨੂੰ ਇਹ ਨਾ ਲੱਗੇ ਕਿ ਯਾਰ ਮੈਂ ਉਹ ਤੋਂ ਪ੍ਰੋਪਰਟੀ ਵੇਚਾਂ ਤੇ ਆ ਜਾ, ਉਹਦੀਆਂ ਰਿਟਰਨਸ ਆਉਂਦੀਆਂ ਰਹਿਣ। ਸੋ ਇਹ ਮਾਈਨਰ ਜਿਹੀਆਂ ਗੱਲਾਂ। ਬਾਕੀ ਸਨਅਤ ਦੇ ਵਿੱਚ ਮੈਂ ਫੀਲ ਕਰਦਾ ਕਿ ਰਵਾਇਤੀ ਸਨਅਤ ਡਿਵੈਲਪ ਕਰੋ, ਬਟ ਜਿਹੜੀ ਤੁਹਾਡੀ ਪ੍ਰਦੂਸ਼ਣ ਕਰਦੀ ਹੈ, ਜਿਹੜੀ ਤੁਹਾਡੀ ਇਕੋਲੋਜੀ ਨੂੰ, ਇਸ ਧਰਤੀ ਨੂੰ ਖਰਾਬ ਕਰਦੀ ਆ, ਜਿਵੇਂ ਫੋਰ ਐਗਜ਼ਾਮਪਲ ਗੋਬਿੰਦਗੜ੍ਹ ਦੇ ਵਿੱਚ ਇੰਨੇ ਕਾਰਖਾਨੇ, ਉਹ ਧੂਆਂ ਜ਼ਿਆਦਾ ਪ੍ਰੋਡਿਊਸ ਕਰਦੇ, ਟੈਕਸ ਕੱਟ ਦਿੰਦੇ ਆ। ਉਹ ਜੇ ਕਾਰਖਾਨਿਆਂ ਨੂੰ ਹੌਲੀ ਹੌਲੀ ਕਰਕੇ ਸ਼ਿਫਟ ਕਰਾਓ। ਕਈ ਇਕੋਲੋਜੀਕਲ ਡਿਜ਼ਾਸਟਰ ਹੈਗੇ ਜਿਵੇਂ ਮੱਤੇਵਾੜਾ 'ਚ ਬਣ ਰਹੇ ਹੈਗੇ ਆ, ਡਾਈਇੰਗ ਵਾਲੀ ਇੰਡਸਟਰੀ ਲਾਉਣ ਦੀ ਕੋਸ਼ਿਸ਼ ਹੋ ਰਹੀ ਆ, ਉਹਨਾਂ ਨੂੰ ਰੋਕੋ। ਜਿੱਥੇ ਕਿਤੇ ਬੈਟਰ ਇੰਡਸਟਰੀ ਆ ਸਕਦੀ ਆ, ਨੌਲੇਜ ਬੇਸਡ ਇੰਡਸਟਰੀ ਆ ਸਕਦੀ ਆ, ਉੱਥੇ ਬਾਹਰ ਵਾਲਾ ਵੀ ਜੇ ਆ ਜੇ, ਉਹ ਇੱਕ ਆਊਗਾ, ਦੋ ਆਉਣਗੇ, ਹੇਠਾਂ ਤੁਹਾਡਾ ਬਹੁਤ ਵੱਡਾ ਇੰਫਰਾਸਟਰਕਚਰ ਡਿਵੈਲਪ ਹੋ ਜੂ ਉਹਦੇ ਥੱਲੇ, ਉਹਨਾਂ ਨੂੰ ਲਿਆਉਣ ਦੀ ਕੋਸ਼ਿਸ਼ ਕਰੋ। ਫੁੱਟ ਹਿਲਸ ਨੂੰ ਨੌਲੇਜ ਬੇਸਡ ਇੰਡਸਟਰੀ ਵਾਸਤੇ ਡਿਵੈਲਪ ਕਰੋ। ਐਗਰੀਕਲਚਰ ਨੂੰ ਵੀ ਕੋਸ਼ਿਸ਼ ਕਰੋ ਕਿ ਪੰਜਾਬ ਨੂੰ ਸੁਪਰ ਪਾਵਰ ਆਫ ਐਗਰੀਕਲਚਰ ਵਾਂਗੂ ਡਿਵੈਲਪ ਕਰੀਏ, ਆਪਾਂ ਉਹ ਐਗਜ਼ੋਟਿਕ ਫੂਡਸ ਬਣਾਈਏ ਜਾਂ ਉਹ ਚੀਜ਼ਾਂ ਕਰੀਏ ਤਾਂ ਕਿ ਛੋਟੇ ਲੈਂਡਸ ਦੇ ਵਿੱਚੋਂ 2-2 3-3 ਏਕੜ 'ਚ ਮੈਡੀਸਨਲ ਪਲਾਂਟਸ ਹੋ ਜਾਏ। ਮਤਲਬ ਕਹਿਣ ਨੂੰ ਤਾਂ ਮੇਰੇ ਆਪਾਂ ਆਈਡੀਆਜ਼ ਆ, ਪਰ ਇਹਨਾਂ ਤੇ ਆਈਡੀਆਜ਼ ਤੇ ਬਹੁਤ ਕੰਮ ਕਰਨਾ ਪਊ, ਆਰਗੇਨਾਈਜੇਸ਼ਨਲੀ ਸਟਰੋਂਗ ਹੋਣਾ ਪਊ। ਜਿਹੜਾ ਇਸ ਮੋਰਚੇ ਨੇ ਆਪਾਂ ਨੂੰ ਸ਼ੋਅ ਕੀਤਾ ਉਹ ਆ ਕਿ ਵੀ ਸਾਡੀ ਸਿੰਗਲ ਪਾਰਟੀ ਜਿਹੜੀ ਅਕਾਲੀ ਪਾਰਟੀ ਸੀਗੀ, ਉਹਦੇ ਜਿਹੜੀ ਲੀਡਰਸ਼ਿਪ ਸੀ ਉਹ ਜਾ ਕੇ ਦੂਜੇ ਪਾਸੇ ਖੜ ਗਈ, ਤੇ ਆਪਾਂ ਆਰਗੇਨਾਈਜੇਸ਼ਨਲੀ ਇੰਨੇ ਵੀਕ ਹੋ ਗਏ ਕਿ ਵੀ ਆਪਣੀ ਸਪਿਰਿਟ ਤੇ ਆਪਣਾ ਵਸੀਲੇ ਹੋਣ ਦੇ ਬਾਵਜੂਦ ਵੀ ਲੈਫਟ ਉਹਨੂੰ ਯੂਜ਼ ਕਰ ਗਿਆ, ਜਾਂ ਲੈਫਟ ਨੇ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕੀਤੀ। ਉਹ ਤਾਂ ਚਲੋ ਓਪੋਨੈਂਟਸ ਨੇ ਨਹੀਂ ਦਿੱਤਾ, ਉਹਨਾਂ ਨੂੰ ਪਤਾ ਸੀ ਕਿ ਮੈਦਾਨ ਤੇ ਫੋਰਸ ਕਿਹੜੀ ਆ, ਉਹਨਾਂ ਨੇ ਕ੍ਰੈਡਿਟ ਤੁਹਾਨੂੰ ਦੇ ਦਿੱਤਾ। ਕ੍ਰੈਡਿਟ ਤਾਂ ਚਲੋ ਆਪਾਂ ਨਾ ਗੱਲ ਕਰੀਏ, ਬਟ ਉਹਨੇ ਐਕਨੋਲੇਜ ਕਰ ਲਿਆ ਉਸ ਗੱਲ ਨੂੰ, ਪਰ ਆਪਾਂ ਉੱਥੇ ਲੈਕਿੰਗ ਹੋਏ, ਉਸ ਗੱਲ ਤੋਂ ਲਰਨਿੰਗ ਲੈਣੀ।
ਬਹੁਤ ਬਹੁਤ ਧੰਨਵਾਦ ਵਿਰਾਟ ਸਾਹਿਬ। ਮੈਨੂੰ ਲੱਗਦਾ ਕਿ ਆਪਾਂ ਜਿਹੜੇ ਵੀ ਫੈਕਟਰ ਸੀ ਉਹ ਲਗਭਗ ਸਾਰੇ ਡਿਸਕਸ ਕਰ ਲਏ ਆ, ਤੇ ਭਵਿੱਖ ਦੇ ਵਿੱਚ ਵੀ ਆਪਾਂ ਇਹਨਾਂ ਮੁੱਦਿਆਂ ਨੂੰ ਲੈ ਕੇ ਦਰਸ਼ਕਾਂ ਦੇ ਰੂਬਰੂ ਹੁੰਦੇ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।